ਸਰੀਰ ਨੇ ਜਿਵੇਂ ਕੋਈ ਰਾਜ ਜਿਹੜਾ ਹੈ ਆਪਣੇ ਜਸੂਸ ਪਾਲ ਕੇ ਰੱਖਦਾ ਹੈ। ਹਰ ਕੋਈ ਵੀ ਜਿਹੜਾ ਕੋਈ ਜਿਵੇਂ ਇਹ ਸਰੀਰ ਸਾਡਾ ਜਿਹੜਾ ਇੱਕ ਕਿਸਮ ਦਾ ਸਾਡਾ ਪੂਰਾ ਟੈਰੀਟਰੀ ਹੈ ਸਾਡੀ, ਤਾਂ ਉਸ ਸਰੀਰ ਨੇ ਪੂਰੇ ਆਪਣੇ ਜਸੂਸ ਪਾਲੇ ਹੋਏ ਆ ਕਿ ਉਹ ਜਸੂਸ ਖਬਰ ਰੱਖਦੇ ਆ ਕਿ ਅੰਦਰ ਜਾਣ ਵਾਲੀ ਚੀਜ਼ ਜਿਹੜੀ ਹੈ ਉਹ ਕੋਈ ਐਸੀ ਤਾਂ ਨਹੀਂ ਹੈ ਜਿਹੜੀ ਨੁਕਸਾਨ ਕਰ ਸਕਦੀ ਹੋਵੇ। ਤੁਹਾਨੂੰ ਸੁੰਘਣ ਸਾਰ ਹੀ ਤੁਹਾਨੂੰ ਜਦੋਂ ਖਾਣੇ ਦੀ ਖੁਸ਼ਬੂ ਆਉਂਦੀ ਹੈ ਤਾਂ ਤੁਹਾਡੀ ਭੁੱਖ ਚਮਕ ਉੱਠਦੀ ਹੈ। ਇਹਦਾ ਮਤਲਬ ਕੀ ਹੈ ਕਿ ਅੰਦਰ ਰਸ ਜਿਹੜੇ ਨੇ ਉਹ ਤਿਆਰ ਹੋਣੇ ਸ਼ੁਰੂ ਹੋ ਗਏ। ਕੋਈ ਖੇਤੀ 'ਚ ਨਵਾਂ ਕੈਮੀਕਲ ਯੂਜ਼ ਹੋ ਗਿਆ, ਕੋਈ ਫੂਡ ਇੰਡਸਟਰੀ ਨੇ ਨਵਾਂ ਕੈਮੀਕਲ ਪਾ ਦਿੱਤਾ, ਉਹ ਹਵਾ ਦੇ ਅੰਦਰ ਕੋਈ ਪ੍ਰਦੂਸ਼ਣ ਆ ਗਿਆ, ਕੋਈ ਪਾਣੀ 'ਚ ਪ੍ਰਦੂਸ਼ਣ ਆ ਗਿਆ ਜਿਹਦੀ ਉਹਨੂੰ ਪਛਾਣ ਨਹੀਂ ਹੈ। ਫਿਰ ਬਾਡੀ ਬਦਲ ਜਾਂਦੀ ਹੈ ਵੀ ਹੁਣ ਇਹ ਕੀ ਹੈ, ਇਹ ਉਹਨੂੰ ਇਹ ਸਮਝੀ ਉਹਦੇ ਵੀ ਚੰਗਾ ਕਿ ਬੁਰਾ। ਉੱਥੇ ਫਿਰ ਉਹ ਕਈ ਵਾਰੀ ਜਿਹੜੀ ਨੁਕਸਾਨ ਹੋ ਜਾਂਦਾ। ਮੂੰਹ ਹੀ ਸਾਫ਼ ਸੁਥਰਾ ਨਹੀਂ ਹੈ, ਗੰਦਾ ਉਹ, ਤੁਸੀਂ ਬਰੱਸ਼ ਨਹੀਂ ਕਰਦੇ, ਤੁਸੀਂ ਕੁਰਲਾ ਨਹੀਂ ਕਰਦੇ ਢੰਗ ਸਿਰ, ਤੁਸੀਂ ਵੇਲੇ ਸਿਰ ਉਹਨੂੰ ਨੱਕ ਨੂੰ ਸਾਫ਼ ਨਹੀਂ ਕਰਦੇ, ਤੁਹਾਡਾ ਨੱਕ ਬਲੌਕਡ ਹੈ, ਉਹਦੇ ਅੰਦਰ ਰੇਸ਼ਾ ਹੈ, ਥੋੜ੍ਹਾ ਕਿਤੇ ਨਾ ਕਿਤੇ ਜਿਹੜੇ ਮੂੰਹ ਦੇ ਵਿੱਚ ਕੋਈ ਐਸੀ ਗੰਦ ਚੀਜ਼ਾਂ ਖਾਈ ਜਾਂਦੇ ਹੋ, ਤੁਹਾਡੇ ਮੂੰਹ ਛਾਲੇ ਹੋਏ ਨੇ, ਤਾਂ ਸਾਰਾ ਸਿਸਟਮ ਕੀ ਕਰੇਗਾ, ਉਹ ਥੋੜ੍ਹਾ ਸਾਰਾ ਸਿਸਟਮ ਪੈਰਾਲਾਈਜ਼ ਹੋ ਜਾਏਗਾ। ਇਹ ਬਹੁਤ ਸਾਰਾ ਖਾਣਾ ਇਹੋ ਜਿਹਾ ਹੁੰਦਾ ਹੈ ਜਿਹੜਾ ਬਿਨਾਂ ਤੇਜ਼ਾਬ ਦੇ ਹਜਮ ਹੀ ਨਹੀਂ ਹੋ ਸਕਦਾ। ਤੇਜ਼ਾਬ ਹੋਊਗਾ ਤਾਂ ਹੀ ਹਜਮ ਹੋਊਗਾ, ਉਹ ਤੇਜ਼ਾਬ ਨੇ ਹੀ ਹਜਮ ਕਰਨਾ ਉਹਨੂੰ। ਤੇਜ਼ਾਬ ਤੋਂ ਡਰੀ ਜਾਂਦੇ। ਹਾਂ, ਅਸੀਂ ਕਿ ਤੇਜ਼ਾਬ ਦੀਆਂ ਗੋਲੀਆਂ ਖਵਾਈ ਜਾਂਦੇ। ਇਹ ਇੰਨਾ ਗਹਿਰਾ ਚਲਾ ਗਿਆ ਸਾਡੇ ਦਿਮਾਗਾਂ ਦੇ ਅੰਦਰ, ਡਾਕਟਰਾਂ ਦੇ ਗਿਆ ਸਾਡੇ ਮਰੀਜ਼ਾਂ ਦੇ ਵੀ ਚਲਾ ਗਿਆ ਵੀ ਮੇਰੇ 'ਚ ਤੇਜ਼ਾਬ ਬਹੁਤ ਬਣਦਾ। ਆਮ ਸ਼ਬਦਾਵਲੀ ਹੋ ਗਈ, ਮੇਰੇ ਤਾਂ ਤੇਜ਼ਾਬ ਬਹੁਤ ਬਣਦਾ। ਜਦੋਂ ਟੈਸਟ ਕਰਕੇ ਦੇਖਿਆ ਉਹ ਦੇਖੋ ਤੇਜ਼ਾਬ ਤਾਂ ਨਾਰਮਲ ਨਾਲੋਂ ਘੱਟ ਬਣ ਰਿਹਾ, ਉਲਟਾ। ਉਹਨੂੰ ਇਸ ਢੰਗ ਨਾਲ ਉਹਦੀ ਪੈਕਿੰਗ ਕਮਾਲ ਦੀ ਹੈ, ਉਹਦੀ ਪੇਟ ਦੀ ਪੈਕਿੰਗ। ਜੇ ਤੁਸੀਂ ਉਹਨੂੰ ਖੋਲ੍ਹ ਕੇ ਜਦੋਂ ਪੇਟ ਦੇਖਦੇ ਆ ਤਾਂ ਮਤਲਬ ਤੁਸੀਂ ਆਸ਼ਾ ਕਰ ਉੱਠਦੇ ਹੋ ਵੀ ਐਡੀ ਪੈਕਿੰਗ ਕੋਈ ਬੰਦਾ ਮਨੁੱਖ ਨਹੀਂ ਕਰ ਸਕਦਾ, ਪਰਮਾਤਮਾ ਹੀ ਕਰ ਸਕਦਾ। ਜਿੱਦਾਂ ਦੀ ਪੈਕਿੰਗ ਪੇਟ ਦੀ ਹੋਈ ਵੀ ਹੈ, ਇੱਦਾਂ ਦੀ ਪੈਕਿੰਗ ਕੋਈ ਮਨੁੱਖ ਨਹੀਂ ਕਰ ਸਕਦਾ। ਜਿਸ ਖਾਣੇ 'ਚ ਖਾਸ ਕਰਕੇ ਫੈਟ ਹੁੰਦਾ, ਦੇਖੋ ਕਿੰਨੀ ਇੰਟੈਲੀਜੈਂਟ ਹੈ ਬਾਡੀ 'ਚ ਮੈਸੇਜ ਚਲਾ ਜਾਂਦਾ ਕਿ ਫੈਟ ਆ ਰਿਹਾ। ਜਦੋਂ ਫੈਟ ਆ ਰਿਹਾ ਹੋਵੇ ਤਾਂ ਫਿਰ ਗਾਲ ਬਲੈਡਰ ਬਹੁਤ ਸਟਰੋਂਗਲੀ ਕੰਟਰੈਕਟ ਕਰਦਾ। ਉਹ ਜਿੰਨੇ ਉਹਦੇ ਕੋਲ ਸਟੋਰ ਕੀਤਾ ਹੁੰਦਾ ਕੋਈ 30 40 50 ਗ੍ਰਾਮ ਰਸ, ਉਹਨੂੰ ਇੱਕਦਮ ਸਿੱਟਦਾ ਫਿਰ ਅੰਤੜੀਆਂ 'ਚ ਪਿਚਕਾਰੀ ਮਾਰ ਕੇ। ਜੇ ਤੁਸੀਂ ਫੂਡ ਪੋਇਜ਼ਨਿੰਗ ਤੋਂ ਬਚਣਾ ਹੈ ਪ੍ਰੀਕਾਸ਼ਨ ਦੇ ਤੌਰ 'ਤੇ, ਤਾਂ ਫੂਡ ਪੋਇਜ਼ਨਿੰਗ ਕਿੰਨਾ ਚੀਜ਼ਾਂ ਤੋਂ ਹੁੰਦੀ ਹੈ, ਜਿੰਨਾਂ ਚੀਜ਼ਾਂ ਜਿਹੜੀਆਂ ਜਦੋਂ ਤੁਸੀਂ ਕੱਚੀਆਂ ਖਾਂਦੇ ਹੋ, ਯਾਨੀ ਕਿ ਜਿਹੜੀ ਪੱਕੀ ਹੋਈ ਨਹੀਂ ਹੋਈ। ਸਲਾਦ ਜੇ ਅਗਰ ਹਾਈਜੈਨਿਕ ਨਹੀਂ ਹੋਏਗੀ ਤਾਂ ਤੁਹਾਨੂੰ ਫੂਡ ਪੋਇਜ਼ਨਿੰਗ ਕਰ ਸਕਦੀ ਹੈ। ਆਈਸਕ੍ਰੀਮ, ਇਹ ਸਲਾਦ ਵੀ ਬਾਹਰੋਂ ਲੈਣਾ ਤਾਂ ਉਹਨੂੰ ਕਹਿਣਾ ਗਰਮ ਕਰਕੇ ਲਿਆ। ਗਟ ਫਲੋਰਾ ਬਾਰੇ ਗੱਲ ਕਰਨੀ ਤੇ ਬਹੁਤ ਜ਼ਰੂਰੀ ਹੈ, ਕਿਉਂਕਿ ਗਟ ਫਲੋਰਾ ਉਹ ਇੰਟੈਲੀਜੈਂਟ ਕ੍ਰੀਏਸ਼ਨ ਹੈ ਕੁਦਰਤ ਦੀ, ਜਿਹੜੀ ਸਾਡੀ ਹੈਲਪ ਲਈ ਬਣੀ ਹੋਈ ਹੈ। ਸਾਡੀ ਹੈਲਪ ਲਈ ਕੁਦਰਤ ਨੇ ਬੈਕਟੀਰੀਆ ਪਾਏ ਆ ਸਾਡੇ ਅੰਤਾਂ 'ਚ ਪਾਏ ਆ, ਬਾਕੀ ਸਾਰੇ ਸਰੀਰ 'ਤੇ ਪਾਏ ਆ, ਇਕੱਲੀ ਅੰਤਾਂ 'ਚ ਨਹੀਂ। ਸਾਡੀਆਂ ਅੱਖਾਂ 'ਚ ਵੀ ਨੇ, ਸਾਡੇ ਕੰਨਾਂ 'ਚ ਵੀ ਨੇ, ਸਾਡੇ ਨੱਕ 'ਚ ਵੀ ਨੇ, ਸਾਡੇ ਚਮੜੀ 'ਤੇ ਵੀ ਨੇ, ਹਰ ਥਾਂ 'ਤੇ। ਵੀ ਆਰ ਫੁੱਲ ਆਫ ਵਾਇਰਸਿਸ ਐਂਡ ਬੈਕਟੀਰੀਆ। ਜੋ ਮਿੱਟੀ 'ਚ ਬੈਕਟੀਰੀਆ ਨੇ ਤੇ ਜੋ ਅੰਤੜੀਆਂ 'ਚ ਨੇ, ਉਹ ਡਾਇਰੈਕਟਲੀ ਇਨ ਟੱਚ ਨੇ ਇੱਕ ਦੂਜੇ ਦੇ। ਸਤਿ ਸ਼੍ਰੀ ਅਕਾਲ ਜੀ, ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ, ਤੇ ਮੈਂ ਹਾਂ ਕੁਲਵੰਤ ਸਿੰਘ। ਮੈਂ ਔਰ ਡਾਕਟਰ ਅਮਰ ਸਿੰਘ ਆਜ਼ਾਦ ਆਪਣਾ ਡਾਕਟਰ ਆਪ ਬਣੋ, ਲੜੀਵਾਰ ਨੰਬਰ 25, ਬੀ ਯੂਰ ਓਨ ਡਾਕਟਰ, ਐਪੀਸੋਡ ਨੰਬਰ 25। ਅੱਜ ਅਸੀਂ ਗੱਲ ਕਰਾਂਗੇ ਦੋ ਸਰੀਰ ਦੇ 5 ਮੇਨ ਜਿਹੜੇ ਅੰਗ ਨੇ ਜਿਹੜੇ ਸਰੀਰ ਦੇ ਵਿੱਚੋਂ ਗੰਦਗੀ ਬਾਹਰ ਕੱਢਦੇ ਨੇ, ਡਿਟੌਕਸੀਫਿਕੇਸ਼ਨ ਕਰਦੇ ਨੇ। ਲੀਵਰ, ਕਿਡਨੀ, 2 ਦੀ ਅਸੀਂ ਗੱਲ ਕਰ ਚੁੱਕੇ ਹਾਂ। ਅੱਜ ਆਪਾਂ ਗੱਲ ਕਰਾਂਗੇ ਤੀਜੇ ਅੰਗ ਦੀ, ਜਿਹੜਾ ਕਿ ਸਰੀਰ ਦੇ ਵਿੱਚੋਂ ਗੰਦਗੀ ਬਾਹਰ ਕੱਢਣ ਦੇ ਵਿੱਚ ਅਹਿਮ ਰੋਲ ਅਦਾ ਕਰਦਾ ਹੈ, ਤੇ ਜਿਹਦਾ ਕਿ ਸਭ ਤੋਂ ਵੱਡਾ ਰੋਲ ਹੈ ਸਰੀਰ ਦੇ ਵਿੱਚ, ਕਿਉਂਕਿ ਗਟ ਫਲੋਰਾ ਸਾਰਾ ਉੱਥੇ ਜਿਹੜਾ ਉਹਦਾ ਘਰ ਹੈ, ਅੰਤੜੀਆਂ। ਗਟ ਫਲੋਰਾ ਕਿੱਦਾਂ ਕਮਜ਼ੋਰ ਹੁੰਦਾ, ਕਿੱਦਾਂ ਬਣਦਾ ਹੈਗਾ, ਅੰਤੜੀਆਂ ਦਾ ਬਾਡੀ ਦੇ ਵਿੱਚ ਕੀ ਰੋਲ ਹੈਗਾ, ਕਿੱਦਾਂ ਅੰਤੜੀਆਂ ਖਰਾਬ ਹੁੰਦੀਆਂ ਨੇ, ਕਬਜ਼ ਜਦੋਂ ਹੁੰਦੀ ਆ ਅੰਤੜੀਆਂ ਦੇ ਵਿੱਚ ਅੰਦਰ ਕੀ ਚੱਲਦਾ ਜਦੋਂ ਕਬਜ਼ ਹੋ ਜਾਂਦੀ ਆ, ਕਬਜ਼ ਹੋਣ ਦੇ ਨਾਲ ਅੰਤੜੀਆਂ ਜਿਹੜੀਆਂ ਨੇ ਉਹ ਕਿੱਦਾਂ ਜਿਹੜੀ ਆ ਉਹ ਕਬਜ਼, ਕ੍ਰੋਨਿਕ ਕਬਜ਼ ਦੇ ਵਿੱਚ ਜਿਹੜੀ ਉਹ ਕਨਵਰਟ ਹੋ ਜਾਂਦੀ ਹੈ। ਜਦੋਂ ਕਨਵਰਟ ਹੋ ਜਾਂਦੀ ਹੈ ਤਾਂ ਫਿਰ ਉਹ ਗਟ ਫਲੋਰਾ ਦੇ ਉੱਤੇ ਕੀ ਅਸਰ ਪੈਂਦਾ ਉਸ ਚੀਜ਼ ਦਾ, ਉਸ ਨੂੰ ਠੀਕ ਕਰ ਲਈਏ ਤਾਂ ਫਿਰ ਕੀ ਉਹ ਦੁਬਾਰਾ ਉਸੇ ਪੋਜੀਸ਼ਨ 'ਚ ਪਹੁੰਚ ਸਕਦਾ ਹੈ। ਇਹ ਹਾਲਾਤਾਂ ਦੇ ਵਿੱਚ ਕਿਉਂ ਪਹੁੰਚਦਾ ਬੰਦਾ, ਆਪਾਂ ਡਾਕਟਰ ਅਮਰ ਸਿੰਘ ਆਜ਼ਾਦ ਤੋਂ ਜਾਣਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਤੇ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ। ਡਾਕਟਰ ਸਾਹਿਬ, 2 ਦੀ ਆਪਾਂ ਨੇ ਗੱਲ ਕਰ ਲਈ, ਕਿਡਨੀ ਤੇ ਲੀਵਰ ਜਿਹੜੇ ਡਿਟੌਕਸੀਫਿਕੇਸ਼ਨ ਯਾਨੀ ਗੰਦਗੀ ਬਾਹਰ ਕੱਢਣ ਦਾ ਕੰਮ ਕਰਦੇ ਨੇ, ਮੇਨ ਅੰਗ 5 ਨੇ। 2 ਦੀ ਆਪਾਂ ਗੱਲ ਕਰ ਲਈ। ਅੱਜ ਆਪਾਂ ਗੱਲ ਕਰਾਂਗੇ ਅੰਤੜੀਆਂ ਦੀ, ਇਸ ਤੋਂ ਬਾਅਦ ਫੇਫੜੇ ਤੇ ਨਾਲ ਸਕਿਨ ਵੀ ਰਹੇਗੀ, ਫਿਰ ਜਿਹੜੀਆਂ ਉਹ ਵੀ ਆਪਾਂ ਅੱਗੇ ਚੱਲਾਂਗੇ। ਡਿਟੌਕਸੀਫਿਕੇਸ਼ਨ, ਗੰਦਗੀ ਬਾਹਰ ਕੱਢਣ ਦਾ ਜਿਹੜਾ, ਜੇਕਰ ਗੰਦਗੀ ਬਾਹਰ ਨਹੀਂ ਨਿਕਲਦੀ,
ਆਯੁਰਵੇਦ ਤਾਂ ਇੱਥੋਂ ਤੱਕ ਕਹਿੰਦਾ ਵੀ ਜੇਕਰ ਗੰਦਗੀ ਫਸੇਗੀ ਸਰੀਰ ਦੇ ਵਿੱਚ ਤਾਂ ਸਭ ਤੋਂ ਬਿਮਾਰੀਆਂ ਦਾ ਕਾਰਨ ਹੀ ਸਰੀਰ ਦੇ ਵਿੱਚ ਗੰਦਗੀ ਫਸ ਗਈ, ਇਸ ਕਰਕੇ ਜਿਹੜੀ ਬਿਮਾਰ ਹੋ ਗਿਆ। ਤੇ 5 ਅੰਗ ਨੇ ਜਿਹੜੇ ਗੰਦਗੀ ਬਾਹਰ ਕੱਢ ਰਹੇ ਨੇ। 2 ਦੀ ਆਪਾਂ ਗੱਲ ਕਰ ਲਈ, ਤੀਜਾ ਜਿਹੜਾ ਆਪਾਂ ਸਟਾਰਟ ਕਰਨ ਲੱਗਿਆ ਅੰਤੜੀਆਂ। ਛੋਟੀ ਆਂਤ ਵੱਡੀ ਆਂਤ ਦੋਨੇ ਹੈਗੀਆਂ ਨੇ। ਬੋਡੀ ਦੇ ਵਿੱਚ ਕੀ ਰੋਲ ਹੈ ਇਹਦਾ, ਕਿਉਂ ਰੱਬ ਨੇ ਅੰਤੜੀਆਂ ਲਾ ਦਿੱਤੀਆਂ ਹੈਗੀਆਂ ਨੇ? ਤੇ ਅੰਤੜੀਆਂ ਤੁਸੀਂ ਮੈਨੂੰ ਪਹਿਲਾਂ ਵੀ ਇੱਕ ਵੀਡੀਓ ਦੇ ਵਿੱਚ ਗੱਲ ਕੀਤੀ ਵੀ ਅੰਤੜੀਆਂ ਜਿਹੜੀਆਂ ਨੇ ਉਹ ਗਟ ਫਲੋਰਾ ਦਾ ਯਾਨੀ ਸਾਡੇ ਦੋਸਤ ਬੈਕਟੀਰੀਆ ਦਾ ਮੇਨ ਘਰ ਹੀ ਉੱਥੇ ਹੁੰਦਾ ਹੈ। ਜਿਹੜੀ ਸਾਡੀ ਇਮਿਊਨਿਟੀ ਹੈ ਉੱਥੇ ਹੀ ਸਾਰੀ ਸਟੋਰ ਹੁੰਦੀ ਹੈਗੀ ਹੈ। ਤੇ ਕਿੱਦਾਂ ਅੰਤੜੀਆਂ ਫਿਰ ਅਸੀਂ ਖਰਾਬ ਕਰ ਲੈਣੇ? ਅੰਤੜੀਆਂ ਦਾ ਸਭ ਤੋਂ ਪਹਿਲਾਂ ਇਹ ਦੱਸੋ ਵੀ ਅੰਤੜੀਆਂ ਕੀ ਚੀਜ਼ ਹੁੰਦੀਆਂ ਨੇ? ਕੁਲਵੰਤ ਜੀ ਇਹ ਆ ਵੀ ਅੰਤੜੀਆਂ ਜਿਹੜੀਆਂ ਨੇ ਇੱਕ ਕਿਸਮ ਦਾ ਆਪਾਂ ਲਾ ਲਈਏ ਤਾਂ ਮੂੰਹ ਤੋਂ ਸ਼ੁਰੂ ਹੋ ਜਾਂਦੀਆਂ ਤੇ ਐਨਸ ਤੱਕ ਜਾਂਦੀਆਂ ਨੇ, ਯਾਨੀ ਕਿ ਜਿਹੜਾ ਮਲ ਦੁਆਰ ਹੈ ਮੁੱਖ ਦੁਆਰ ਤੋਂ ਸ਼ੁਰੂ ਹੁੰਦੀਆਂ ਨੇ ਤੇ ਮਲ ਦੁਆਰ ਤੱਕ ਜਾਂਦੀ ਹੈ। ਬੜਾ ਲੰਬਾ ਸਫ਼ਰ ਹੈ, ਬੜੀ ਲੰਬਾਈ ਵੀ ਬਹੁਤ ਕਾਫੀ ਜ਼ਿਆਦਾ ਹੈ। ਪਰ ਕਿਸਮ ਦਾ ਗੇਟਵੇ ਆ, ਜਿਵੇਂ ਗੇਟਵੇ ਹੈ ਕਿ ਜਿਹਦੇ ਰਾਹੀਂ ਅਸੀਂ ਇਸ ਗੇਟਵੇ ਦੇ ਰਾਹੀਂ ਬਾਹਰ ਨਾਲ ਕਨੈਕਟਡ ਹਾਂ, ਐਕਸਟਰਨਲ ਨਾਲ, ਐਕਸਟੀਰੀਅਰ ਨਾਲ, ਬਾਹਰਲੇ ਵਾਤਾਵਰਨ ਨਾਲ, ਆਲੇ ਦੁਆਲੇ ਨਾਲ। ਉਹਦੇ ਨਾਲ ਸਾਡਾ ਕਨੈਕਸ਼ਨ ਬਣਿਆ ਹੋਇਆ ਹੈ ਇਸ ਗੇਟਵੇ ਨਾਲ, ਬਹੁਤ ਵੱਡਾ ਕਨੈਕਸ਼ਨ ਹੈ। ਜੇ ਆਪਾਂ ਚਮੜੀ ਨੂੰ ਛੱਡ ਦਈਏ ਤਾਂ ਬਾਕੀ ਸਾਰਾ ਗੇਟਵੇ, ਕਿਉਂਕਿ ਅੱਗੋਂ ਗੇਟਵੇ ਨੱਕ ਤੇ ਮੂੰਹ ਤੋਂ ਸਾਂਝਾ ਹੈ, ਫੇਫੜਿਆਂ ਦਾ ਤੇ ਅੰਤੜੀਆਂ ਦਾ, ਤੇ ਅੱਗੇ ਗਲੇ ਤੋਂ ਫਿਰ ਸ਼ੁਰੂ ਹੋ ਜਾਂਦਾ, ਅਲੱਗ-ਅਲੱਗ ਹੋ ਜਾਂਦਾ। ਫੇਫੜੇ ਅੱਗੇ ਨੂੰ ਛਾਤੀ 'ਚ ਆ ਜਾਂਦੇ ਆ ਤੇ ਜਿਹੜਾ ਅੰਤੜੀਆਂ ਨੇ ਪੇਟ 'ਚ ਰਹੀ ਜਾਂਦੀਆਂ ਨੇ। ਤੇ ਪੂਰੇ ਦਾ ਪੂਰਾ ਗੇਟਵੇ ਹੈ ਜਿਹਨੇ ਕਿ ਤੁਹਾਡੇ ਅੰਦਰ ਜਾਣ ਵਾਲੀ ਚੀਜ਼ ਨੂੰ ਪਹਿਲਾਂ ਤਾਂ ਉਹਦੇ ਤੋਂ ਸੁੰਘਣਾ, ਉਹਨੂੰ ਯਾਨੀ ਕਿ ਉਹਨੂੰ ਪਛਾਣਨਾ ਹੈ ਕਿ ਇਹਦੇ 'ਚ ਕਿੰਨਾ ਚੰਗਾ ਤੇ ਕਿੰਨਾ ਮਾੜਾ, ਕੌਣ ਹੈ ਤੇ ਕੀ ਹੈ। ਕੁਦਰਤ ਨੇ ਸਾਡੇ ਸਾਰੇ ਉਹਨਾਂ ਅੰਗਾਂ ਦੇ ਵਿੱਚ ਜਿੱਥੇ ਉਹ ਬਾਹਰ ਨਾਲ ਜੁੜਿਆ ਹੋਇਆ ਹੈ, ਚਾਹੇ ਸਾਡੀ ਚਮੜੀ ਆ, ਚਾਹੇ ਸਾਡਾ ਇਹ ਗੇਟਵੇ ਆ ਜਿਹੜਾ ਕਿ ਫੇਫੜਿਆਂ ਦਾ ਤੇ ਅੰਤੜੀਆਂ ਦਾ ਸਾਂਝਾ ਹੈ, ਪਹਿਲਾਂ ਨੱਕ ਮੂੰਹ ਤੋਂ, ਫਿਰ ਅੱਗੇ ਜਾ ਕੇ ਗਲੇ ਤੋਂ ਜਾ ਕੇ ਅਲੱਗ-ਅਲੱਗ ਹੋ ਜਾਂਦੇ ਆ। ਇੱਥੇ ਇੱਕ ਬਹੁਤ ਹੀ ਸਟਰੋਂਗ ਸਿਸਟਮ ਡਿਵੈਲਪ ਕੀਤਾ ਹੋਇਆ ਜਿਹਨੂੰ ਅਸੀਂ ਕਹਿੰਦੇ ਡੈਂਡ੍ਰਿਟਿਕ ਸੈਲਸ ਸਾਡੇ ਜਸੂਸ ਹੁੰਦੇ ਆ। ਸਰੀਰ ਨੇ ਜਿਵੇਂ ਕੋਈ ਰਾਜ ਜਿਹੜਾ ਹੈ ਆਪਣੇ ਜਸੂਸ ਪਾਲ ਕੇ ਰੱਖਦਾ। ਹਰ ਕੋਈ ਵੀ ਜਿਹੜਾ ਕੋਈ ਜਿਵੇਂ ਇਹ ਸਰੀਰ ਸਾਡਾ ਜਿਹੜਾ ਇੱਕ ਕਿਸਮ ਦਾ ਸਾਡਾ ਪੂਰਾ ਟੈਰੀਟਰੀ ਹੈ ਸਾਡੀ, ਤਾਂ ਉਹ ਸਰੀਰ ਨੇ ਪੂਰੇ ਆਪਣੇ ਜਸੂਸ ਪਾਲੇ ਹੋਏ ਆ ਕਿ ਉਹ ਜਸੂਸ ਖਬਰ ਰੱਖਦੇ ਆ ਕਿ ਅੰਦਰ ਜਾਣ ਵਾਲੀ ਚੀਜ਼ ਜਿਹੜੀ ਹੈ ਉਹ ਕੋਈ ਐਸੀ ਤਾਂ ਨਹੀਂ ਹੈ ਜਿਹੜੀ ਨੁਕਸਾਨ ਕਰ ਸਕਦੀ ਹੋਵੇ। ਤਾਂ ਉਹ ਡੈਂਡ੍ਰਿਟਿਕ ਸੈੱਲ ਦੀ ਬਹੁਤ ਭਰਮਾਰ ਹੁੰਦੀ ਹੈ, ਚਮੜੀ ਦੇ ਅੰਦਰ ਵੀ ਹੁੰਦੀ ਹੈ, ਔਰ ਇਸ ਜਿਹੜਾ ਸਾਡਾ ਗੇਟਵੇ ਹੈ ਇਹਦੇ ਉੱਪਰ ਤਾਂ ਬਹੁਤ ਹੀ ਭਰਮਾਰ ਹੈ। ਮਲਟੀ ਲੇਅਰਡ ਮਲਟੀ ਟੇਅਰਡ ਸਿਸਟਮ ਹੈ ਸਾਡੇ ਕੋਲੇ ਜਿਹੜਾ ਖਬਰ ਦਿੰਦਾ ਸਰੀਰ ਨੂੰ ਕਿ ਅੰਦਰ ਜਾਣ ਵਾਲੀ ਚੀਜ਼ ਜਿਹੜੀ ਹੈ ਚੰਗੀ ਨਹੀਂ ਹੈ ਜਾਂ ਚੰਗੀ ਆ। ਜੇ ਚੰਗੀ ਹੈ ਤਾਂ ਅੱਗੋਂ ਤਿਆਰੀ ਕਰਦਾ ਸਰੀਰ ਨੂੰ ਰਿਸੀਵ ਕਰਨ ਲਈ, ਵੈਲਕਮ ਕਰਨ ਲਈ। ਜੇ ਬੁਰੀ ਹੈ ਤਾਂ ਉਹਦੇ ਉੱਪਰ ਅਟੈਕ ਕਰਨ ਲਈ ਤਿਆਰ ਹੋ ਜਾਂਦਾ। ਦੋਨੋਂ ਪਾਸੇ, ਪੋਜ਼ੀਟਿਵ ਵੀ ਤੇ ਨੈਗੇਟਿਵ ਵੀ। ਜੇ ਪੋਜ਼ੀਟਿਵ ਹੈ, ਜੇ ਉਹ ਖਾਣ ਵਾਲੀ ਚੀਜ਼ ਹੈ, ਜੇ ਉਹ ਅੰਮ੍ਰਿਤ ਹੈ, ਤਾਂ ਸਰੀਰ ਉਹਨੂੰ ਰਿਸੀਵ ਕਰਨ ਲਈ ਤੇ ਉਹਨੂੰ ਜਜ਼ਬ ਕਰਨ ਲਈ ਆਪਣੇ ਆਪ 'ਚ ਤਿਆਰੀ ਕਰ ਲੈਂਦਾ ਪਹਿਲਾਂ ਹੀ। ਤੁਹਾਨੂੰ ਸੁੰਘਣ ਸਾਰ ਹੀ ਤੁਹਾਨੂੰ ਜਦੋਂ ਖਾਣੇ ਦੀ ਖੁਸ਼ਬੂ ਆਉਂਦੀ ਹੈ ਤਾਂ ਤੁਹਾਡੀ ਭੁੱਖ ਚਮਕ ਉੱਠਦੀ ਹੈ। ਇਹਦਾ ਮਤਲਬ ਕੀ ਹੈ ਕਿ ਅੰਦਰ ਰਸ ਜਿਹੜੇ ਨੇ ਉਹ ਤਿਆਰ ਹੋਣੇ ਸ਼ੁਰੂ ਹੋ ਗਏ। ਤੁਹਾਨੂੰ ਨਹੀਂ ਭੁੱਖ ਲੱਗੀ ਹੋਈ, ਤੁਹਾਡੇ ਅਗਰ ਬਹੁਤ ਅੱਛੀ ਸੁਗੰਧੀ ਵਾਲਾ ਖਾਣਾ ਆ ਜਾਏ, ਕੋਈ ਜਿਹਦੀ ਸਮੈਲ ਫ੍ਰੈਗਰੈਂਸ ਬਹੁਤ ਅੱਛੀ ਹੋਵੇ, ਤਾਂ ਨਾਲ ਦੀ ਨਾਲ ਤੁਹਾਨੂੰ ਭੁੱਖ ਜਿਹੜੀ ਤੁਹਾਡੀ ਵੱਧ ਜਾਂਦੀ ਹੈ। ਤਾਂ ਹੀ ਆਪਾਂ ਆਪਣੇ ਖਾਣਿਆਂ ਦੇ ਅੰਦਰ ਇਹੋ ਜਿਹੇ ਪਦਾਰਥ ਪਾਉਣੇ ਆ ਜਿਨ੍ਹਾਂ ਦੀ ਫ੍ਰੈਗਰੈਂਸ ਬਹੁਤ ਅੱਛੀ ਆ, ਜਿਵੇਂ ਮਸਾਲੇ ਨੇ ਬਹੁਤ ਸਾਰੇ। ਤਾਂ ਉਹ ਆਪਾਂ ਗੱਲ ਕਰ ਰਹੇ ਸੀ ਕਿ ਜਿਹੜੇ ਸਾਡੇ ਕੋਲ ਜਸੂਸ ਨੇ ਜਿਨ੍ਹਾਂ ਨੇ ਖਬਰ ਦੇਣੀ ਹੈ ਸਰੀਰ ਨੂੰ ਕਿ ਅੱਛੀ ਚੀਜ਼ ਆ ਰਹੀ ਹੈ, ਤਿਆਰੀ ਕਰ ਲਓ ਉਹਨੂੰ ਰਿਸੀਵ ਕਰਨ ਦੀ, ਜਾਂ ਬੁਰੀ ਚੀਜ਼ ਆ ਰਹੀ ਹੈ ਇਹਨੂੰ ਤਾਂ ਬਚਣਾ, ਇਹ ਤੋਂ ਬਚਣ ਦੀ ਤਿਆਰੀ ਕਰ ਲਓ। ਤਾਂ ਉਹ ਜਿਹੜਾ ਸਿਸਟਮ ਹੈ ਉਹ ਬਹੁਤ ਕਮਾਲ ਦਾ ਸਿਸਟਮ ਹੈ। ਉਹਦੇ 'ਚ ਉਹ ਗਲਤੀ ਨਹੀਂ ਕਰਦਾ, ਉਹ ਐਨ ਪਰਫੈਕਟ ਹੈ। ਗਲਤੀ ਸਿਰਫ ਉਦੋਂ ਹੁੰਦੀ ਹੈ ਜਦੋਂ ਕੋਈ ਨਵੀਂ ਜਿਹੀ ਚੀਜ਼ ਆ ਜਾਂਦੀ ਹੈ ਜਿਹੜੀ ਉਹਨੂੰ ਪਛਾਣ ਨਹੀਂ ਆਉਂਦੀ, ਫਿਰ ਗਲਤੀ ਹੋ ਜਾਂਦੀ ਹੈ। ਕੁਝ ਚੀਜ਼ਾਂ ਨੇ ਜਿਹੜੀਆਂ ਅਸੀਂ ਪੀੜ੍ਹੀ ਦਰ ਪੀੜ੍ਹੀ ਪਰਖੀਆਂ ਹੋਈਆਂ ਨੇ,
ਸਾਡੇ ਪੁਰਖੇ ਵੀ ਉਹੀ ਖਾਂਦੇ ਸੀ, ਪੁਰਖਿਆਂ ਦੇ ਪੁਰਖੇ ਵੀ ਉਹੀ ਖਾਂਦੇ ਸੀ, ਪਤਾ ਨਹੀਂ ਕਿੰਨੀਆਂ ਪੀੜ੍ਹੀਆਂ ਤੋਂ ਉਹੀ ਚੀਜ਼ ਅਸੀਂ ਬਾਰ-ਬਾਰ ਖਾਈ ਪੀ ਜਾ ਰਹੇ ਹਾਂ। ਜਾਂ ਹਵਾ ਵੀ ਉਹੀ ਹੈ, ਪਾਣੀ ਵੀ ਉਹੀ ਹੈ, ਫੂਡ ਵੀ ਉਹੀ ਹੈ। ਤਾਂ ਸਾਡੇ ਅੰਦਰ ਸਾਡੇ ਜੀਨਸ ਤੱਕ ਵੀ ਉਹ ਸਮਝ ਘੁਸ ਗਈ ਹੋਈ ਹੈ ਕਿ ਇਹ ਚੰਗਾ ਹੈ ਮਾੜਾ, ਇਹ ਚੰਗਾ ਹੈ ਮਾੜਾ, ਸਰੀਰ ਕਲਾਸੀਫਾਈ ਕਰ ਲੈਂਦਾ ਉਹਨਾਂ ਨੂੰ। ਲੇਕਿਨ ਜੇ ਕੋਈ ਜਦੋਂ ਮੈਨ ਮੇਡ ਚੀਜ਼ ਕੋਈ ਜਾਂਦੀ ਹੈ ਕੈਮੀਕਲ ਦੀ ਸ਼ਕਲ 'ਚ, ਉਹ ਸਰੀਰ ਨੂੰ ਪਛਾਣਦਾ ਨਹੀਂ ਹੈ। ਕੋਈ ਖੇਤੀ 'ਚ ਨਵਾਂ ਕੈਮੀਕਲ ਯੂਜ਼ ਹੋ ਗਿਆ, ਕੋਈ ਫੂਡ ਇੰਡਸਟਰੀ ਨੇ ਨਵਾਂ ਕੈਮੀਕਲ ਪਾ ਦਿੱਤਾ, ਕੋਈ ਹਵਾ ਦੇ ਅੰਦਰ ਕੋਈ ਪ੍ਰਦੂਸ਼ਣ ਆ ਗਿਆ, ਕੋਈ ਪਾਣੀ 'ਚ ਪ੍ਰਦੂਸ਼ਣ ਆ ਗਿਆ, ਜਿਹਦੀ ਉਹਨੂੰ ਪਛਾਣ ਨਹੀਂ ਹੈ। ਫਿਰ ਬਾਡੀ ਬਦਲ ਜਾਂਦੀ ਹੈ ਵੀ ਹੁਣ ਇਹ ਕੀ ਹੈ, ਇਹ ਉਹਨੂੰ ਇਹ ਸਮਝੀ ਉਹਦੇ ਵੀ ਚੰਗਾ ਕਿ ਬੁਰਾ। ਉੱਥੇ ਫਿਰ ਉਹ ਕਈ ਵਾਰੀ ਜਿਹੜੀ ਨੁਕਸਾਨ ਹੋ ਜਾਂਦਾ। ਜਿਸ ਤਰ੍ਹਾਂ ਕਿਸੇ ਦੇਸ਼ ਦੇ ਜਸੂਸ ਅਗਰ ਮਾਰ ਖਾ ਜਾਣ ਤਾਂ ਉਹ ਫਿਰ ਅੱਗੇ ਤੱਕ ਉਹ ਰਾਜੇ ਨੂੰ ਵੀ ਮਰਵਾ ਸਕਦੇ ਆ। ਅਤੇ ਉਹਦਾ ਉਸ ਚੱਕਰ 'ਚ ਉਹ ਇੱਦਾਂ ਹੀ ਸਾਡੇ ਸਰੀਰ ਦਾ, ਕਿ ਜੇ ਸਾਡੇ ਸਰੀਰ ਦਾ ਜਿਹੜਾ ਇਹ ਡਿਫੈਂਸ ਸਿਸਟਮ ਹੈ, ਜਿਹੜਾ ਸਿਕਿਉਰਿਟੀ ਸਿਸਟਮ ਹੈ, ਜਿਹੜਾ ਜਸੂਸੀ ਸਿਸਟਮ ਹੈ, ਜੇ ਫੇਲ ਹੋ ਜਾਵੇ ਤਾਂ ਉਹ ਸਾਡੇ ਲਈ ਖਤਰਾ ਖੜਾ ਹੋ ਜਾਂਦਾ। ਤਾਂ ਉਹ ਕਿਤੇ ਨਾ ਕਿਤੇ ਆਪਾਂ ਨੂੰ ਉਹਦਾ ਵੀ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਅਤੇ ਉਹਦੇ ਲਈ ਆਪਾਂ ਨੂੰ ਜਿਹੜੇ ਆ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਔਰ ਸਾਫ਼ ਸੁਥਰਾ ਰੱਖਣਾ। ਕਿਉਂਕਿ ਜੇ ਸਾਫ਼ ਸੁਥਰਾ ਨਹੀਂ ਰਹੂਗਾ, ਜੇ ਮੰਨ ਲਓ ਤੁਹਾਡਾ ਮੂੰਹ ਹੀ ਸਾਫ਼ ਸੁਥਰਾ ਨਹੀਂ ਹੈ, ਗੰਦਾ ਉਹ, ਤੁਸੀਂ ਬਰੱਸ਼ ਨਹੀਂ ਕਰਦੇ, ਤੁਸੀਂ ਕੁਰਲਾ ਨਹੀਂ ਕਰਦੇ ਢੰਗ ਸਿਰ, ਤੁਸੀਂ ਵੇਲੇ ਸਿਰ ਉਹਨੂੰ ਨੱਕ ਨੂੰ ਸਾਫ਼ ਨਹੀਂ ਕਰਦੇ, ਤੁਹਾਡਾ ਨੱਕ ਬਲੌਕਡ ਹੈ, ਉਹਦੇ ਅੰਦਰ ਰੇਸ਼ਾ ਹੈ, ਥੋੜ੍ਹਾ ਕਿਤੇ ਨਾ ਕਿਤੇ ਜਿਹੜੇ ਮੂੰਹ ਦੇ ਵਿੱਚ ਕੋਈ ਐਸੀ ਗੰਦ ਚੀਜ਼ਾਂ ਖਾਈ ਜਾਂਦੇ, ਤੁਹਾਡੇ ਮੂੰਹ ਛਾਲੇ ਹੋਏ ਮੈਂ, ਤਾਂ ਸਾਰਾ ਸਿਸਟਮ ਕੀ ਕਰੇਗਾ, ਉਹ ਥੋੜ੍ਹਾ ਸਾਰਾ ਸਿਸਟਮ ਪੈਰਾਲਾਈਜ਼ ਹੋ ਜਾਏਗਾ। ਤਾਂ ਇਸ ਜਿਹੜੀ ਐਂਟਰੀ ਹੈ, ਜਿਹੜਾ ਗੇਟਵੇ ਹੈ, ਇਹਦੀ ਸਾਫ਼ ਸਫਾਈ ਬਹੁਤ ਜ਼ਰੂਰੀ ਹੈ ਕਿ ਮੈਂ ਪੂਰਾ ਤੰਦਰੁਸਤ ਹੋਣਾ ਚਾਹੀਦਾ ਕਿ ਆਉਣ ਸਾਰ। ਲੇਕਿਨ ਉਹ ਕੁਛ ਤਾਂ ਅਸੀਂ ਇਹੋ ਜਿਹਾ ਲਾਈਫ ਸਟਾਈਲ ਪਾਲ ਲਿਆ ਜਿਹਦੇ ਅੰਦਰ ਅਸੀਂ ਇਹਦੀ ਪਰਵਾਹ ਨਹੀਂ ਕਰਦੇ। ਅਤੇ ਕੁਛ ਸਾਡੀ ਜਿਹੜੀ ਸਾਡੀ ਇੰਡਸਟਰੀ ਹੈ, ਉਹ ਚਾਹੇ ਫੂਡ ਇੰਡਸਟਰੀ ਹੈ, ਚਾਹੇ ਉਹ ਕੋਈ ਇੱਦਾਂ ਦੇ ਕੈਮੀਕਲ ਯੂਜ਼ ਕਰਨ ਵਾਲੀ ਇੰਡਸਟਰੀ ਹੈ, ਉਹਨੇ ਵੀ ਸਾਨੂੰ ਇਹੋ ਜਿਹੇ ਪੁੱਠੇ ਸਿੱਧੇ ਰਾਹ ਪਾਇਆ। ਜਾਂ ਡਾਕਟਰ ਨੇ, ਈਵਨ ਮੈਡੀਕਲ ਪ੍ਰੋਫੈਸ਼ਨ ਨੇ ਬਹੁਤ, ਜਿਵੇਂ ਟੌਂਸਲਸ ਕੱਢ ਦਿੰਦੇ ਆਪਾਂ। ਹੁਣ ਸਾਡੇ ਗੇਟਵੇ ਦੇ ਤੋਂ ਸਭ ਤੋਂ ਵੱਡੇ ਫੌਜੀ ਖੜੇ ਕੀਤੇ ਆ 2 ਟੌਂਸਲ, ਉਹ ਅਸੀਂ ਕੱਢ ਕੇ ਉਹ ਮਾਰਦੇ ਹਾਂ ਬਾਹਰ ਬਿਨਾਂ ਸੋਚੇ ਸਮਝੇ ਵੀ ਉਹ ਜੀ ਤੰਗ ਕਰ ਰਹੇ ਆ, ਕੋਈ ਲੋੜ ਹੀ ਨਹੀਂ ਹੁੰਦੀ, ਕੀ ਲੋੜ ਹੈ, ਕੱਢ ਕੇ ਬਾਹਰ ਮਾਰੋ। ਤੁਸੀਂ ਇੰਡੀਅਨ ਕੋਲ ਜਾਓ, ਕਈ ਵਾਲੀ ਜੀ ਗੱਲ ਕरें ਟੌਂਸਲ ਕਢਾ ਦਿਓ ਜੀ, ਵੀ ਜਿਵੇਂ ਕੋਈ ਟੌਂਸਲ ਕੁਦਰਤ ਨੇ ਕੋਈ ਫਾਲਤੂ ਹੀ ਪਾ ਰੱਖੇ ਆ, ਵੀ ਕੋਈ ਮਤਲਬ ਹੀ ਨਹੀਂ ਹੁੰਦਾ। ਐਡੇ ਮੋਟੇ ਉਹ 2 ਅੰਡੇ ਜਿਹੜੇ ਪਾਏ ਹੋਏ ਆ ਤੁਹਾਡੇ ਗਲ 'ਚ, ਤਾਂ ਕੁਛ ਸੋਚ ਸਮਝ ਕੇ ਪਾਏ ਹੋਣਗੇ ਨਾ। ਅਤੇ ਤੁਹਾਡੇ ਸਭ ਤੋਂ ਵੱਡੇ ਜਰਨੈਲ ਖੜੇ ਕਰ ਰੱਖੇ ਉਹਨਾਂ ਨੇ ਵੱਡੇ, ਵੀ ਜਿਹੜੇ ਪਹਿਲਾਂ ਜਿਵੇਂ ਪਹਿਰੇਦਾਰ ਨਹੀਂ ਹੁੰਦਾ, ਡਾਂਗ ਲਾ ਕੇ ਖੜਾ ਹੁੰਦਾ ਗੇਟ 'ਤੇ, ਦੋ ਦੁਆਰਪਾਲ ਖੜੇ ਕਰ ਰੱਖੇ ਆ, ਅਤੇ ਤੁਸੀਂ ਮਿੰਟ ਲਾਉਂਦੇ ਹੋ ਉਹਨੂੰ ਕੱਢ ਕੇ ਉਹ ਮਾਰਦੇ ਹੋ। ਕੋਸ਼ਿਸ਼ ਹੀ ਨਹੀਂ ਕਰਦੇ ਵੀ ਇਹਨੂੰ ਬਚਾ ਲਈਏ ਅਸੀਂ। ਜਿਹੜਾ ਕਿ ਮੈਂ ਜ਼ਿੰਦਗੀ 'ਚ ਮੈਂ ਆਪਣੇ 50 ਸਾਲ ਹੋ ਗਏ ਮੈਨੂੰ ਡਾਕਟਰੀ ਦੀ ਪ੍ਰੈਕਟਿਸ ਕਰਦੇ ਨੂੰ, ਮੈਂ ਅੱਜ ਤੱਕ ਮੇਰੇ ਕੋਲ ਜਿਹੜਾ ਕੋਈ ਟੌਂਸਲ ਵਾਲਾ ਬੰਦਾ ਆ ਗਿਆ, ਮੈਂ ਨਹੀਂ ਕਿਸੇ ਦੀ ਟੌਂਸਲੈਕਟਮੀ ਹੋਣ ਦਿੱਤੀ। ਕਿਉਂਕਿ ਮੈਨੂੰ ਸ਼ੁਰੂ ਤੋਂ ਬਚਪਨ ਦੀ ਆਪਣੀ ਟੌਂਸਲੈਕਟਮੀ ਕਰਤੀ ਸੀ ਕਿਸੇ ਡਾਕਟਰ ਨੇ, ਤਾਂ ਮੈਨੂੰ ਬੜਾ ਬਿਟਰ ਐਕਸਪੀਰੀਅੰਸ ਸੀਗਾ ਕਿ ਟੌਂਸਲੈਕਟਮੀ ਤੋਂ ਬਾਅਦ ਜੋ ਬੰਦੇ ਦਾ ਮਾੜਾ ਹਾਲ ਹੁੰਦਾ, ਉਹ ਹੁਣ ਤੱਕ ਮੈਂ ਉਹਦਾ ਖਾਮਿਆਜ਼ਾ ਭੁਗਤਦਾ। ਤੁਸੀਂ ਨੋਟ ਕੀਤਾ ਹੋਣਾ ਕਿ ਮੈਂ ਜਦੋਂ ਬੋਲਦਾ ਲਗਾਤਾਰ ਤਾਂ ਖਾਂਸੀ ਉੱਠਣ ਲੱਗ ਜਾਂਦੀ ਹੈ। ਉਹ ਸਾਰਾ ਸਿਸਟਮ ਵੀਕ ਹੋ ਗਿਆ। ਉਹ ਟੌਂਸਲ ਨੇ ਇੱਕ ਸ਼ੇਪ ਸੀ ਉਹਦੀ, ਮੇਰੇ ਉਸ ਵਾਇਸ ਬਾਕਸ ਦੀ, ਉੱਥੇ ਵਾਇਸ ਬਾਕਸ ਹੈ, ਉੱਥੇ ਸਾਹ ਪ੍ਰਣਾਲੀ ਹੈ, ਉਸੇ ਫੂਡ ਪ੍ਰਣਾਲੀ ਹੈ, ਤਾਂ ਉਹ ਸਾਰੀ ਦਾ ਸ਼ੇਪ ਸੀਗੀ, ਖਾਸ ਉਹਦੀ ਤਾਕਤ ਸੀ, ਤਾਕਤ ਕਮਜ਼ੋਰ ਹੋ ਗਈ। ਅਤੇ ਮੈਂ ਉਹ ਟੌਂਸਲ ਦਾ ਆਪਰੇਸ਼ਨ ਕਰਾਤਾ, ਮਾੜਾ ਮੋਟਾ ਤੰਗ ਰਹਿੰਦਾ ਸੀਗਾ, ਚੱਕ ਕੇ ਬਾਹਰ ਮਾਰੇ ਉਹਨੇ। ਉਹ ਤੋਂ ਬਾਅਦ ਜੋ ਮੈਨੂੰ ਲਾਮਤਾਂ ਸੀ ਉਹ ਤਾਂ ਠੀਕ ਹੋਣੀਆਂ ਕੀ ਸੀਗੀਆਂ, ਉਲਟਾ ਜ਼ਿਆਦਾ ਸਾਰੀ ਉਮਰ ਮੈਂ ਉਦੋਂ ਦਾ ਹੁਣ ਤੱਕ ਦਾ ਖਾਮਿਆਜ਼ਾ ਭੁਗਤ ਰਿਹਾ। ਉਹ ਕਿਤੇ ਨਾ ਕਿਤੇ ਮੈਂ ਫਿਰ ਉਸ ਤੋਂ ਬਾਅਦ ਮੈਂ ਸਹੁੰ ਖਾ ਲਈ ਵੀ ਮੇਰੇ ਕੋਲ ਮੈਂ ਪੁੱਠਾ ਲਟਕਾਂ ਸਿੱਧਾ ਲਟਕਾਂ, ਵੀ ਮੈਂ ਨਾ ਟੌਂਸਲ ਦਾ ਆਪਰੇਸ਼ਨ ਹੋਣ ਦਿੱਤਾ ਕਿਸੇ ਬੱਚੇ ਦਾ। ਅਤੇ ਅੱਜ ਤੱਕ ਨਹੀਂ, ਮੇਰਾ ਰਿਕਾਰਡ ਹੈ ਕਿ ਮੈਂ 1972 ਤੋਂ ਲੈ ਕੇ ਡਾਕਟਰੀ 'ਚ ਹਾਂ, ਮੈਨੂੰ 50 ਸਾਲ ਹੋ ਗਏ, 72 ਤੋਂ 22 ਆ ਗਿਆ, ਤਾਂ 50 ਸਾਲਾਂ ਦੇ ਵਿੱਚ ਮੈਂ ਕਿਸੇ ਬੱਚੇ ਦੀ ਟੌਂਸਲੈਕਟਮੀ ਨਹੀਂ ਹੋਣ ਦਿੱਤੀ। ਅਤੇ ਜੇ ਮੈਂ ਕਰ ਸਕਦਾ ਤਾਂ ਬਾਕੀ ਉਹ ਨਹੀਂ ਕਰ ਸਕਦੇ। ਉਹ ਬੱਚੇ ਠੀਕ ਹੀ ਹੋ ਕੇ ਗਏ ਹੁਣ, ਮੈਨੂੰ ਚਾਹੇ ਹੋਮੋਪੈਥੀ ਵਰਤਣੀ ਪਈ, ਚਾਹੇ ਮੈਨੂੰ ਆਯੁਰਵੈਦਿਕ ਵਰਤਣਾ ਪਿਆ, ਚਾਹੇ ਮੈਂ ਫੜ ਕੇ ਆਪ ਪਰਸਨਲੀ ਨਾਲ ਜਾਂਦਾ ਹੁੰਦਾ ਸੀ। ਜੇ ਕੋਈ ਬੱਚਾ ਅੜ ਜਾਂਦਾ ਸੀ ਮੈਥੋਂ, ਅਤੇ ਮੈਂ ਪਰਸਨਲੀ ਲੈ ਕੇ ਜਾਂਦਾ ਸੀ ਉਹਨੂੰ। ਕਿਸੇ ਮੇਰੇ ਹੋਮੋਪੈਥੀ ਦੇ ਦੋਸਤ ਸੀਗੇ, ਮੇਰੇ ਆਯੁਰਵੈਦਿਕ ਵਾਲੇ ਦੋਸਤ ਸੀਗੇ, ਮੇਰੇ ਯੋਗਾ ਵਾਲੇ ਦੋਸਤ ਸੀਗੇ, ਤਾਂ ਮੈਂ ਉਹਨਾਂ ਨੂੰ ਜਾ ਕੇ ਪੁੱਛਣਾ ਵੀ ਇਹ ਬੱਚਾ ਯਾਰ ਠੀਕ ਨਹੀਂ ਹੋ ਰਿਹਾ, ਇਹਨੂੰ ਕਿਵੇਂ, ਅਤੇ ਹੋ ਜਾਂਦੇ ਸੀ ਠੀਕ, ਕਿਸੇ ਨਾ ਕਿਸੇ ਪਾਸਿਓਂ ਠੀਕ ਹੋ ਜਾਂਦੇ ਸੀ। ਬਾਅਦ 'ਚ ਹੌਲੀ ਹੌਲੀ ਮੈਨੂੰ ਆਪ ਹੀ ਸਮਝਾਉਣ ਲੱਗ ਗਈ ਵੀ ਕਿਵੇਂ ਠੀਕ ਕਰਨਾ ਇਹਨਾਂ ਨੂੰ। ਤਾਂ ਮੈਂ ਜਿਹੜਾ ਉਹਨੂੰ, ਤਾਂ ਇਹ ਜਿਹੜਾ ਹੈਗਾ ਸਿਸਟਮ, ਇਹ ਜਿਹੜਾ ਦੁਆਰਪਾਲ ਹੈ, ਦੁਆਰ ਹੈ ਜਿਹੜਾ ਸਾਡੇ ਅੰਤੜੀਆਂ ਦਾ ਅਤੇ ਫੇਫੜਿਆਂ ਦਾ, ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਤਾਂ ਆਪਾਂ ਜਨਰਲ ਜੀ ਪਹਿਲਾਂ ਮੇਰੇ ਖਿਆਲ 'ਚ ਇੱਕ ਵੀਡੀਓ 'ਚ ਆਪਾਂ ਜਨਰਲ ਜੀ ਅੰਤੜੀਆਂ ਦੀ ਗੱਲ ਕਰ ਲੈਂਦੇ ਹਾਂ,
ਕਿਉਂਕਿ ਇੱਕ ਵੀਡੀਓ ਦੇ ਅੰਦਰ ਇੰਟੈਸਟਾਈਨ ਨੂੰ ਨਾਲ ਜਸਟਿਸ ਨਹੀਂ ਹੋ ਸਕਣਾ, ਆਪਾਂ ਨੂੰ ਇੱਕ ਤੋਂ ਵੱਧ ਬਣਾਉਣੀਆਂ ਪੈਣਗੀਆਂ। ਆਪਾਂ ਅੱਜ ਕਰਦੇ ਹਾਂ ਜਨਰਲ ਇੰਟੈਸਟਾਈਨ ਦੀ ਗੱਲ, ਉੱਪਰੋਂ ਲੈ ਕੇ ਥੱਲੇ ਤੱਕ ਕੀ ਪ੍ਰੋਬਲਮਸ ਆਉਂਦੀਆਂ ਨੇ। ਫਿਰ ਆਪਾਂ ਅਗਲੀ ਵੀਡੀਓ 'ਚ ਅਲੱਗ-ਅਲੱਗ ਬਿਮਾਰੀਆਂ ਅਲੱਗ-ਅਲੱਗ ਲੈ ਲਾਂਗੇ। ਉਹਦੇ 'ਚ ਆਪਾਂ ਦੁਆਰ ਦੀ ਗੱਲ ਕਰ ਲਈ। ਦੁਆਰ ਦੇ ਵਿੱਚ ਕੀ ਦਿੱਕਤਾਂ ਆਉਣਗੀਆਂ, ਮੂੰਹ ਦੇ ਵਿੱਚ ਕੀ ਦਿੱਕਤਾਂ ਆਉਣੀਆਂ ਨੇ। ਤੁਹਾਡੀ ਦੰਦਾਂ ਦੀ ਹਾਈਜੀਨ ਠੀਕ ਨਹੀਂ ਹੈ, ਤੁਸੀਂ ਖਾਣਾ ਖਾ ਕੇ ਬਰੱਸ਼ ਨਹੀਂ ਕਰਦੇ, ਤੁਹਾਡਾ ਦੰਦ ਜਿਹੜੇ ਨੇ ਉਹਨੂੰ ਕਹੋਗੇ ਜੇ ਖਾਣਾ ਖਾ ਕੇ ਬਰੱਸ਼ ਨਹੀਂ ਕਰੋਗੇ ਤਾਂ ਉਹ ਬੈਕਟੀਰੀਆ ਗਰੋ ਕਰਨਗੇ ਤਾਂ ਉਹ ਦੰਦ ਜਿਹੜੇ ਖੋੜਾਂ ਪੈ ਜਾਣਗੀਆਂ ਤਾਂ ਉਹਦੇ 'ਚ ਇਨਫੈਕਸ਼ਨ ਹੋਏਗੀ ਤਾਂ ਸਮੈਲ ਆਉਣ ਲੱਗ ਜਾਏਗੀ, ਪੱਕਿਆ ਰਹੇਗਾ ਮੂੰਹ, ਪੱਕਿਆ ਰਹੇਗਾ, ਕੁਛ ਅੱਗੇ ਦੇ ਅੱਗੇ ਚੇਨ ਰਿਐਕਸ਼ਨ ਬਣ ਜਾਂਦਾ। ਤਾਂ ਉਹ ਆਪਣੇ ਦੰਦਾਂ ਦੀ ਸਾਫ਼ ਸਫਾਈ ਰੱਖਣੀ, ਪ੍ਰੋਪਰਲੀ ਬਰੱਸ਼ ਕਰਨਾ ਜਾਂ ਦਾਤਨ ਕਰਨਾ। ਹੁਣ ਦਾਤਨ ਕਰਨ ਦਾ ਰਿਵਾਜ਼ ਹਟਾਤਾ ਆਪਾਂ ਨੇ, ਉਹ ਕਰਨਾ। ਫਿਰ ਆਪਣਾ ਜਿਹੜਾ ਉਹ ਸਿਸਟਮ ਨੂੰ ਸਟਰੋਂਗ ਰੱਖਣਾ। ਹੁਣ ਜੇ ਆਪਾਂ ਮੂੰਹ 'ਤੇ ਇਕੱਲੀ ਇੱਕ ਵੀਡੀਓ ਬਣਾਉਣਾ ਚਾਹੀਏ ਤਾਂ ਮੂੰਹ 'ਤੇ ਵੀ ਵੀਡੀਓ ਬਣ ਸਕਦੀ ਹੈ। ਆਪਾਂ ਮੇਰੇ ਖਿਆਲ ਇੱਦਾਂ ਹੀ ਕਰਾਂਗੇ ਕਿ ਆਪਾਂ ਇਕੱਲੇ ਥਰੋਟ 'ਤੇ ਇੱਕ ਵੀਡੀਓ ਬਣਾਵਾਂਗੇ ਕਿ ਥਰੋਟ ਦੇ ਵਿੱਚ ਕੀ ਕਰ ਸਕਦੇ ਆਪਾਂ। ਫਿਰ ਫੂਡ ਪਾਈਪ ਅਤੇ ਪੇਟ 'ਤੇ ਕੀ ਕਰ ਸਕਦੇ, ਫਿਰ ਛੋਟੀਆਂ ਅੰਤਾਂ 'ਤੇ ਕੀ ਕਰ ਸਕਦੇ, ਫਿਰ ਵੱਡੀਆਂ ਅੰਤਾਂ 'ਤੇ ਕੀ ਕਰ ਸਕਦੇ। ਉਹ ਇਕੱਲੀ ਦੀਆਂ ਆਪਣੀਆਂ ਸਮੱਸਿਆਵਾਂ ਨੇ। ਤਾਂ ਆਪਾਂ ਅੱਜ ਜਨਰਲ ਗੱਲ ਕਰਦੇ ਹਾਂ, ਆਪਾਂ ਉਸ ਤੋਂ ਅੱਗੇ ਚੱਲਦੇ ਹਾਂ ਉੱਥੇ ਨਿਊਜ਼ ਦੇ। ਤਾਂ ਪਹਿਲੇ ਉਸ ਤੋਂ ਅੱਗੇ ਆ ਗਈ ਫੂਡ ਪਾਈਪ ਜਿਹੜੀ ਇੱਥੋਂ ਗਲ ਤੋਂ ਸ਼ੁਰੂ ਹੋ ਕੇ ਅਤੇ ਇੱਥੋਂ ਤੱਕ ਜਾਂਦੀ ਹੈ। ਉਹ ਲੰਬੀ ਹੁੰਦੀ ਕੋਈ ਲਗਭਗ 1.5 ਫੁੱਟ ਦੀ ਫੂਡ ਪਾਈਪ ਹੈ। ਉਹ ਸਿੰਪਲ ਪਾਈਪ ਹੈ ਜਿਹਦੇ 'ਚੋਂ ਖਾਣੇ ਨੇ ਲੰਘ ਕੇ ਪੇਟ 'ਚ ਪਹੁੰਚਣ ਲੱਗੇ। ਉਹ ਪੇਟ ਬੈਗ ਟਾਈਪ ਹੈ। ਮਸ਼ਕ ਹੁੰਦੀ ਹੈ ਨਾ। ਹਾਂ ਬਿਲਕੁਲ, ਪਾਣੀ ਵਾਲੀ ਮਸ਼ਕ ਜਿੱਦਾਂ ਦੀ ਹੁੰਦੀ ਸੀ, ਬਿਲਕੁਲ ਉਸ ਸ਼ੇਪ 'ਚ ਹੈ। ਇੱਕ ਨਈਆ ਜੀ ਜਿਹੜੇ ਉੱਥੇ ਲਟਕਾ ਕੇ ਪਾਣੀ ਪਿਲਾ ਰਹੇ ਨੇ। ਬਿਲਕੁਲ ਸਹੀ। ਜਿਹੜੀ ਚਮੜੇ ਦੀ ਮਸ਼ਕ ਹੁੰਦੀ ਸੀ ਪਹਿਲਾਂ, ਜਿਹਦੇ ਨਾਲ ਪਾਣੀ ਪਿਆਉਂਦੇ ਹੁੰਦੇ ਸੀਗੇ, ਤਾਂ ਉਹ ਉਸ ਸ਼ੇਪ 'ਚ ਹੈਗੀ ਆ। ਤਾਂ ਉਹ ਜਿਹੜੀ ਉਸ ਉੱਥੇ ਪਹੁੰਚ ਜਾਂਦਾ ਖਾਣਾ। ਹੁਣ ਉੱਥੋਂ ਦੀ ਕੀ ਪ੍ਰੋਬਲਮ ਨੇ ਪੇਟ ਦੀਆਂ। ਪੇਟ ਦੇ ਅੰਦਰ ਐਸਿਡ ਹੁੰਦਾ, ਤੇਜ਼ਾਬ ਹੁੰਦਾ, ਕੁਦਰਤ ਨੇ ਤੇਜ਼ਾਬ ਪੈਦਾ ਕੀਤਾ। ਤਾਂ ਉਹ ਤੇਜ਼ਾਬ ਕਾਹਦੇ ਵਾਸਤੇ ਪੈਦਾ ਕੀਤਾ? ਖਾਣੇ ਨੂੰ ਹਜਮ ਕਰਨ ਲਈ। ਕਿ ਬਹੁਤ ਸਾਰਾ ਖਾਣਾ ਇਹੋ ਜਿਹਾ ਹੁੰਦਾ ਹੈ ਜਿਹੜਾ ਬਿਨਾਂ ਤੇਜ਼ਾਬ ਦੇ ਹਜਮ ਹੀ ਨਹੀਂ ਹੋ ਸਕਦਾ। ਤੇਜ਼ਾਬ ਹੋਊਗਾ ਤਾਂ ਹੀ ਹਜਮ ਹੋਊਗਾ। ਉਹ ਤੇਜ਼ਾਬ ਨੇ ਹੀ ਹਜਮ ਕਰਨਾ ਉਹਨੂੰ। ਤੇਜ਼ਾਬ ਤੋਂ ਡਰੀ ਜਾਂਦੇ। ਹਾਂ, ਅਸੀਂ ਕਿ ਤੇਜ਼ਾਬ ਦੀਆਂ ਗੋਲੀਆਂ ਖਵਾਈ ਜਾਂਦੇ ਹਾਂ, ਖਾਲੀ ਪੇਟ ਵਾਲੀ ਗੋਲੀ। ਵੀ ਤੇਜ਼ਾਬ ਬਣਾਇਆ ਰੱਬ ਨੇ, ਤੁਸੀਂ ਇਹ ਸੋਚ ਤਾਂ ਲਓ ਵੀ ਜੇ ਤੇਜ਼ਾਬ ਬਣਾਇਆ ਤਾਂ ਕਿਸੇ ਮਕਸਦ ਲਈ ਬਣਾਇਆ ਨਾ। ਹੁਣ ਜੇ ਅਲਾਮਤਾਂ ਹੋ ਰਹੀਆਂ, ਜ਼ਰੂਰੀ ਤਾਂ ਤੇਜ਼ਾਬ ਦੀ ਜਾਤੀ ਕਰਕੇ ਹੋ ਰਹੀਆਂ ਹੋਣਗੀਆਂ। ਤੇਜ਼ਾਬ ਜ਼ਿਆਦਾ ਬਣ ਗਿਆ, ਉਹਦੇ ਐਂਟੀਐਸਿਡ ਪਈ ਜਾਂਦੇ, ਅਸੀਂ ਉਹ ਤੇਜ਼ਾਬ ਨੂੰ ਖਤਮ ਕਰੀ ਜਾਂਦੇ ਹਾਂ। ਜਦੋਂ ਐਨਾਲਿਸਿਸ ਕਰਕੇ ਦੇਖਦੇ ਹਾਂ ਤਾਂ ਜਿਹਨੂੰ ਅਸੀਂ ਕਹਿੰਦੇ ਹਾਂ ਤੇਜ਼ਾਬ ਜ਼ਿਆਦਾ ਬਣਦਾ, ਉਹ ਐਨਾਲਿਸਿਸ ਕਰਕੇ ਦੇਖਿਆ ਉਹਨਾਂ ਨੇ ਤੇ ਉਹ ਕਹਿੰਦੇ ਉਲਟਾ ਤੇਜ਼ਾਬ ਤਾਂ ਘੱਟ ਬਣ ਰਿਹਾ। ਅਲਾਮਤਾਂ ਆ ਰਹੀਆਂ ਦਾ ਮਤਲਬ ਇਹ ਤੇਜ਼ਾਬ ਜ਼ਿਆਦਾ ਬਣ ਰਿਹਾ ਜ਼ਰੂਰੀ। ਅਸੀਂ ਉਹਦੀ ਇੰਟਰਪ੍ਰੀਟੇਸ਼ਨ ਕਰ ਲਈ ਕਿ ਜੇ ਦਰਦ ਹੋ ਰਹੀ ਹੈ, ਜਲਨ ਹੋ ਰਹੀ ਹੈ ਤਾਂ ਤੇਜ਼ਾਬ ਵੱਧ ਬਣ ਰਿਹਾ। ਇਹ ਇੰਨਾ ਗਹਿਰਾ ਚਲਾ ਗਿਆ ਸਾਡੇ ਦਿਮਾਗਾਂ ਦੇ ਅੰਦਰ। ਡਾਕਟਰਾਂ ਦੇ ਵੀ ਗਿਆ, ਸਾਡੇ ਮਰੀਜ਼ਾਂ ਦੇ ਵੀ ਚਲਾ ਗਿਆ ਵੀ ਮੇਰੇ ਜੇ ਤੇਜ਼ਾਬ ਬਹੁਤ ਬਣਦਾ। ਆਮ ਸ਼ਬਦਾਵਲੀ ਹੋ ਗਈ, ਮੇਰੇ ਤਾਂ ਤੇਜ਼ਾਬ ਬਹੁਤ ਬਣਦਾ। ਜਦੋਂ ਟੈਸਟ ਕਰਕੇ ਦੇਖਿਆ ਉਹ ਦੇਖੋ ਤੇਜ਼ਾਬ ਤਾਂ ਨਾਰਮਲ ਨਾਲੋਂ ਘੱਟ ਬਣ ਰਿਹਾ, ਉਲਟਾ ਤੇਜ਼ਾਬ ਤਾਂ ਵੱਧ ਹੈ ਹੀ ਨਹੀਂਗਾ। ਅਲਾਮਤ ਕਿਸੇ ਹੋਰ ਗੱਲ ਕਰਕੇ ਆ। ਅਤੇ ਇਸ ਕਰਕੇ ਕਈ ਚੀਜ਼ਾਂ ਜਿਹੜੀਆਂ ਨੇ ਉਹ ਜਿਹੜੀ ਸ਼ਬਦਾਵਲੀ 'ਚ ਆ ਗਈਆਂ ਹੋਈਆਂ ਨੇ, ਉਹ ਸ਼ਬਦਾਵਲੀ 'ਚ ਨਾ ਜਾਈਏ ਆਪਾਂ। ਜਿਹੜੀ ਇਹ ਸ਼ਬਦਾਵਲੀ ਹੈ ਕਿ ਮੇਰੇ ਤੇਜ਼ਾਬ ਬਹੁਤ ਬਣਦਾ, ਸ਼ਬਦਾਵਲੀ ਹੀ ਗਲਤ ਹੈ। ਤੁਹਾਡੇ ਪੇਟ ਦੇ ਅੰਦਰ ਇੱਕ ਜਲਨ ਹੋ ਰਹੀ ਹੈ, ਦਰਦ ਹੋ ਰਹੀ ਹੈ, ਉਹਨੂੰ ਅਸੀਂ ਤੇਜ਼ਾਬ ਨਾਲ ਜੋੜ ਲਿਆ। ਅਸਲ 'ਚ ਕੀ ਹੈ? ਅਸਲ 'ਚ ਇਹ ਹੈ ਕਿ ਉਹ ਜਿਹੜੀ ਲਾਈਨਿੰਗ ਸੀਗੀ, ਜਿਹਨੇ ਜਿਹੜੀ ਪੇਟ ਦੀ ਅੰਦਰਲੀ ਝਿੱਲੀ ਹੁੰਦੀ ਹੈ, ਕੁਦਰਤ ਨੇ ਇੰਨੀ ਵਧੀਆ ਬਣਾਈ ਹੋਈ ਕਿ ਉਹ ਤੇਜ਼ਾਬ ਨੂੰ ਝੱਲ ਲੈਂਦੀ ਹੈ। ਉਹ ਤੇਜ਼ਾਬ ਉਹਨੂੰ ਨਹੀਂ ਕੁਛ ਕਹਿ ਸਕਦਾ। ਤੇਜ਼ਾਬ ਖਾਣਾ ਹਜਮ ਕਰ ਸਕਦਾ ਹੈ, ਲੇਕਿਨ ਤੇਜ਼ਾਬ ਉਸ ਝਿੱਲੀ ਦਾ ਕੁਛ ਨਹੀਂ ਵਿਗਾੜ ਸਕਦਾ, ਕਿਉਂਕਿ ਝਿੱਲੀ ਬਣਾਈ ਇੱਦਾਂ ਦੀ ਹੋਈ ਹੈ। ਹੁਣ ਝਿੱਲੀ ਖਰਾਬ ਹੋ ਗਈ, ਜਾਂ ਫਿਰ ਇਹ ਵੀ ਕਹਿ ਸਕਦੇ ਵੀ ਅੰਦਰ ਤੇਜ਼ਾਬ ਗੜਬੜ ਹੋ ਗਿਆ, ਚਾਹੇ ਘੱਟ ਬਣ ਰਿਹਾ ਚਾਹੇ ਵੱਧ ਬਣ ਰਿਹਾ। ਨਹੀਂ, ਜਿਹੜੇ ਅਲਾਮਤਾਂ ਆ ਗਈਆਂ ਨਾ ਜਲਨ ਵਾਲੀਆਂ, ਜਲਨ ਇੱਕ ਚੀਜ਼ ਇਹੋ ਜਿਹੀ ਹੈ ਜਿਹੜੀ ਫੀਲਿੰਗ ਹੁੰਦੀ ਹੈ ਜਿਵੇਂ ਅੱਗ ਲੱਗੀ ਹੁੰਦੀ ਹੈ, ਇੱਦਾਂ ਦੀ ਫੀਲਿੰਗ। ਹਾਂ, ਉਹ ਜਠਰ ਅਗਨੀ ਹੋਰ ਚੀਜ਼ ਹੋ ਗਈ। ਜਠਰ ਅਗਨੀ ਤਾਂ ਪੋਜ਼ੀਟਿਵ ਗੱਲ ਹੈ ਨਾ। ਇਹ ਜਲਨ ਹੈ ਕਿ ਜਿੱਦਾਂ ਅੱਗ ਲੱਗੀ ਹੁੰਦੀ ਅੰਦਰ, ਜਲਨ ਹੋ ਰਹੀ ਹੈ। ਅਤੇ ਜਲਨ ਬਣਾ ਲਈ, ਜੋੜ ਲਈ ਤੇਜ਼ਾਬ ਨਾਲ ਅਸੀਂ, ਕਿਉਂਕਿ ਤੇਜ਼ਾਬ ਨਾਲ ਜਲਨ ਹੁੰਦੀ ਹੈ। ਜੇ ਬਾਹਰ ਅਸੀਂ ਤੇਜ਼ਾਬ ਨੂੰ ਹੱਥ ਲਾ ਦਈਏ ਤਾਂ ਜਲਨ ਹੁੰਦੀ ਹੈ, ਅਸੀਂ ਉਹਨੂੰ ਵੀ ਜਲਨ ਤੇਜ਼ਾਬ ਨਾਲ ਜੋੜ ਰਿਹਾ। ਹੁੰਦੀ ਤੇਜ਼ਾਬ ਕਰਕੇ ਹੀ ਹੈ, ਪਰ ਉਹ ਤੇਜ਼ਾਬ ਕਰਕੇ ਇਸ ਕਰਕੇ ਨਹੀਂ ਹੁੰਦੀ ਕਿ ਤੇਜ਼ਾਬ ਜ਼ਿਆਦਾ ਹੈ, ਇਸ ਕਰਕੇ ਹੁੰਦੀ ਹੈ ਕਿ ਤੁਹਾਡੀ ਝਿੱਲੀ ਖਰਾਬ ਕਰ ਲਈ ਤੁਸੀਂ, ਅਤੇ ਜਿੰਨਾ ਕੁ ਵੀ ਤੇਜ਼ਾਬ ਹੈਗਾ ਉਹ ਤੁਹਾਨੂੰ ਜਲਨ ਕਰ ਰਿਹਾ। ਇਹਦਾ ਮਤਲਬ ਇਹ ਨਹੀਂ ਕਿ ਤੇਜ਼ਾਬ ਵੱਧ ਬਣ ਰਿਹਾ, ਇਹਦਾ ਮਤਲਬ ਇਹ ਕਿ ਜਿੰਨਾ ਕੁ ਤੇਜ਼ਾਬ ਵੀ ਹੈਗਾ ਤੁਹਾਡੀ ਝਿੱਲੀ ਉਹ ਚੱਲ ਨਹੀਂ ਰਹੀ। ਝਿੱਲੀ ਨੂੰ ਠੀਕ ਕਰਨਾ, ਨਾ ਕਿ ਤੇਜ਼ਾਬ ਘਟਾਉਣਾ। ਜੇ ਝਿੱਲੀ ਠੀਕ ਹੋ ਜਾਵੇ ਤਾਂ ਤੇਜ਼ਾਬ ਕੁਛ ਨਹੀਂ ਕਹਿੰਦਾ। ਝਿੱਲੀ ਜਿਹੜੀ ਹੈ, ਅੰਦਰਲੀ ਝਿੱਲੀ ਜਿਹੜੀ ਹੈ ਉਹ ਠੀਕ ਹੋਣੀ ਚਾਹੀਦੀ, ਉਹ ਠੀਕ ਨਹੀਂ ਹੈਗੀ ਰਹੀ। ਉਹ ਠੀਕ ਕਿਵੇਂ ਹੋ?
ਉਹ ਹੋਰ ਤਰੀਕੇ ਨੇ ਉਹਦੇ। ਆਪਾਂ ਫਿਰ ਜਦੋਂ ਸਟਮਕ ਦੀ ਗੱਲ ਕਰਾਂਗੇ ਉਹ 'ਚ ਮੈਂ ਕਰ ਲਾਂਗੇ ਆਪਾਂ ਇਹ ਚੁਲਝੀਏ ਨਾ ਜੇ, ਤੇ ਫਿਰ ਆਪਾਂ ਅੰਦਰੀਆਂ ਐਂਡ ਤੱਕ ਪਹੁੰਚਣਾ ਵੀ ਕੀ ਕਿੱਥੇ ਕੀ ਦਿੱਕਤਾਂ ਆਉਂਦੀਆਂ ਨੇ। ਜਦੋਂ ਝਿੱਲੀ ਖਰਾਬ ਹੁੰਦੀ ਹੈ ਤਾਂ ਉੱਥੇ ਫਿਰ ਅਲਸਰ ਹੋ ਜਾਂਦੇ, ਜਿਹਨੂੰ ਅਸੀਂ ਕਹਿੰਦੇ ਪੈਪਟਿਕ ਅਲਸਰ ਜਾਂ ਗੈਸਟਰਾਈਟਸ ਜਾਂ ਐਸਿਡ ਪੈਪਟਿਕ ਡਿਸੀਜ਼, ਐਸਿਡ ਰਿਫਲੈਕਸ, ਗਰਡ ਦਾ ਮਤਲਬ ਹੁੰਦਾ ਹੈ ਗੈਸਟ੍ਰੋਐਸੋਫੇਜੀਅਲ ਰੀਗੈਜੀਟੇਸ਼ਨ ਡਿਜ਼ੀਜ਼, ਰਿਫਲੈਕਸ ਡਿਜ਼ੀਜ਼, ਯਾਨੀ ਕਿ ਫੂਡ ਪਾਈਪ ਦੇ ਥੱਲੜੇ ਪਾਸੇ 'ਤੇ ਥੱਲੜੇ ਐਂਡ 'ਤੇ ਛੋਟਾ ਜਿਹਾ ਜ਼ਖਮ ਹੋ ਜਾਂਦਾ ਅਤੇ ਉਹ ਜ਼ਖਮ ਨੂੰ ਜਿਹੜਾ ਜਦੋਂ ਖਾਣਾ ਅਸੀਂ ਖਾਂਦੇ ਹਾਂ ਤਾਂ ਜਾ ਕੇ ਉਹ ਟੱਚ ਕਰਦਾ ਤੇਜ਼ਾਬ, ਤਾਂ ਫਿਰ ਪੇਨ ਹੁੰਦੀ ਹੈ ਅਤੇ ਉਹ ਫੀਲਿੰਗ ਹੁੰਦੀ ਬੜੀ ਅਜੀਬ ਜੀ, ਗੰਦੀ ਜੀ। ਤਾਂ ਇਹ ਸਾਰੇ ਉੱਥੇ ਹੁੰਦੇ ਆ, ਜਿੱਥੇ ਕਿੱਥੇ ਹੁੰਦੇ ਆ, ਫੂਡ ਪਾਈਪ ਦਾ ਲੋਅਰ ਐਂਡ, ਥੱਲੜਾ ਸਿਰਾ ਜਾਂ ਪੇਟ 'ਚ। ਉਹ ਇਸ ਕਰਕੇ ਹੁੰਦੀ ਹੈ ਕਿ ਉਹ ਕਿਸੇ ਸਾਡੇ ਕੁਛ ਕਾਰਨਾਂ ਕਰਕੇ ਉਹ ਜਿਹੜੀ ਝਿੱਲੀ ਤੇਜ਼ਾਬ, ਜਿਹੜੀ ਤੇਜ਼ਾਬ ਨੂੰ ਚੱਲਣ ਵਾਲੀ ਝਿੱਲੀ ਹੈ, ਪੱਕੀ ਝਿੱਲੀ ਹੈ, ਉਹ ਝਿੱਲੀ ਖਰਾਬ ਹੋ ਜਾਂਦੀ ਹੈ। ਉਹਦੇ ਵਿੱਚ ਕੁਛ ਮੋਰੀਆਂ ਹੋ ਜਾਂਦੀਆਂ ਨੇ ਜਿਹਨੂੰ ਅਸੀਂ, ਜਾਂ ਸੋਜਿਸ਼ ਹੋ ਜਾਂਦੀ ਹੈ ਉਹ ਜੀ, ਜਦੋਂ ਐਂਡੋਸਕੋਪੀ ਕਰਦੇ ਹਾਂ ਉਹਦੇ ਅੰਦਰ ਆਉਂਦੀ ਹੈ ਫਿਰ ਉਹ ਵੀ ਗੈਸਟਰਾਈਟਿਸ ਗ੍ਰੇਡ 1 ਗ੍ਰੇਡ 2 ਇਹ ਉਹ ਲਿਖਿਆ ਹੁੰਦਾ ਉਹਦੇ ਅੰਦਰ, ਉਹ ਕਿਤੇ ਨਾ ਕਿਤੇ ਹੋ ਜਾਂਦੀ ਹੈ। ਉਹ ਐਚ ਪੈਲੋਰੀ ਵੀ ਇੱਕ ਉਹਦੇ 'ਚ ਮਸਲਾ ਐਚ ਪੈਲੋਰੀ ਦਾ ਵੜ ਗਿਆ ਕਿ ਐਚ ਪੈਲੋਰੀ ਜਿਹੜੇ ਨੇ ਉਹ ਉੱਥੇ, ਹੁਣ ਐਚ ਪੈਲੋਰੀ ਵਾਲਾ ਵੀ ਸਾਰਾ ਜਿਹੜੀ ਸਾਇੰਸ ਹੈ ਇਹ ਬਹੁਤ ਕਮਜ਼ੋਰ ਸਾਇੰਸ ਹੈ। ਐਚ ਪੈਲੋਰੀ ਨਾਂ ਦਾ ਬੈਕਟੀਰੀਆ ਜਿਹੜਾ ਉੱਥੇ ਪੇਟ 'ਚ ਹੁੰਦਾ, ਐਚ ਪੈਲੋਰੀ ਦਾ ਬੈਕਟੀਰੀਆ ਉਹ ਬੈਕਟੀਰੀਆ ਜਿਹੜਾ ਕਿ ਐਸਿਡ ਦੇ ਵਿੱਚ ਵੀ ਪੈਦਾ ਹੋ ਸਕਦਾ, ਉਹ ਨਹੀਂ ਤਾਂ ਇੰਨੇ ਐਸਿਡ 'ਚ ਹੋਰ ਕੋਈ ਬੈਕਟੀਰੀਆ ਨਹੀਂ ਪੈਦਾ ਹੋ ਸਕਦਾ। ਐਚ ਪੈਲੋਰੀ ਇੱਕ ਬੈਕਟੀਰੀਆ ਜਿਹੜਾ ਉੱਥੇ ਪੈਦਾ ਹੋ ਸਕਦਾ। ਕੀ ਕਰਦਾ ਉਹਦਾ ਉੱਥੋਂ ਦੀ ਹੈਲਥ, ਇੱਕ ਕਿਸਮ ਦਾ ਗੱਟ ਫਲੋਰਾ ਦਾ ਪਾਰਟ ਹੀ ਹੈ ਉਹ ਐਚ ਪੈਲੋਰੀ ਵੀ, ਲੇਕਿਨ ਉਹ ਪੇਟ 'ਚ ਰਹਿੰਦਾ, ਉਹ ਬਾਕੀ ਗੱਟ ਫਲੋਰਾ ਥੱਲੇ ਰਹਿੰਦਾ ਲਾਰਜ ਗੱਟ 'ਚ, ਉਹ ਪੇਟ ਤੱਕ ਆ ਜਾਂਦਾ। ਹੁਣ ਉਹਨੂੰ ਜੇ ਡਾਕਟਰਾਂ ਨੇ ਜੋੜ ਲਿਆ ਵੀ ਐਚ ਪੈਲੋਰੀ ਵੱਧ ਜਾਂਦਾ ਜੀ, ਇਸ ਕਰਕੇ ਪ੍ਰੋਬਲਮ ਹੁੰਦੀ ਹੈ। ਐਚ ਪੈਲੋਰੀ ਨੂੰ ਮਾਰੀ ਜਾਂਦੇ ਆ, ਐਚ ਪੈਲੋਰੀ ਜਿੰਨਾ ਮਰਜ਼ੀ ਮਾਰ ਲਓ, ਤੁਹਾਡੀ ਝਿੱਲੀ ਕਮਜ਼ੋਰ ਹੈ, ਉਹ ਤੰਗ ਕਰ ਰਹੀ ਹੈ, ਉਹ ਠੀਕ ਕਰੋਗੇ ਐਚ ਪੈਲੋਰੀ ਵੀ ਹਟ ਜਾਂਦਾ, ਕਿਉਂਕਿ ਉੱਥੇ ਤੇਜ਼ਾਬ, ਐਚ ਪੈਲੋਰੀ ਉਦੋਂ ਹੀ ਆਏਗਾ ਜਦੋਂ ਉਲਟਾ ਤੇਜ਼ਾਬ ਉੱਥੇ ਘਟ ਜਾਂਦਾ, ਸਗੋਂ ਕਿ ਤੁਹਾਡੀ ਝਿੱਲੀ ਖਰਾਬ ਹੋ ਗਈ, ਉਹ ਚੱਲ ਨਹੀਂ ਰਹੀ, ਤੇਜ਼ਾਬ ਨੂੰ ਕੁਦਰਤ ਥੋੜ੍ਹਾ ਤੇਜ਼ਾਬ ਘਟਾ ਦਿੰਦੀ ਹੈ ਵੀ ਇਹ ਬੰਦਾ ਹੀ ਮਰ ਨਾ ਜਾਵੇ ਕਿਤੇ, ਲੇਕਿਨ ਫਿਰ ਵੀ ਤੁਹਾਨੂੰ ਅਲਾਮਤਾਂ ਆਈ ਜਾ ਰਹੀਆਂ ਕਿਉਂਕਿ ਤੁਹਾਡੀ ਝਿੱਲੀ 'ਚ ਸੋਜਾ ਆ ਗਿਆ ਜਾਂ ਜ਼ਖਮ ਹੋ ਗਿਆ। ਸੋ ਉਹਨਾਂ ਨੂੰ ਜ਼ਖਮਾਂ ਨੂੰ ਕਿਵੇਂ ਠੀਕ ਕਰਨਾ ਹੈ, ਉਹਨੂੰ ਸੋਜੇ ਨੂੰ ਕਿਵੇਂ ਠੀਕ ਕਰਨਾ, ਜਾਂ ਜਿਹੜੀ ਝਿੱਲੀ ਕਮਜ਼ੋਰ ਹੋ ਗਈ ਉਹਨੂੰ ਕਿਵੇਂ ਠੀਕ ਕਰਨਾ, ਉਹ ਆਪਾਂ ਜਦੋਂ ਪੇਟ ਦੀ ਗੱਲ ਆਊਗੀ ਉੱਥੇ ਕਰ ਲਾਂਗੇ। ਸੋ ਇਹ ਹੋ ਗਈ ਉੱਥੋਂ ਦੀ ਗੱਲ। ਉਹ ਜਿਹੜਾ ਪਹਿਲਾ ਛੋਟੀ ਆਂਤ ਦਾ ਪਹਿਲਾ ਹਿੱਸਾ ਡਿਊਡੀਨਮ ਹੈ, ਉੱਥੇ ਵੀ ਜਿਵੇਂ ਫੂਡ ਪਾਈਪ ਦੇ ਲੋਅਰ ਐਂਡ 'ਤੇ ਵੀ ਜਿਹੜਾ ਹੈਗਾ ਅਲਸਰ ਹੋ ਸਕਦੇ ਆ, ਇੱਦਾਂ ਹੀ ਡਿਊਡੀਨਮ ਦੇ ਪਹਿਲੇ ਪਾਰਟ 'ਤੇ ਵੀ ਅਲਸਰ ਹੋ ਸਕਦੇ, ਕਿਉਂਕਿ ਉੱਪਰ ਵੀ ਤੇਜ਼ਾਬ ਜਾ ਸਕਦਾ, ਥੱਲੇ ਵੀ ਤੇਜ਼ਾਬ ਚਲਾ ਜਾਂਦਾ। ਸੋ ਦੋਨਾਂ ਸਿਰਿਆਂ ਦੇ ਤੇਜ਼ਾਬ ਮਾਰ ਕਰਦਾ ਪੇਟ ਤੋਂ ਇਲਾਵਾ, ਕਿਉਂਕਿ ਪੇਟ ਜਿਹੜਾ ਹੈ ਉਹਦੀ ਝਿੱਲੀ ਤਾਂ ਬਹੁਤ ਮਜ਼ਬੂਤ ਹੈ, ਲੇਕਿਨ ਉਹਦੀ ਜਿਹੜੀ ਫੂਡ ਪਾਈਪ ਦੀ ਥੱਲੜਾ ਸਿਰਾ ਹੈ ਉਹਦੀ ਝਿੱਲੀ ਬਹੁਤੀ ਮਜ਼ਬੂਤ ਨਹੀਂ ਹੈ। ਜਦੋਂ ਉਹਨੂੰ ਤੇਜ਼ਾਬ ਟੱਚ ਕਰਦਾ ਤਾਂ ਉਹ ਜ਼ਖਮ ਹੋ ਜਾਂਦੇ ਆ ਉੱਥੇ। ਇੱਦਾਂ ਹੀ ਡਿਊਡੀਨਮ ਦਾ ਪਹਿਲਾ ਹਿੱਸਾ ਵੀ ਬਹੁਤ ਸਖਤ ਨਹੀਂ ਹੈ ਉਹਦੀ ਝਿੱਲੀ, ਉੱਥੇ ਜੇ ਅਗਰ ਤੇਜ਼ਾਬ ਜਾਏਗਾ ਤਾਂ ਉਹ ਵੀ ਖਰਾਬ ਕਰੇਗਾ ਉਹਨੂੰ। ਤਾਂ ਉਸ ਤੋਂ ਦੋਨਾਂ ਸਿਰਿਆਂ ਦੇ ਉੱਪਰ ਤੇਜ਼ਾਬ ਜਿਹੜੇ ਇੱਥੋਂ ਦੀ ਇੰਨੀ ਕੁ ਬਿਮਾਰੀਆਂ ਹੁੰਦੀਆਂ ਇੱਥੇ, ਜਾਂ ਕਿਸੇ ਐਚ ਪੈਲੋਰੀ ਦੇ ਨਾਂ 'ਤੇ ਹੁੰਦੀ ਹੈ, ਜਾਂ ਗਰਡ ਦੇ ਨਾਂ 'ਤੇ ਹੁੰਦੀ ਹੈ, ਜਾਂ ਐਸਿਡ ਰਿਫਲਕਸ ਦੇ ਨਾਂ 'ਤੇ ਹੁੰਦੀ ਹੈ, APD ਦੇ ਨਾਂ 'ਤੇ ਹੁੰਦੀ ਹੈ, ਜਾਂ ਗੈਸਟਰਾਈਟਿਸ ਦੇ ਨਾਂ 'ਤੇ ਹੁੰਦੀ ਹੈ, ਜਾਂ ਤੇਜ਼ਾਬੀ ਮਾਦਾ, ਤੇਜ਼ਾਬ ਜ਼ਿਆਦਾ ਬਣਦਾ, ਇਹੋ ਜਿਹਾ ਇਹ ਸਾਰਾ ਕੁਛ ਹੁੰਦਾ। ਅਤੇ ਉਹ ਫੂਡ ਪਾਈਪ ਦਾ ਲੋਅਰ ਐਂਡ ਤੋਂ ਲੈ ਕੇ ਪੇਟ ਤੋਂ ਲੈ ਕੇ ਫਿਰ ਡਿਊਡੀਨਮ ਦੇ ਪਹਿਲੇ ਪਾਰਟ ਤੱਕ ਇੰਨਾ ਕੁਛ ਹੁੰਦਾ। ਇਸ ਤੋਂ ਬਾਅਦ ਬਹੁਤੀਆਂ ਬਿਮਾਰੀਆਂ ਹੋਰ ਨਹੀਂ ਹੁੰਦੀਆਂ। ਅੱਗੇ ਆਈਏ ਆਪਾਂ ਛੋਟੀ ਆਂਤ 'ਤੇ। ਹੁਣ ਛੋਟੀ ਆਂਤ ਜਿਹੜੀ ਹੈ ਇਹ ਬਹੁਤ ਲੰਬੀ ਹੁੰਦੀ ਹੈ, ਇਹ ਘੱਟੋ ਘੱਟ ਵੀ ਜੇ ਆਪਾਂ ਉਹਨੂੰ ਫੋਲਡ ਕੀਤੇ ਨੂੰ ਮੇਰੇ ਖਿਆਲ 5-6 ਮੀਟਰ ਤੱਕ ਹੋ ਜਾਂਦੀ ਹੋਣੀ ਆ। 28 ਫੁੱਟ ਕਿ 27 ਫੁੱਟ? ਹਾਂ, ਕਿੰਨੇ ਮੀਟਰ ਬਣੀ? 8 ਮੀਟਰ ਬਣ ਗਈ, 8-9 ਮੀਟਰ ਬਣ ਗਈ। ਸੋ ਉਹ ਇੱਦਾਂ ਕੁਦਰਤ ਨੇ ਉਹਨੂੰ ਸੱਪ ਵਾਂਗੂ ਵਲ ਪਾ ਕੇ ਉਹ ਥੋੜ੍ਹੀ ਜਿਹੀ ਥਾਂ 'ਚ ਉਹਨੂੰ ਅਕੋਮੋਡੇਟ ਕੀਤਾ ਹੋਇਆ। ਉਹਨੂੰ ਇਸ ਢੰਗ ਨਾਲ ਉਹਦੀ ਪੈਕਿੰਗ ਕਮਾਲ ਦੀ ਹੈ, ਉਹਦੀ ਪੇਟ ਦੀ ਪੈਕਿੰਗ। ਜੇ ਤੁਸੀਂ ਉਹਨੂੰ ਖੋਲ੍ਹ ਕੇ ਜਦੋਂ ਪੇਟ ਦੇਖਦੇ ਆ ਤਾਂ ਮਤਲਬ ਤੁਸੀਂ ਆਸ਼ਾ ਕਰ ਉੱਠਦੇ ਹੋ ਵੀ ਐਡੀ ਪੈਕਿੰਗ ਕੋਈ ਬੰਦਾ ਮਨੁੱਖ ਨਹੀਂ ਕਰ ਸਕਦਾ, ਪਰਮਾਤਮਾ ਹੀ ਕਰ ਸਕਦਾ। ਜਿੱਦਾਂ ਦੀ ਪੈਕਿੰਗ ਪੇਟ ਦੀ ਹੋਈ ਵੀ ਹੈ, ਇੱਦਾਂ ਦੀ ਪੈਕਿੰਗ ਕੋਈ ਮਨੁੱਖ ਨਹੀਂ ਕਰ ਸਕਦਾ। ਜੇ ਮਨੁੱਖ ਚਾਹੇ ਮੈਂ ਇੱਦਾਂ ਪੈਕ ਕਰ ਦੂੰਗਾ ਇੰਨੇ ਅੰਗ, ਇੰਨੇ ਕੁ ਪੇਟ 'ਚ, ਦੇਖਣ ਨੂੰ ਪੇਟ ਕਿੱਡਾ ਕੁ ਲੱਗਦਾ, ਛੋਟਾ ਜਿਹਾ, ਲੇਕਿਨ ਜੇ ਪਤਾ ਨਹੀਂ ਕਿਆ ਕੁਛ ਪੈਕ ਕਰ ਰੱਖਿਆ। ਸਾਰਾ ਦੁਨੀਆ ਭਰ ਦਾ ਜਿੰਨਾ ਸਿਸਟਮ ਹੈ ਸਾਰਾ, ਹਜਮ ਕਰਨ ਵਾਲਾ ਕੀ, ਖੂਨ ਨੂੰ ਕੰਟਰੋਲ ਕਰਨ ਵਾਲਾ ਕੀ, ਟੌਕਸਿਟੀ, ਜਿਗਰ ਵੀ ਉੱਥੇ ਪੈਕ ਕਰਤਾ, ਤਿੱਲੀ ਵੀ ਉੱਥੇ ਪੈਕ ਕਰਤੀ, ਪੇਟ ਵੀ ਹੈ, ਛੋਟੀ ਆਂਤ ਵੀ ਹੈ, ਬੜੀ ਆਂਤ ਵੀ ਹੈ, ਪਰ ਸਾਰਾ ਕੁਝ ਉੱਥੇ ਪੈਕ ਕੀਤਾ ਪਿਆ। ਹਾਂ, ਸਾਰਾ ਕੁਝ। ਤਾਂ ਉਹ ਕਿਤੇ ਨਾ ਕਿਤੇ ਇੰਨੀ ਪੈਕਿੰਗ ਹੈ ਵਧੀਆ। ਤਾਂ ਉਹਦੇ ਛੋਟੀ ਆਂਤ ਜਿਹੜੀ ਸਭ ਤੋਂ ਲੰਬੀ ਹੁੰਦੀ ਹੈ। ਹੁਣ ਛੋਟੀ ਆਂਤ ਦਾ ਕੰਮ ਕੀ ਹੈ? ਛੋਟੀ ਆਂਤ ਦਾ ਕੰਮ ਇਹ ਹੈ ਕਿ ਉੱਥੇ ਰਸ ਆਉਣੇ ਆ,
ਤੇ ਉਹਨਾਂ ਰਸਾਂ ਨੇ ਖਾਣੇ ਨੂੰ ਹਜਮ ਕਰਨਾ। ਉਹ ਰਸ ਕਿੱਥੋਂ ਕਿੱਥੋਂ ਆਉਂਦੇ ਆ? ਉਹ ਰਸ ਇੱਕ ਤਾਂ ਉਹਦੀ ਝਿੱਲੀ ਹੈ ਜਿਹੜੀ ਅੰਤੜੀਆਂ ਦੀ, ਉਹਨੇ ਪੈਦਾ ਕਰਨੇ ਆ ਕੁਛ ਰਸ। ਤਾਂ ਉਹ ਰਸ ਜਿਹੜੇ ਹੁੰਦੇ ਆ, ਫੂਡ ਕਿਹੜਾ ਹਜਮ ਹੋਣ ਵਾਲਾ ਹੁੰਦਾ? ਕਾਰਬੋਹਾਈਡਰੇਟ ਹਜਮ ਹੋਣੇ ਆ, ਫੈਟ ਹਜਮ ਹੋਣੇ ਆ, ਤੇ ਪ੍ਰੋਟੀਨ ਹਜਮ ਹੋਣੇ ਆ। ਤਿੰਨਾਂ ਨੂੰ ਹਜਮ ਕਰਨ ਵਾਲੇ ਰਸ ਅਲੱਗ ਅਲੱਗ ਨੇ। ਸੋ ਉਹ ਸਾਰੇ ਰਸ ਜਿਹੜੇ ਨੇ ਉਹ ਪੈਦਾ ਹੁੰਦੇ ਆ ਤੇ ਆਉਂਦੇ ਆ ਉੱਥੇ। ਉਹ ਲਾਰ ਤੋਂ ਸ਼ੁਰੂ ਹੋ ਜਾਂਦੇ ਆ ਤੇ ਐਂਡ ਤੱਕ ਚੱਲਦੇ ਆ ਥੋੜ੍ਹਾ। ਸਭ ਤੋਂ ਜ਼ਿਆਦਾ ਛੋਟੀ ਆਂਤ 'ਚ ਹੈ, ਸਭ ਤੋਂ ਜ਼ਿਆਦਾ ਛੋਟੀ ਆਂਤ 'ਚ ਹੈ। ਛੋਟੀ ਆਂਤ ਦਾ ਜਿਹੜਾ ਕੰਮ ਹੈ ਇੱਥੇ, ਛੋਟੀ ਆਂਤ ਦੀਆਂ ਬਿਮਾਰੀਆਂ ਆਮ ਤੌਰ 'ਤੇ ਬਹੁਤ ਜ਼ਿਆਦਾ ਨਹੀਂ ਹੈਗੀਆਂ। ਇਹਦੇ 'ਚ ਜ਼ਿਆਦਾ ਉਹੀ ਹੁੰਦਾ ਜਿਹੜਾ ਜਦੋਂ ਕੋਈ ਤੁਸੀਂ ਇਨਫੈਕਟਡ ਫੂਡ ਖਾ ਲਿਆ, ਉਦੋਂ ਫਿਰ ਉਹਦੇ ਅੰਦਰ ਜਦੋਂ ਕੋਈ ਬਹੁਤ ਜ਼ਿਆਦਾ ਕੋਈ ਤੁਸੀਂ ਬੇਹਾ ਖਾ ਲਿਆ, ਕੋਈ ਬਹੁਤ ਜ਼ਿਆਦਾ ਇਨਫੈਕਟਡ ਫੂਡ ਬਾਹਰੋਂ ਢਾਬੇ ਟੁੱਬੇ ਤੋਂ ਖਾ ਲਿਆ, ਹੋਟਲ ਤੋਂ ਖਾ ਲਿਆ। ਉਹ ਕਿਹੜੇ ਫੂਡ ਹੁੰਦੇ ਆ? ਉਹ ਫੂਡ ਜਿਹੜੇ ਤੁਸੀਂ ਕੱਚੇ ਖਾਂਦੇ ਹੋ, ਬਿਨਾਂ ਪੱਕੇ। ਉਹਦੇ ਨਾਲ ਜਿਹੜੀ ਫੂਡ ਪਾਇਜ਼ਨਿੰਗ ਹੁੰਦੀ ਹੈ, ਫਿਰ ਉਹ ਛੋਟੀ ਆਂਤ ਦੀ ਬਹੁਤੀ ਉਹਦੇ ਛੋਟੀ ਆਂਤ ਜਿਹੜੀ ਆ ਉਹਦੇ 'ਚ ਇਨਫਲੈਮੇਸ਼ਨ ਹੋ ਜਾਂਦੀ ਹੈ, ਜਿਹਦੇ ਨਾਲ ਤੁਹਾਨੂੰ ਉਲਟੀਆਂ ਤੇ ਟੱਟੀਆਂ ਲੱਗ ਜਾਂਦੀਆਂ। ਠੀਕ ਹੈ, ਉਲਟੀਆਂ ਟੱਟੀਆਂ ਲੱਗ ਜਾਂਦੀਆਂ, ਦਸਤ ਲੱਗ ਜਾਂਦੇ ਆ। ਜੇ ਬਹੁਤ ਜ਼ਿਆਦਾ ਖਰਾਬ ਹੋਵੇ ਖਾਣਾ ਤਾਂ ਉਲਟੀ ਲੱਗ ਜਾਂਦੀ ਹੈ। ਫਿਰ ਪੇਟ ਜਿਹੜਾ ਸਿਸਟਮ ਹੈ ਬਹੁਤ ਬੁਰੀ ਤਰ੍ਹਾਂ ਰਿਐਕਟ ਕਰਦਾ, ਉਹਨੂੰ ਅੰਦਰ ਜਾਣ ਨਹੀਂ ਦਿੰਦਾ, ਰੋਕ ਲੈਂਦਾ ਉੱਥੇ ਹੀ। ਉਹਨੂੰ ਇਹ ਇੰਨਾ ਖਰਾਬ ਹੁੰਦਾ ਉਹ ਕਿ ਉਹਨੂੰ ਖਤਰਾ ਪੈ ਜਾਂਦਾ ਵੀ ਜੇ ਥੱਲੇ ਗਿਆ ਤਾਂ ਇਹ ਖਤਰਾ ਖੜਾ ਕਰ ਸਕਦਾ। ਫਿਰ ਉਹਨੂੰ ਵਾਪਸ ਮੁੜ ਦਿੰਦਾ ਵੀ ਚੱਲ ਬਾਹਰ ਨਿਕਲ ਤੋਂ। ਅਤੇ ਜੇ ਥੋੜ੍ਹਾ ਜਿਹਾ ਘੱਟ ਹੋਵੇ ਤਾਂ ਫਿਰ ਉਹਨੂੰ ਬਾਹਰ ਕੱਢਣਾ ਕਿਉਂਕਿ ਜ਼ਿਆਦਾ ਔਖਾ ਹੈ, ਉਲਟੀ ਕਰਨੀ ਬਹੁਤ ਔਖੀ ਹੁੰਦੀ ਹੈ। ਫਿਰ ਉਹਨੂੰ ਕਹਿੰਦਾ ਵੀ ਤੂੰ ਜਾ, ਕੋਈ ਗੱਲ ਨਹੀਂ, ਥੱਲਿਓਂ ਕੱਢ ਦਾਂਗੇ ਇਹਨੂੰ। ਫਿਰ ਉਹ ਦਸਤ ਲਾ ਦਿੰਦਾ। ਸੋ ਜਦੋਂ ਦਸਤ ਲੱਗਦੇ ਆ ਤਾਂ ਇਹਦਾ ਮਤਲਬ ਜਿਹੜਾ ਫੂਡ ਦੇ ਅੰਦਰ ਜਿਹੜਾ ਟੌਕਸਿਕ ਮਾਦਾ ਸੀਗਾ, ਬਿਮਾਰ ਕਰਨ ਵਾਲਾ ਮਾਦਾ ਸੀਗਾ, ਉਹ ਥੋੜ੍ਹਾ ਜਿਹਾ ਸਹਿੰਦਾ ਸੀਗਾ। ਜੇ ਬਹੁਤ ਜ਼ਿਆਦਾ ਗੰਦਾ ਹੋਏਗਾ ਤਾਂ ਫਿਰ ਉਹਨੂੰ ਬਰਦਾਸ਼ਤ ਹੀ ਨਹੀਂ ਕਰੇਗਾ ਜਿਹੜਾ ਸਰੀਰ ਹੈ, ਉਹਨੂੰ ਉਲਟੀ ਕਰਨ ਦੀ ਕੋਸ਼ਿਸ਼, ਉਲਟੀ ਨਹੀਂ ਬਾਹਰ ਕੱਢਣ ਦੀ ਕੋਸ਼ਿਸ਼ ਕਰੇਗਾ। ਸੋ ਉਲਟੀਆਂ ਤੇ ਟੱਟੀਆਂ ਜਦੋਂ ਲੱਗਦੀਆਂ ਨੇ ਤਾਂ ਜ਼ਿਆਦਾ ਉਹਦੇ 'ਚ ਛੋਟੀ ਆਂਤ ਮਾਰਚ ਆਉਂਦੀ ਹੈ। ਉਸ ਤੋਂ ਇਲਾਵਾ ਛੋਟੀ ਆਂਤ ਦੀਆਂ ਬਹੁਤ ਬਿਮਾਰੀਆਂ ਨਹੀਂ ਹੁੰਦੀਆਂ। ਕ੍ਰੋਨਜ਼ ਡਿਜ਼ੀਜ਼ ਹੁੰਦੀ ਹੈ ਕਿ ਉਹ ਆਟੋਮਿਊਨ ਡਿਸਆਰਡਰ ਹੈ, ਉਹਨੂੰ ਆਪਾਂ ਬੜੀ ਆਂਤ ਦੇ ਨਾਲ ਕਵਰ ਕਰ ਲਾਂਗੇ। ਸੰਗ੍ਰਹਿਣੀ ਆਪਾਂ ਦੋਨਾਂ ਨੂੰ ਕਹਿ ਦਿੰਦੇ ਵੈਸੇ, ਅਲਸਰੇਟਿਵ ਕੋਲਾਈਟਿਸ ਨੂੰ ਵੀ ਤੇ ਕ੍ਰੋਨਜ਼ ਡਿਜ਼ੀਜ਼ ਨੂੰ ਵੀ। ਕ੍ਰੋਨਜ਼ ਡਿਜ਼ੀਜ਼ ਦੇ ਅੰਦਰ ਜਿਹੜੀ ਅਲਸਰੇਸ਼ਨ ਹੈ ਛੋਟੀ ਆਂਤ 'ਚ ਵੀ ਹੁੰਦੀ ਹੈ ਤੇ ਬੜੀ 'ਚ ਵੀ ਹੁੰਦੀ ਹੈ। ਅਲਸਰੇਟਿਵ ਕੋਲਾਈਟਿਸ ਇਕੱਲੇ ਬੜੀ ਆਂਤ 'ਚ ਹੁੰਦੀ ਹੈ। ਇੰਨਾ ਕੁ ਫਰਕ ਹੈ, ਬਾਕੀ ਦੋਨੋਂ ਬਿਮਾਰੀਆਂ ਲਗਭਗ ਮਿਲਦੀਆਂ ਜੁਲਦੀਆਂ ਨੇ। ਅਤੇ ਇਹਨੂੰ ਕਿਤੇ ਨਾ ਕਿਤੇ ਕਣਕ ਨਾਲ ਜੋੜਿਆ ਗਿਆ, ਸੀਲੀਏਕ ਡਿਜ਼ੀਜ਼ ਨਾਲ, ਉਹਦੇ ਨਾਲ ਵੀਟ ਐਲਰਜੀ ਨਾਲ ਵੀ ਜੋੜਦੇ ਆ। ਸੰਗ੍ਰਹਿਣੀ ਨੂੰ ਵੀ ਵੀਟ ਐਲਰਜੀ ਨਾਲ, ਸੰਗ੍ਰਹਿਣੀ ਨੂੰ ਵੀ ਕਿਤੇ ਨਾ ਕਿਤੇ ਜੁੜਦੀ ਆ, ਕਿਸੇ ਨਾ ਕਿਸੇ ਨਾਲ। ਆਟੋਮਿਊਨ ਡਿਸਆਰਡਰ ਕਹਿੰਦੇ ਹੁਣ। ਉਹ ਆਪਾਂ ਜਦੋਂ ਅੰਤੜੀਆਂ ਦੀ ਗੱਲ ਕਰਾਂਗੇ ਤਾਂ ਉਹਦੇ 'ਚ ਆਟੋਮਿਊਨ ਡਿਸਆਰਡਰ ਸੰਗ੍ਰਹਿਣੀ ਨੂੰ ਡੀਲ ਕਰ ਲਾਂਗੇ। ਅਤੇ ਇਹ ਛੋਟੀ ਆਂਤ ਦੇ ਮਾਮਲੇ 'ਚ ਮੇਰੇ ਖਿਆਲ 'ਚ ਛੋਟੀ ਆਂਤ ਦੇ ਵਿੱਚ ਆ ਕੇ ਖੁੱਲ੍ਹਦਾ ਉਹ ਲਿਵਰ ਦਾ ਸਿਸਟਮ, ਉਹਦੀ ਗੱਲ ਕਰ ਲੈਂਦੇ ਹਾਂ। ਜਿਹੜੀ ਲਿਵਰ ਦੇ ਰਸ ਨੇ, ਲਿਵਰ ਨੂੰ ਮਲਟੀਪਲ ਕੰਮ ਦਿੱਤੇ ਹੋਏ ਕੁਦਰਤ ਨੇ। ਲਿਵਰ ਵੀ ਜਿਹੜੀਆਂ ਅੰਤੜੀਆਂ ਦਾ ਹਿੱਸਾ ਹੈ। ਲਿਵਰ ਨੂੰ ਗੈਸਟਰੋ ਇੰਟੈਸਟਾਈਨਲ ਸਿਸਟਮ ਦਾ ਪਾਰਟ ਮੰਨਿਆ ਜਾਂਦਾ। ਕਿਉਂਕਿ ਇਹਨੇ ਫੂਡ ਨੂੰ ਹਜਮ ਕਰਨ 'ਚ ਬਹੁਤ ਵੱਡਾ ਰੋਲ ਪਲੇ ਕਰਦਾ। ਹਾਲਾਂਕਿ ਲਿਵਰ ਕੋਲੇ ਬਹੁਤ ਜ਼ਿਆਦਾ ਰੋਲ ਨੇ, ਲੇਕਿਨ ਫੂਡ ਹਜਮ ਕਰਨਾ, ਯਾਨੀ ਪਰਟੀਕੂਲਰਲੀ ਫੈਟ ਹਜਮ ਕਰਨਾ, ਜਿਹੜੀ ਚਰਬੀ ਨੂੰ ਹਜਮ ਕਰਨਾ, ਚਰਬੀ ਨੂੰ ਤੋੜ ਕੇ ਫੈਟੀ ਐਸਿਡ ਅਲੱਗ ਕਰ ਦੇਣੇ, ਗਲਿਸਰੋਲ ਅਲੱਗ ਕਰ ਦੇਣੀ ਹੈ। ਸਾਨੂੰ ਫੈਟੀ ਐਸਿਡ ਚਾਹੀਦੇ ਆ ਸਾਡਾ ਜਿਹੜਾ ਆਪਣਾ ਫੈਟ ਬਣਾਉਣ ਲਈ, ਸਾਡਾ ਜਿਹੜਾ ਫੈਟ ਚਾਹੀਦਾ ਸਾਨੂੰ ਬਾਡੀ ਬਿਲਡਿੰਗ ਲਈ, ਉਹ ਫੈਟ ਜਦੋਂ ਬਣਦਾ ਤਾਂ ਉਹਨੂੰ ਫੈਟੀ ਐਸਿਡ ਚਾਹੀਦੇ ਹੁੰਦੇ ਆ। ਉਹ ਫੈਟੀ ਐਸਿਡ ਹਜਮ ਕਰਕੇ ਅਲੱਗ ਕੱਢਣੇ ਹੁੰਦੇ ਆ। ਤਾਂ ਉਹਦੇ 'ਚ ਰੋਲ ਲਿਵਰ ਦਾ ਆਉਂਦਾ ਕਿ ਲਿਵਰ ਦੇ ਜਿਹੜੇ ਰਸ ਨੇ ਉਹ ਪਹਿਲਾਂ ਗਲ ਬਲੈਡਰ ਸਟੋਰ ਹੁੰਦੇ ਆ ਕੇ ਉਹ ਬਾਈਲ ਬਣ ਜਾਂਦਾ, ਉਹਨੂੰ ਬਾਈਲ ਕਹਿੰਦੇ ਆ, ਬਾਈਲ ਬਣ ਜਾਂਦਾ। ਫਿਰ ਜਦੋਂ ਹੀ ਅਸੀਂ ਖਾਣਾ ਖਾਂਦੇ ਹਾਂ, ਜਿਸ ਖਾਣੇ 'ਚ ਖਾਸ ਕਰਕੇ ਫੈਟ ਹੁੰਦਾ, ਦੇਖੋ ਕਿੰਨੀ ਇੰਟੈਲੀਜੈਂਟ ਹੈ ਬਾਡੀ 'ਚ ਮੈਸੇਜ ਚਲਾ ਜਾਂਦਾ ਕਿ ਫੈਟ ਆ ਰਿਹਾ। ਜਦੋਂ ਫੈਟ ਆ ਰਿਹਾ ਹੋਵੇ ਤਾਂ ਫਿਰ ਗਲ ਬਲੈਡਰ ਬਹੁਤ ਸਟਰੋਂਗਲੀ ਕੰਟਰੈਕਟ ਕਰਦਾ। ਉਹ ਜਿੰਨੇ ਉਹਦੇ ਕੋਲ ਸਟੋਰ ਕੀਤਾ ਹੁੰਦਾ ਕੋਈ 30, 40, 50 ਗ੍ਰਾਮ ਰਸ, ਉਹਨੂੰ ਇੱਕਦਮ ਸਿੱਟਦਾ ਫਿਰ ਅੰਤੜੀਆਂ 'ਚ ਪਿਚਕਾਰੀ ਮਾਰ ਕੇ, ਤਾਂ ਕਿ ਉਹ ਜਿਹੜਾ ਖਾਣਾ ਆ ਰਿਹਾ ਉਹਨੂੰ ਹਜਮ ਕਰਕੇ ਨਾਲ ਮਿਕਸ ਕਰੀ ਜਾਂਦਾ ਉਹਨੂੰ, ਅਤੇ ਨਾਲ ਹਜਮ ਹੋ ਜਾਂਦਾ। ਉਹ ਫੈਟੀ ਫੂਡਸ ਵਾਸਤੇ, ਯਾਨੀ ਕਿ ਚਰਬੀ ਵਾਸਤੇ ਖਾਣੇ ਦੇ ਤੇਲ ਘੀ ਜਾਂ ਫੈਟਸ ਆਉਂਦੇ ਜਦੋਂ, ਤਾਂ ਫੈਟਸ ਨੂੰ ਹਜਮ ਕਰਨ ਦਾ ਜਿਹੜਾ ਮੁੱਖ ਰਸ ਨੇ ਉਹ ਲਿਵਰ 'ਚੋਂ ਆਉਂਦੇ ਆ। ਗਲ ਬਲੈਡਰ ਬਾਈਲ ਦੇ ਅੰਦਰ ਜਿਹੜਾ ਸਾਰਾ ਸਿਸਟਮ ਹੈ, ਉਹ ਬਾਈਲ ਸਾਲਟਸ ਨੇ, ਉਹਦੇ ਅੰਦਰ ਐਂਜ਼ਾਈਮਸ ਨੇ, ਉਹ ਸਾਰੇ ਜਿਹੜੇ ਨੇ ਖਾਣੇ ਨੂੰ ਹਜਮ ਕਰਨ ਲਈ ਆਉਂਦੇ, ਉਹ ਲਿਵਰ ਤੋਂ ਆਉਂਦੇ ਆ। ਕਿੱਥੇ ਆ ਕੇ ਆਉਂਦੇ ਡਿੱਗਦੇ ਆ? ਉਹ ਛੋਟੀ ਆਂਤ ਦੇ ਪਹਿਲੇ ਹਿੱਸੇ 'ਚ ਹੀ, ਡਿਊਡੀਨਮ 'ਚ, ਉਹਨੂੰ ਡਿਊਡੀਨਮ ਕਹਿੰਦੇ ਆ। ਉੱਥੇ ਆ ਕੇ ਉਹ ਜਿਹੜੇ ਕਿਤੇ ਨਾ ਕਿਤੇ
ਤੇ ਲਿਵਰ ਦੀਆਂ ਤਾਂ ਚਲੋ ਖੈਰ ਬਾਅਦ 'ਚ ਆਪਾਂ ਉਹਦੇ ਅਲੱਗ ਲੈ ਲਾਂਗੇ, ਲਿਵਰ ਦੀਆਂ ਜਿਹੜੀਆਂ ਇੱਦਾਂ ਦੀ ਬਿਮਾਰੀਆਂ ਨੇ, ਪੱਥਰੀਆਂ ਨੇ ਜਾਂ ਹੋਰ ਨੇ, ਤਾਂ ਉਹਦੇ 'ਚ ਛੋਟੀ ਆਂਤ ਦੇ ਵਿੱਚ ਆਪਾਂ ਮੇਰੇ ਖਿਆਲ 'ਚ ਜਿਹੜਾ ਹੈ ਬਹੁਤੀ ਫੂਡ ਪਾਇਜ਼ਨਿੰਗ ਟਾਈਪ ਜਿਹੜੀ ਆ, ਉਹ ਫੂਡ ਪਾਇਜ਼ਨਿੰਗ ਜਿਹੜੀ ਹੈ ਉਹਦੇ ਸੰਬੰਧੀ ਇੱਕ ਗੱਲ ਇੱਥੇ ਕਰਨੀ ਬਹੁਤ ਜ਼ਰੂਰੀ ਆ। ਜੇ ਤੁਸੀਂ फूड पॉइजनिंग तो बचना है, मैं दर्शकों को बताना चाहूँगा, डॉक्टर अमर सिंह आज़ाद जो MBBS MD हैं, मैं आचार्य मनीष, हमारे साथ डॉक्टर अवधेश पांडे वो भी MBBS MD हैं, डॉक्टर विश्वरूप राय चौधरी, डॉक्टर खादर वली, और हमारे पास 250 डॉक्टर्स की टीम, हमारी पूरी टीम ने मिल के पूरे भारत से शुगर को, BP को, जो गोलियां खिलाकर कंट्रोल करने का जो साइंस चल रही है, जिसको मेडिकल माफिया बोलते हैं, जो ये बोलता है कि गोली खा के कंट्रोल होती है, हम बिना दवाइयां शुगर को भी BP को भी रिवर्स करना सिखा रहे हैं। तो आप हिम्स हॉस्पिटल चंडीगढ़ में संपर्क करो। ये यहाँ पे ये हिम्स हॉस्पिटल एंड इंस्टीट्यूट ऑफ इंटीग्रेटेड मेडिकल साइंसेज जो कि डेराबस्सी चंडीगढ़ में है। तो जब आप यहाँ पे आ रहे हैं तो क्या आपकी एक्सपेक्टेशन होनी चाहिए, वो एक्सपेक्टेशन हमारे थेरेपी से मैच हो रही कि नहीं, ये आपके लिए जानना ज़रूरी है बिफोर यू स्टार्ट थिंकिंग अबाउट कमिंग हेयर। यहाँ आने से पहले कुछ बातें आपके दिमाग में क्लियर होनी चाहिए। तो उनमें एक काम हमारा होता है कि ड्रग्स, दवाइयाँ जो अननेसेसरी दवाइयाँ मिलती हैं, दी जाती हैं, जो एक वजह होती है पेशेंट की किडनी के ख़राब होने का, तो उन ड्रग्स को हम ड्रास्टिकली टेपर डाउन करते हैं, ड्रास्टिक टेपर डाउन। तो पहले तो मेंटल सेटअप ये करके आना है कि यहाँ आएंगे तो दवाइयाँ ड्रास्टिक टेपर डाउन हो सकती हैं। अगर आप उसके लिए तैयार हैं तो यहाँ पे आइए। इनका डायलिसिस पे है तो डायलिसिस का नेचुरल डायलिसिस पे आ जाएगा। हम तो बड़े सिंपली पेशेंट को ये समझाते हैं कि दुनिया में कोई भी बीमारी ज़ुबान पे लगाम नहीं है इसलिए आई है। अगर ज़ुबान पे लगाम खाने के लिए है तो डॉक्टर से वास्ता नहीं पड़ेगा। दूसरा, जो हमारे कैंसर के पेशेंट्स हैं, कैंसर के पेशेंट्स ये पहले ही जैसे डायग्नोसिस होता है उम्मीद छोड़ देते हैं कि अब तो टिकट कट गया, अब तो जाने की तैयारी हो गई, और साइकोलॉजिकली बहुत लो हो जाते हैं। तो छोटी छोटी चीज़ें भी उनके लिए बड़ा घातक हो जाती हैं। हम सबसे पहले उनको ये समझाते हैं कि ये जो कैंसर है ये आपका अपना सेल है जो इस स्थिति में आया है। क्या कोई स्थिति ऐसी है जिससे हम इसको रिवर्स कर पाएँ, और हम वही ये करते हैं। ये जितने भी आप पेशेंट देख रहे हैं ये सभी कैंसर के पेशेंट हैं। हिम्स हॉस्पिटल में हम लोग आयुर्वेद की अम्ब्रेला के नीचे हम लोग काम करते हैं, और यहाँ पे बिना किसी दवाई के, बिना किसी सर्जरी के बीमारियों का इलाज करते हैं। लीवर रोग, किडनी रोग, हार्ट, सोराइसिस, कैंसर, ल्यूकोडर्मा, बीपी, शुगर, थायराइड, मोटापा, घुटनों का दर्द, या आप भी है इन जैसी किसी भी लाइलाज बीमारी से परेशान, तो अब आपको चिंता करने की कोई आवश्यकता नहीं है, क्योंकि हम लेकर आए हैं हिम्स के नाम से दिल्ली व चंडीगढ़ के अंदर 2 बड़े हॉस्पिटल हैं, जहां पर आपके खाने पीने रहने की सुविधा के साथ साथ एक ही छत के नीचे आयुर्वेद, पंचकर्मा, नेचुरोपैथी, होम्योपैथी, एलोपैथी व आहारीय चिकित्सा के माध्यम से आपकी बीमारी का सही समय पर सही समाधान किया जाता है। अगर आप भी चाहते हैं अपनी बीमारी का सही समाधान सही समय पर पाना, तो आप हमारे हिम्स हॉस्पिटल में आकर भी अपनी बीमारी का इलाज करवा सकते हैं। प्रिकॉशन के तौर पर तो फूड पॉइजनिंग किन्ना चीज़ों तो होंगी है, जिन्ना चीज़ां जिहड़ियां तुसीं कच्चियां खाने हो, यानी कि जिहड़ी पक्की हुई नहीं हुई, उबली नहीं है, ਤਾਂ ਹੀ ਜੇ ਅਸੀਂ ਕੀ ਸਾਨੂੰ ਕੋਈ ਪੁੱਛੇ ਤਾਂ ਵੀ ਮੈਂ ਬਾਹਰ ਖਾ ਲਵਾਂ, ਬਾਹਰ ਜੋ ਵੀ ਖਾਣਾ ਹੈ ਉਹ ਖਾਓ ਜੋ ਤਾਜ਼ਾ ਗਰਮ ਮਿਲ ਰਿਹਾ। ਕੋਈ ਵੀ ਉਹ ਚੀਜ਼ ਨਾ ਖਾਓ ਜਿਹੜੀ ਕਿ ਬਿਨਾਂ ਗਰਮ ਹੋਏ ਸਰਵ ਹੋ ਰਹੀ ਤੁਹਾਨੂੰ। ਜਿਵੇਂ ਸਲਾਦ ਹੈ ਫਾਰ ਐਗਜ਼ਾਮਪਲ, ਸਲਾਦ ਜੇ ਅਗਰ ਹਾਈਜੈਨਿਕ ਨਹੀਂ ਹੋਏਗੀ ਤਾਂ ਤੁਹਾਨੂੰ ਫੂਡ ਪॉइजनिंग ਕਰ ਸਕਦੀ ਹੈ। ਆਈਸਕ੍ਰੀਮ ਜੇ ਸਲਾਦ ਵੀ ਬਾਹਰੋਂ ਲੈਣਾ ਤਾਂ ਉਹਨੂੰ ਕਹਿਣਾ ਗਰਮ ਕਰਕੇ ਲਿਆ। ਨਹੀਂ ਖਾਓ ਹੀ ਨਾ ਸਲਾਦ ਬਾਹਰ ਦੀ, ਜਾਂ ਜੇ ਖਾਸ ਕਰਕੇ ਪਿਆਜ਼ ਖਾ ਸਕਦੇ ਹੋ, ਜਿੱਦਾਂ ਪਿਆਜ਼ ਤੁਹਾਨੂੰ ਤੁਹਾਡੇ ਸਾਹਮਣੇ ਕੱਟ ਕੇ ਲਿਆਊਗਾ ਅਗਲਾ। ਜੇ ਮੰਨ ਲਓ ਕੋਈ ਬੰਦ ਗੋਭੀ ਹੈ, ਕੋਈ ਮੂਲੀ ਹੈ, ਕੋਈ ਗਾਜਰ ਹੈ ਜਿਹਦੇ ਨਾਲ ਮਿੱਟੀ ਲੱਗੀ ਹੋ ਸਕਦੀ ਹੈ, ਤਾਂ ਉੱਥੋਂ ਤੁਹਾਨੂੰ ਫੂਡ ਪॉइजनिंग ਹੋ ਸਕਦੀ। ਜੇ ਉਹਨੂੰ ਪ੍ਰੋਪਰਲੀ ਧੋਤੀ ਨਾ ਉਹਨੇ, ਜੇ ਉਹਦੇ ਵਾਸ਼ਿੰਗ ਪ੍ਰੋਪਰ ਨਾ ਹੋਈ, ਤਾਂ ਉਹਨਾਂ ਚੀਜ਼ਾਂ ਤੋਂ ਫੂਡ ਪॉइजनिंग ਹੋ ਸਕਦੀ ਹੈ। ਫਿਰ ਆਈਸਕ੍ਰੀਮ ਤੋਂ ਹੋ ਸਕਦੀ ਹੈ, ਆਈਸਕ੍ਰੀਮ ਖਾ ਲੈਂਦੇ ਆਪਾਂ। ਕੋਈ ਪਾਣੀ ਪੀ ਲਿਆ ਤੁਸੀਂ, ਉੱਥੋਂ ਦਾ ਪਾਣੀ ਅਗਰ ਸਾਫ਼ ਸੁਥਰਾ ਨਹੀਂ ਹੈ, ਪਾਣੀ ਤੋਂ ਹੋ ਸਕਦੀ ਹੈ। ਤਾਂ ਖਾਸ ਖਿਆਲ ਰੱਖਣਾ ਹੈ ਜਿਹੜੇ ਹੋਟਲ ਦੇ ਢਾਬੇ 'ਚ ਖਾਣ ਵਾਸਤੇ, ਖਾਣ ਵੇਲੇ ਜੇ ਤੁਹਾਨੂੰ ਹਾਈਜੀਨ ਲੱਗਦਾ ਕਿ ਹਾਈਜੀਨਿਕ ਨਹੀਂ ਹੈ, ਇੱਥੇ ਫੂਡ ਪॉइजनिंग ਹੋਣ ਦਾ ਡਰ ਨਹੀਂ ਹੈ। ਤਾਂ ਜਦੋਂ ਫੂਡ पॉइजनिंग ਤੋਂ ਬਚਣਾ ਹੈ
ਤਾਂ ਇੱਕੋ ਇਸ ਗੋਲਡਨ ਪ੍ਰਿੰਸੀਪਲ ਹੈ ਕਿ ਗਰਮਾ ਗਰਮ ਜਿਹੜੀ ਚੀਜ਼ ਮਿਲ ਰਹੀ ਹੈ ਉਹ ਖਾ ਲਓ, ਦਾਲ ਲਓ, ਸਬਜ਼ੀ ਲਓ ਅਤੇ ਫੁਲਕਾ ਜਾਂ ਜੋ ਕੋਈ ਗਰਮਾ ਗਰਮ ਚੀਜ਼ ਲਓ, ਜਿੱਥੇ ਫਿਰ ਕੋਈ ਫੂਡ ਪਾਇਜ਼ਨਿੰਗ ਦਾ ਡਰ ਨਹੀਂ। ਫੂਡ ਪਾਇਜ਼ਨਿੰਗ ਸਿਰਫ ਉਦੋਂ ਹੋਏਗੀ ਜਦੋਂ ਤੁਸੀਂ ਉਹ ਚੀਜ਼ ਖਾਓਗੇ ਜਿਹੜੀ ਤੁਹਾਨੂੰ ਬਿਨਾਂ ਗਰਮ ਕੀਤੇ ਸਰਵ ਹੋ ਰਹੀ ਹੈ, ਫਿਰ ਫੂਡ ਪਾਇਜ਼ਨਿੰਗ ਹੋਊਗੀ। ਸੋ ਫੂਡ ਪਾਇਜ਼ਨਿੰਗ ਜਿਹੜੀ ਛੋਟੀ ਆਂਤ ਨਾਲ ਸੰਬੰਧਿਤ ਫੂਡ ਪਾਇਜ਼ਨਿੰਗ ਜ਼ਿਆਦਾ। ਫਿਰ ਅੱਗੇ ਆ ਜਾਂਦੀ ਹੈ ਤੁਹਾਡੀ ਅਪੈਂਡਿਕਸ। ਛੋਟੀ ਆਂਤ ਅਤੇ ਬੜੀ ਆਂਤ ਜਿੱਥੇ ਛੋਟੀਆਂ ਮੁੱਕਦੀ ਹੈ ਅਤੇ ਬੜੀ ਆਂਤ ਸ਼ੁਰੂ ਹੁੰਦੀ ਹੈ, ਤਾਂ ਉੱਥੇ ਇੱਕ ਅਪੈਂਡਿਕਸ ਨਾਂ ਦੀ ਚੀਜ਼ ਲੱਗੀ ਹੋਈ ਹੈ, ਜਿਹੜੀ ਸਾਡੀ ਉਂਗਲ ਜਿੱਡੀ ਹੁੰਦੀ ਹੈ, ਉਂਗਲ ਜਿੱਡੀ ਹੁੰਦੀ ਹੈ। ਉਹਦਾ ਕੰਮ ਉਹ ਕਹਿੰਦੇ ਸੀਗੇ, ਆਮ ਸਾਨੂੰ ਪੜ੍ਹਾਇਆ ਜਾਂਦਾ MBBS ਵੀ ਇਹ ਜਿਹੜੇ ਡੰਗਰ ਸੀ ਸਾਡੇ ਚਾਰਾ ਖਾਣ ਵਾਲੇ, ਭੂਸਾ ਖਾਣ ਵਾਲੇ ਜਾਂ ਕੱਚਾ ਹਰਾ ਖਾਣ ਵਾਲੇ, ਉਹਨਾਂ 'ਚ ਸੈਲੂਲੋਜ਼ ਨੂੰ ਹਜਮ ਕਰਨ ਲਈ ਉਹ ਜਿਹੜੀ ਅਪੈਂਡਿਕਸ ਦੀ ਲੋੜ ਪੈਂਦੀ ਸੀ। ਵੀ ਸਾਡੇ 'ਚ ਲੋੜ ਨਹੀਂ ਹੈ, ਸਾਡੇ 'ਚ ਉਹ ਫਾਲਤੂ ਅੰਗ ਹੈ ਅਤੇ ਕਦੇ ਕਦੇ ਅਪੈਂਡਿਕਸ ਜਿਹੜੀ ਇਨਫਲੇਮਡ ਹੋ ਜਾਂਦੀ ਹੈ, ਤਾਂ ਫਿਰ ਉਹਨੂੰ ਕਹਿੰਦੇ ਵੀ ਕੱਢ ਦਿਓ, ਉਹਨੂੰ ਉਹਦੀ ਲੋੜ ਨਹੀਂ ਹੈ। ਉਹ ਅਪੈਂਡਿਕਸ ਨੂੰ ਕੱਢਣਾ ਵੀ ਜਿਹੜਾ ਉਹ ਬਹੁਤ ਵਧੀਆ ਇਸ਼ੂ ਨਹੀਂ ਹੈ। ਅਪੈਂਡਿਕਸ ਬਹੁਤ ਹੀ ਘੱਟ ਹਾਲਤਾਂ 'ਚ ਕੱਢਣੀ ਚਾਹੀਦੀ ਹੈ, ਜਿੱਥੇ ਵਾਕਈ ਕੋਈ ਲਾਈਫ ਸੇਵਿੰਗ ਸਿਚੁਏਸ਼ਨ ਹੋਵੇ। ਅਦਰਵਾਈਜ਼ ਅਪੈਂਡਿਕਸ ਬਹੁਤ ਯੂਜ਼ਫੁਲ ਆਰਗਨ ਹੈ। ਅਪੈਂਡਿਕਸ ਦੇ ਵਿੱਚ ਹੁਣ ਪ੍ਰੂਵ ਹੋ ਚੁੱਕਿਆ ਕਿ ਅਪੈਂਡਿਕਸ ਉਹ ਥਾਂ ਹੈ ਜਿਹੜੀ ਤੁਹਾਡੀ ਜਾਗ ਨੂੰ ਬਚਾ ਕੇ ਰੱਖਦੀ ਹੈ। ਜਿਹੜੀ ਸਾਡੀ ਬੈਕਟੀਰੀਆ ਦੀ, ਜਿਹੜੀ ਸਾਡੇ ਗੱਟ ਫਲੋਰਾ ਹੈ, ਜਦੋਂ ਅਸੀਂ ਐਂਟੀਬਾਇਓਟਿਕ ਖਾਂਦੇ ਹਾਂ ਜਾਂ ਕੋਈ ਵੀ ਜ਼ਹਿਰ ਖਾਂਦੇ ਹਾਂ, ਕੋਈ ਜ਼ਹਿਰੀਲੀ ਚੀਜ਼ ਖਾਂਦੇ ਹਾਂ, ਦਵਾਈ ਖਾਂਦੇ ਹਾਂ, ਤਾਂ ਸਾਰਾ ਗੱਟ ਫਲੋਰਾ ਮਰ ਜਾਂਦਾ। ਫਿਰ ਉਹਦੀ ਜਾਗ, ਜੇ ਤੁਸੀਂ ਬਹੁਤ ਲੰਬਾ ਖਾਣਾ ਪੈ ਗਿਆ ਤੁਹਾਨੂੰ ਕਿਤੇ ਕਈ ਦਿਨ, ਮੰਨ ਲਓ 8 ਦਿਨ 10 ਦਿਨ 15 ਦਿਨ ਵੀ ਐਂਟੀਬਾਇਓਟਿਕ ਖਾਣਾ ਪੈ ਗਿਆ, ਤੁਹਾਨੂੰ ਕੋਈ ਐਸੀ ਬਿਮਾਰੀ ਹੋ ਗਈ, ਤਾਂ ਥੋੜ੍ਹਾ ਸਾਰਾ ਗੱਟ ਫਲੋਰਾ ਮਰ ਜਾਏਗਾ। ਲੇਕਿਨ ਕੁਦਰਤ ਨੇ ਐਸਾ ਸਿਸਟਮ ਬਣਾਇਆ ਅਪੈਂਡਿਕਸ ਦੇ ਅੰਦਰ, ਅਤੇ ਅਪੈਂਡਿਕਸ 'ਚੋਂ ਜਾਗ ਬਚ ਜਾਂਦੀ ਹੈ। ਜਦੋਂ ਤੁਸੀਂ ਐਂਟੀਬਾਇਓਟਿਕ ਬੰਦ ਕਰੋਗੇ, ਉਹ ਜਾਗ ਫਿਰ ਆ ਜਾਏਗੀ, ਆ ਕੇ ਫਿਰ ਤੁਹਾਡਾ ਗੱਟ ਫਲੋਰਾ ਫਿਰ ਬਣਾ ਦੇਗੀ ਕੁਝ ਦਿਨਾਂ 'ਚ। ਅਤੇ ਜੇ ਤੁਸੀਂ ਉਹਨੂੰ ਅਪੈਂਡਿਕਸ ਨੂੰ ਕੱਢਤਾ, ਤਾਂ ਤੁਹਾਡੀ ਉਹ ਜਾਗ ਵਾਲਾ ਜਿਹੜਾ ਸਟੋਰ ਸਿਸਟਮ ਹੈ ਖਤਮ ਹੋ ਗਿਆ। ਅਤੇ ਇਸ ਕਰਕੇ ਅਪੈਂਡਿਕਸ ਵੀ ਜਲਦੀ ਨਹੀਂ ਕੱਢਣੀ ਚਾਹੀਦੀ। ਬਹੁਤ ਹੀ ਅਗਰ ਲਾਈਫ ਥ੍ਰੈਟਨਿੰਗ ਹੋਵੇ ਕੋਈ ਗੱਲ, ਬਹੁਤ ਜ਼ਿਆਦਾ ਕਈ ਵਾਰੀ ਉਹ ਐਸੀ ਸਿਚੁਏਸ਼ਨ 'ਚ ਪਈ ਹੁੰਦੀ ਹੈ ਕਿ ਗਲ ਗੁਲ ਜਾਂਦੀ ਹੈ, ਤਾਂ ਵੱਖਰੀ ਗੱਲ ਹੈ। ਨਹੀਂ ਆਮ ਪਹਿਲਾਂ ਸ਼ੌਕ ਜਿਹਾ ਬਣਾ ਲਿਆ ਸੀ ਡਾਕਟਰਾਂ ਨੇ, ਅਤੇ ਹੁਣ ਵੀ ਸ਼ਾਇਦ ਕਿਸੇ ਹੱਦ ਤੱਕ ਉਹ ਚੱਲ ਰਹੀ ਹੈ ਗੱਲ ਅਜੇ ਤੱਕ, ਵੀ ਮਾੜੀ ਦਰਦ ਹੋਈ ਪੇਟ ਦੀ, ਚਲੋ ਜੀ ਅਪੈਂਡਿਕਸ ਤਾਂ ਕੱਢੋ, ਹੋਰ ਤਾਂ ਕੁਛ ਹੈ ਨਹੀਂ ਹੈ। ਮਤਲਬ ਸ਼ੌਕ ਨਹੀਂ ਫਰਮਾਉਣ ਦੀ ਲੋੜ ਨਾ ਬੜਾ ਪੱਕਾ ਹੋ ਜਾਣਾ ਚਾਹੀਦਾ ਕਿ ਵਾਕਈ ਜਿਹੜੀ ਅਪੈਂਡਿਕਸ ਦੀ ਬਿਮਾਰੀ ਹੈ ਕੋਈ ਖਤਰਨਾਕ ਲੈਵਲ 'ਤੇ ਹੈ। ਅਤੇ 90% ਕੇਸਿਸ ਦੇ ਅੰਦਰ ਉਹਨੂੰ ਜੇ ਹੋਰ ਤਰੀਕੇ ਨਾਲ ਡੀਲ ਕੀਤਾ ਜਾਵੇ ਬਿਨਾਂ ਆਪਰੇਸ਼ਨ ਦੇ, ਤਾਂ ਸਰ ਜਾਂਦਾ ਉਹਦਾ। ਉਸ ਤੋਂ ਅੱਗੇ ਆ ਜਾਓ ਵੱਡੀ ਆਂਤ 'ਤੇ। ਹੁਣ ਬੜੀ ਆਂਤ ਜਿਹੜੀ ਹੈ, ਵੈਸੇ ਤਾਂ ਛੋਟੀ ਆਂਤ 'ਚ ਵੀ ਗੱਟ ਫਲੋਰਾ ਹੁੰਦਾ, ਐਸੀ ਗੱਲ ਨਹੀਂ ਛੋਟੀ ਆਂਤ 'ਚ ਨਹੀਂ ਹੁੰਦਾ, ਲੇਕਿਨ ਬੜੀ ਆਂਤ 'ਚ ਬਹੁਤ ਜ਼ਿਆਦਾ ਹੁੰਦਾ। ਗੱਟ ਫਲੋਰਾ ਬਾਰੇ ਗੱਲ ਕਰਨੀ ਇੱਥੇ ਬਹੁਤ ਜ਼ਰੂਰੀ ਹੈ, ਕਿਉਂਕਿ ਗੱਟ ਫਲੋਰਾ ਉਹ ਇੰਟੈਲੀਜੈਂਟ ਕ੍ਰੀਏਸ਼ਨ ਹੈ ਕੁਦਰਤ ਦੀ, ਜਿਹੜੀ ਸਾਡੀ ਹੈਲਪ ਲਈ ਬਣੀ ਹੋਈ ਹੈ। ਸਾਡੀ ਹੈਲਪ ਲਈ ਕੁਦਰਤ ਨੇ ਬੈਕਟੀਰੀਆ ਪਾਏ ਆ, ਸਾਡੇ ਅੰਤਾਂ 'ਚ ਪਾਏ ਆ, ਬਾਕੀ ਸਾਰੇ ਸਰੀਰ 'ਤੇ ਪਾਏ ਆ, ਇਕੱਲੀਆਂ ਅੰਤਾਂ 'ਚ ਨਹੀਂ। ਸਾਡੀਆਂ ਅੱਖਾਂ 'ਚ ਵੀ ਨੇ, ਸਾਡੇ ਕੰਨਾਂ 'ਚ ਵੀ ਨੇ, ਸਾਡੇ ਨੱਕ 'ਚ ਵੀ ਨੇ, ਸਾਡੇ ਚਮੜੀ 'ਤੇ ਵੀ ਨੇ, ਹਰ ਥਾਂ 'ਤੇ। ਵੀ ਆਰ ਫੁੱਲ ਆਫ ਵਾਇਰਸਿਸ ਐਂਡ ਬੈਕਟੀਰੀਆ। ਅਸੀਂ ਜਿੰਨੇ ਮਰਜ਼ੀ ਸਾਬਣ ਨਾਲ ਨਹਾ ਲਈਏ, ਉਹ ਫਿਰ ਸ਼ਾਮ ਤੱਕ ਫਿਰ ਦੁਬਾਰਾ ਰੀਐਸਟੈਬਲਿਸ਼ ਹੋ ਜਾਂਦੇ ਆ, ਬਾਹਰੋਂ ਮਿੱਟੀ ਮੁੱਟੀ ਲੱਗ ਕੇ। ਤਾਂ ਉਹ ਕਿਤੇ ਨਾ ਕਿਤੇ ਜਿਹੜਾ ਸਾਡੇ ਦੋਸਤ ਬੈਕਟੀਰੀਆ ਨੇ, ਉਹ ਸਭ ਤੋਂ ਜ਼ਿਆਦਾ ਅੰਤੜੀਆਂ 'ਚ ਸੇਫ ਰਹਿੰਦੇ ਆ। ਤਾਂ ਅੰਤੜੀਆਂ ਉਹਨਾਂ ਦਾ ਘਰ ਹੈ, ਉਹਨੂੰ ਅਸੀਂ ਗੱਟ ਫਲੋਰਾ ਕਹਿੰਦੇ ਹਾਂ। ਗੱਟ ਫਲੋਰਾ ਅਤੇ ਸੋਇਲ ਫਲੋਰਾ ਡਾਇਰੈਕਟਲੀ ਇਨ ਟੱਚ ਹੁੰਦੇ ਆ। ਜੋ ਮਿੱਟੀ 'ਚ ਬੈਕਟੀਰੀਆ ਨੇ ਅਤੇ ਜੋ ਅੰਤੜੀਆਂ 'ਚ ਨੇ, ਉਹ ਡਾਇਰੈਕਟਲੀ ਇਨ ਟੱਚ ਨੇ ਇੱਕ ਦੂਜੇ ਦੇ। ਉਹੀ ਨੇ ਜੋ ਮਿੱਟੀ 'ਚ ਨੇ, ਉਹੀ ਅੰਤੜੀਆਂ 'ਚ ਨੇ। ਕਿਉਂ ਨਹੀਂ ਹੋਣਗੇ? ਕਿਉਂਕਿ ਜਦੋਂ ਅਸੀਂ ਪੱਟੀ ਕਰਦੇ ਹਾਂ ਤਾਂ ਕਿੱਥੇ ਜਾਂਦੀ ਹੈ? ਮਿੱਟੀ 'ਚ ਜਾਂਦੀ ਹੈ। ਇਹਦਾ ਮਤਲਬ ਮਿੱਟੀ 'ਚੋਂ ਬੈਕਟੀਰੀਆ 'ਚ ਪਹੁੰਚ ਗਏ। ਜੇ ਅਸੀਂ ਕੱਚਾ ਖਾਣਾ ਖਾਂਦੇ ਹਾਂ ਤਾਂ ਅਸੀਂ ਉਹਦੇ ਨਾਲ ਉਹ ਬੈਕਟੀਰੀਆ ਵੀ ਖਾ ਰਹੇ ਹਾਂ। ਮਤਲਬ ਅਸੀਂ ਖੀਰਾ ਖਾਇਆ, ਅਸੀਂ ਖੀਰਾ ਹੀ ਨਹੀਂ ਖਾਇਆ, ਖੀਰੇ ਦੀ ਸਾਰੀ ਬਾਡੀ ਦੇ ਅੰਦਰ ਜਿੱਦਾਂ ਸਾਡੀਆਂ ਅੰਤਾਂ 'ਚ ਬੈਕਟੀਰੀਆ ਹੈਗੀਆਂ, ਉੱਦਾਂ ਖੀਰੇ 'ਚ ਵੀ ਬੈਕਟੀਰੀਆ ਨੇ, ਮੂਲੀ 'ਚ ਵੀ ਨੇ, ਗਾਜਰ 'ਚ ਵੀ ਨੇ, ਫਲਾਂ 'ਚ ਵੀ ਨੇ। ਹਰ ਚੀਜ਼ ਦੇ ਅੰਦਰ ਬੈਕਟੀਰੀਆ ਹੁੰਦੇ ਆ। ਤਾਂ ਉਹ ਬੈਕਟੀਰੀਆ ਸਾਡੇ ਫਿਰ ਅੰਦਰ ਆ ਗਏ। ਸੋ ਸੋਇਲ ਫਲੋਰਾ ਸਾਡੇ ਅੰਦਰ ਜਾਂਦਾ ਰਹਿੰਦਾ ਅਤੇ ਸਾਡੇ ਤੋਂ ਬਾਹਰ ਜਾਂਦਾ ਰਹਿੰਦਾ। ਤਾਂ ਉਹ ਸਾਈਕਲ ਇੱਕ ਬਣਿਆ ਹੋਇਆ। ਉਹ ਕੁਦਰਤ ਨੇ ਸਾਡੀ ਸੋਇਲ 'ਚ ਜਾਂਦੇ ਆ, ਉਹਨਾਂ ਦਾ ਹੋਰ ਰੋਲ ਹੈ, ਸਾਡੀਆਂ ਅੰਤੜੀਆਂ ਜਾਂਦੇ ਉਹ ਹੋਰ ਰੋਲ ਹੈ। ਸਾਡੀਆਂ ਅੰਤਾਂ ਦੇ ਵਿੱਚ ਜਿਹੜਾ ਗੱਟ ਫਲੋਰਾ ਹੈ, ਉਹ ਸਾਡੇ ਖਾਣੇ ਦੇ ਵਿੱਚ ਇੱਕ ਉਹ ਹੈ, ਕੜੀ ਹੈ, ਲਿੰਕ ਹੈ।
ਉਹ ਦੇਖਦਾ ਵੀ ਖਾਣੇ 'ਚ ਆਹ ਚੀਜ਼ ਨਹੀਂ ਹੈ, ਇਹਨੂੰ ਬਣਾ ਲਓ, ਇਸ ਚੀਜ਼ ਤੋਂ ਬਣਾ ਲਓ। ਉਹ ਦੇਖਦਾ ਕਿ ਸਾਡੇ ਖਾਣੇ 'ਚ ਆਹ ਚੀਜ਼ ਜ਼ਿਆਦਾ, ਇਹਨੂੰ ਨਿਊਟਰਲਾਈਜ਼ ਕਰ ਦਿਓ, ਖਤਮ ਕਰ ਦਿਓ, ਚੇਂਜ ਕਰ ਦਿਓ। ਕੋਈ ਟੌਕਸਿਕ ਹੈ, ਉਹਨੂੰ ਚੇਂਜ ਕਰ ਦਿਓ। ਤਾਂ ਉਹ ਐਸੀ ਉਹ ਸਾਡੀ ਬਾਡੀ ਦੇ ਨੰਬਰ ਆਫ ਸੈੱਲ ਤੋਂ 10 ਗੁਣਾ ਜ਼ਿਆਦਾ ਨੇ। ਜਿੰਨੇ ਸਾਡੇ ਆਪਣੇ ਸੈੱਲ ਨੇ ਉਸ ਤੋਂ 10 ਗੁਣਾ ਸਾਡੇ ਗਟ ਫਲੋਰਾ। ਗਟ ਫਲੋਰਾ ਦਾ ਰੋਲ ਇਹ ਹੈ ਕਿ ਸਾਡੇ ਸੈੱਲਾਂ ਦੀ ਹੈਲਪ ਕਰਨਾ ਤਾਂ ਕਿ ਉਹਨੂੰ ਨਿਊਟ੍ਰੀਸ਼ਨ ਠੀਕ ਮਿਲੇ, ਕੋਈ ਗਲਤ ਚੀਜ਼ ਨਾ ਆਵੇ ਕੋਈ ਵੀ। ਤਾਂ ਉਹ ਗਲਤ ਚੀਜ਼ ਜਿਹੜੀ ਰੋਕਣ ਵਾਸਤੇ ਗਟ ਫਲੋਰਾ ਆਪਣਾ ਥਾਂ ਭਾਂਤ ਦਾ ਰੋਲ ਪਲੇ ਕਰਦਾ ਰਹਿੰਦਾ। ਠੀਕ ਹੈ, ਤਾਂ ਉਸ ਤੋਂ ਗਟ ਫਲੋਰਾ ਬਾਰੇ ਬਹੁਤ ਹੀ ਚੇਤਨ ਹੋਣਾ ਚਾਹੀਦਾ। ਅਸੀਂ ਬਹੁਤ ਹੀ ਅਨਵੇਅਰ ਹਾਂ। ਅਸੀਂ ਸਾਡਾ ਕੋਈ ਕਸੂਰ ਨਹੀਂ ਇਹਦੇ 'ਚ। ਸਾਨੂੰ ਮੈਡੀਕਲ ਪ੍ਰੋਫੈਸ਼ਨ ਨੇ ਇਸ ਗੱਲ ਪ੍ਰਤੀ ਅਲਰਟ ਨਹੀਂ ਕੀਤਾ ਕਿ ਅਸੀਂ ਆਪਣਾ ਗਟ ਫਲੋਰਾ ਬਚਾਉਣਾ। ਤਾਂ ਇੰਨੀ ਜ਼ਿਆਦਾ ਅਸੀਂ ਐਂਟੀਬਾਇਓਟਿਕ ਖਾਂਦੇ ਹਾਂ, ਔਰ ਜਦੋਂ ਹੀ ਤੁਸੀਂ ਐਂਟੀਬਾਇਓਟਿਕ ਖਾਓਗੇ ਤਾਂ ਤੁਹਾਨੂੰ ਕੋਈ ਫਾਇਦਾ ਉਹਦਾ ਹੋਵੇ ਨਾ ਹੋਵੇ ਐਂਟੀਬਾਇਓਟਿਕ ਖਾਣ ਦਾ, ਨੁਕਸਾਨ ਫੌਰੀ ਹੋ ਜਾਏਗਾ ਕਿ ਤੁਹਾਡਾ ਜਿਹੜਾ ਗਟ ਫਲੋਰਾ ਮਰ ਜਾਏਗਾ। ਔਰ ਇਹ ਜਿਹੜੇ ਸਾਇੰਟਿਸਟਾਂ ਨੇ ਕੈਲਕੂਲੇਸ਼ਨ ਕਰਕੇ ਦੱਸਤਾ ਕਿ ਐਂਟੀਬਾਇਓਟਿਕ ਖਾਣ ਦਾ ਮਤਲਬ ਹੈ ਤੁਸੀਂ ਇੱਕ ਦੁਸ਼ਮਣ ਮਾਰਨ ਲਈ 300 ਦੋਸਤ ਮਾਰ ਰਹੇ ਹੋ। ਤਾਂ ਤੁਸੀਂ ਤਾਂ ਸਾਨੂੰ ਕਿਹੜਾ ਬੰਦਾ ਸਿਆਣਾ ਕਹੂਗਾ। ਤੁਸੀਂ ਇੱਕ ਕਹਿੰਦੇ ਲੜਾਈ ਦੇ ਵਿੱਚ ਵੀ ਇਹ ਹੋਣਾ ਚਾਹੀਦਾ ਵੀ ਦੁਸ਼ਮਣ ਜ਼ਿਆਦਾ ਮਰੇ ਅਤੇ ਸਾਡਾ ਬੰਦਾ ਘੱਟ ਮਰੇ। ਇਹ ਕੈਲਕੂਲੇਸ਼ਨ ਕੀਤੀ ਜਾਂਦੀ ਹੈ। ਅਤੇ ਜੇ 300 ਗੁਣਾ ਤੁਹਾਡੇ ਆਪਣੇ ਬੰਦੇ ਮਰਨੇ ਆ ਤਾਂ ਤੁਸੀਂ ਤਾਂ ਹਾਰੋਗੇ ਹੀ ਹਾਰੋਗੇ। ਤਾਂ ਉਹ ਦਿਸ ਇਜ਼ ਏ ਐਂਟੀਬਾਇਓਟਿਕ ਖਾਣਾ ਜਿਹੜਾ ਇਹ ਜਿਹਨੂੰ ਕਹਿੰਦੇ ਆ ਹਾਰਨ ਵਾਲਾ ਟੈਕਨੀਕ ਹੈ, ਹਾਰਨ ਦਾ ਪੱਕਾ ਸ਼ੋਰ ਸ਼ਾਟ ਟੈਕਨੀਕ ਹੈ। ਕਿ ਜੇ ਤੁਸੀਂ ਬਿਮਾਰ ਹੋਣਾ ਤਾਂ ਐਂਟੀਬਾਇਓਟਿਕ ਖਾਓ। ਸੋ ਐਂਟੀਬਾਇਓਟਿਕ ਫੋਰਨ ਦੇ ਵਿੱਚ ਤਾਂ ਅਗਰ ਦੇਖਿਆ ਜਾਵੇ ਤਾਂ ਫੋਰਨ ਕੰਟਰੀ ਦੇ ਵਿੱਚ ਤਾਂ ਐਂਟੀਬਾਇਓਟਿਕ ਲਾਈਫ ਸੇਵਿੰਗ ਦੇ ਵਿੱਚ ਹੀ ਦਿੱਤਾ ਜਾਂਦਾ, ਆਪਣੇ ਇੰਡੀਆ 'ਚ ਹੀ ਦੜਾ ਦਿੱਤਾ ਜਾਂਦਾ। ਬਿਲਕੁਲ ਆਪਣੇ ਇੰਡੀਆ ਦੇ ਅੰਦਰ ਉਹੀ ਕੰਪਨੀਆਂ ਨੇ ਜਿਹੜੀਆਂ ਫੋਰਨ ਕੰਟਰੀ 'ਚ ਵੇਚਦੀਆਂ ਦਵਾਈਆਂ, ਉਹੀ ਕੰਪਨੀਆਂ ਇੱਥੇ ਨੇ, ਕਿਉਂਕਿ ਉੱਥੇ ਅਵੇਅਰਨੈਸ ਹੋ ਚੁੱਕੀ ਹੈ ਕਿ ਐਂਟੀਬਾਇਓਟਿਕ ਨਹੀਂ ਖਾਣੇ ਚਾਹੀਦੇ। ਡਾਕਟਰ ਅਵੇਅਰ ਹੋ ਚੁੱਕੇ ਹੈ ਅਤੇ ਮਰੀਜ਼ ਵੀ ਅਵੇਅਰ ਨੇ। ਇੱਥੇ ਅਵੇਅਰ ਨਹੀਂ ਹੈਗੇ, ਉਹਦਾ ਫਾਇਦਾ ਉਠਾ ਕੇ ਸਾਡੀਆਂ ਜੇਬਾਂ ਵੀ ਕੱਟੀਆਂ ਜਾ ਰਹੀਆਂ ਅਤੇ ਸਾਡੀ ਸਿਹਤ ਵੀ ਖਰਾਬ ਕੀਤੀ ਜਾ ਰਹੀ ਹੈ। ਇਹ ਤਾਂ ਤੁਸੀਂ ਲੇਟੈਸਟ ਤੋਂ ਲੇਟੈਸਟ ਐਂਟੀਬਾਇਓਟਿਕ ਜਿਹੜਾ ਬਿਨਾਂ ਪਰਚੀ ਦੇ ਲੈ ਸਕਦੇ ਹੋ ਜਾ ਕੇ ਮਾਰਕੀਟ 'ਚ। ਲੇਕਿਨ ਉੱਥੇ ਤੁਸੀਂ ਐਂਟੀਬਾਇਓਟਿਕ ਲੈ ਕੇ ਦਿਖਾ ਦਿਓ ਬਿਨਾਂ ਡਾਕਟਰ ਦੀ ਪਰਚੀ। ਲਿਖਿਆ ਹੁੰਦਾ ਸ਼ਡਿਊਲ ਐਚ ਦੇ ਦਵਾਈਆਂ ਅਤੇ ਸ਼ਡਿਊਲ ਅਲੱਗ-ਅਲੱਗ ਲਿਖਿਆ ਹੁੰਦਾ। ਦਵਾਈਆਂ ਨਹੀਂ ਐਂਟੀਬਾਇਓਟਿਕ ਪਾਈ ਨਹੀਂ ਹੋਏ ਸ਼ਡਿਊਲ ਐਚ। ਸ਼ਡਿਊਲ ਐਚ ਦੂਜੀਆਂ ਪਾ ਰੱਖੀਆਂ ਨੇ ਨਾਰਕੋਟਿਕਸ ਤੇ। ਉਹ ਇਹ ਪਾਈ ਹੀ ਨਹੀਂ, ਜਿਹੜਾ ਮਰਜ਼ੀ ਲੈ ਲਓ। ਹਾਂ, ਹੋਰ ਹਰ ਬੰਦਾ ਲਈ ਜਾਂਦਾ। ਤੁਸੀਂ ਲੇਟੈਸਟ ਜਿਹੜਾ ਕੱਲ੍ਹ ਐਂਟੀਬਾਇਓਟਿਕ ਆਇਆ ਤੁਸੀਂ ਅੱਜ ਜਾ ਕੇ ਲੈ ਲਓ ਮਾਰਕੀਟ 'ਚ ਬਿਨਾਂ ਪਰਚੀ ਦੇ, ਕੋਈ ਰਿਸਟ੍ਰਿਕਸ਼ਨ ਨਹੀਂ ਹੈ। ਬਾਹਰ ਲੈ ਕੇ ਦਿਖਾ ਦਿਓ ਤੁਸੀਂ ਬਸ ਕਿਸੇ ਪੱਛਮੀ ਮੁਲਕ 'ਚ ਐਂਟੀਬਾਇਓਟਿਕ, ਉਹਨਾਂ ਦੇ ਬਿਲਕੁਲ ਕੋਈ ਕਲਾਸੀਫਾਈ ਕੀਤੀਆਂ ਹੋਈਆਂ ਨੇ ਵੀ ਆਹੀ ਦਵਾਈਆਂ ਨੇ ਜਿਹੜੀਆਂ ਤੁਹਾਨੂੰ ਬਿਨਾਂ ਦਵਾਈ ਪਰਚੀ ਦੇ ਮਿਲਣੀਆਂ ਨੇ, ਹੋਰ ਨਹੀਂ ਕੋਈ ਮਿਲਣੀ। ਉਹਦੇ 'ਚੋਂ 2 4 5 10 ਦਵਾਈਆਂ ਨੇ, ਕੋਈ ਜ਼ੁਕਾਮ ਵਾਲੀ ਹੈ ਮਾੜੀ ਮੋਟੀ, ਕੋਈ ਪੈਰਾਸੀਟਾਮੋਲ ਹੈ, ਕੋਈ ਇੱਦਾਂ ਦੀਆਂ, ਕੋਈ ਖਾਂਸੀ ਵਾਲੀ ਹੈ, ਕੋਈ ਨੇਜ਼ਲ ਡ੍ਰੌਪਸ ਨੇ। ਉਹੀ 10 15 20 ਦਵਾਈਆਂ ਨੇ ਜਿਹੜੀਆਂ ਮੌਲਾਂ 'ਚ ਪਈਆਂ ਹੁੰਦੀਆਂ ਨੇ। ਉਹ ਕੋਈ ਵੀ ਲੈ ਸਕਦਾ, ਆਪਣੇ ਆਪ ਵੀ ਲੈ ਸਕਦਾ, ਹੁੰਦੀਆਂ ਮੌਲਾਂ 'ਚ। ਮੈਂ ਪਿੱਛੇ ਜੇ ਹਿਮਸ ਦੇ ਵਿੱਚ ਇੱਕ ਪੇਸ਼ੈਂਟ ਨਾਲ ਇੰਟਰਵਿਊ ਕੀਤੀ ਸੀ, ਕੈਨੇਡਾ ਤੋਂ ਆਈ ਸੀ ਲੇਡੀ। ਉਹਨਾਂ ਦਾ ਇਹ ਕਹਿਣਾ ਸੀ ਵੀ ਜਦ ਤੱਕ ਸਾਡੇ ਉੱਥੇ ਟੈਸਟ ਕਰਵਾ ਕੇ ਟੈਸਟ ਦੇ ਵਿੱਚ ਨਹੀਂ ਕੋਈ ਡਿਜ਼ੀਜ਼ ਨਿਕਲਦੀ, ਉਦੋਂ ਤੱਕ ਕੋਈ ਦਵਾਈ ਦਿੰਦੇ ਹੀ ਨਹੀਂ, ਚਾਹੇ ਬਿਮਾਰ ਜਿੰਨਾ ਮਰਜ਼ੀ ਬੰਦਾ ਪਿੱਟਦਾ ਰਹੇ ਵੀ ਮੈਨੂੰ ਆਹ ਹੋ। ਬਿਲਕੁਲ ਸਹੀ ਗੱਲ, ਖਾਲੀ ਮੋੜ ਦਿੰਦੇ ਆ। ਜਾਓ ਜੀ ਕਹਿੰਦੇ ਜਦੋਂ ਟੈਸਟਾਂ ਦੀ ਰਿਪੋਰਟਾਂ ਆਉਣਗੀਆਂ ਫਿਰ ਆਇਓ। ਔਰ ਇੱਥੇ ਬਿਨਾਂ ਤੁੱਕਾ ਮਾਰਦੇ ਜ਼ੁਕਾਮ ਦੇ ਅੰਦਰ ਐਂਟੀਬਾਇਓਟਿਕਸ ਦੱਸੋ। ਸੋ ਸੱਚ ਏ ਸਟੂਪਿਡ ਥਿੰਗ। ਵਾਇਰਲ ਜ਼ੁਕਾਮ ਹੈ, ਐਂਟੀਬਾਇਓਟਿਕ ਕਿਉਂ ਦੇ ਰਹੇ ਹੋ? ਵਾਇਰਸ ਨੂੰ ਜਦੋਂ ਮਾਰ ਹੀ ਨਹੀਂ ਸਕਦਾ ਐਂਟੀਬਾਇਓਟਿਕ ਤਾਂ ਦੇ ਕਿਉਂ ਰਹੇ ਹੋ? ਜ਼ੁਕਾਮ ਦੀ ਵਾਇਰਸ ਦਾ ਤਾਂ ਐਂਟੀਬਾਇਓਟਿਕ ਕੁਛ ਵਿਗਾੜਨਾ ਨਹੀਂ, ਤੁਹਾਡੀ ਜਿਹੜੀਆਂ ਗਟ ਫਲੋਰਾ ਮਰ ਜਾਏਗਾ ਸਾਰਾ, ਤੁਸੀਂ ਡਬਲ ਬਿਮਾਰ ਹੋ ਜਾਓਗੇ। ਤੁਹਾਡੀ ਇਮਿਊਨਿਟੀ ਸਾਰੀ ਗਟ ਫਲੋਰਾ ਕੋਲੇ ਆ। ਗਟ ਫਲੋਰਾ ਕੋਲੇ ਇੰਨੇ ਜ਼ਿਆਦਾ ਕੰਮ ਨੇ ਕਰਨ ਵਾਲੇ ਕਿ ਉਹ ਖਾਣੇ ਨੂੰ ਹਜਮ ਕਰਨ ਤੋਂ ਲੈ ਕੇ ਤੁਹਾਡੀ ਇਮਿਊਨਿਟੀ ਤੱਕ ਅਤੇ ਤੁਹਾਡੇ ਨਿਊਰੋ ਟਰਾਂਸਮਿਟਰ ਤੱਕ। ਬ੍ਰੇਨ 80% ਬ੍ਰੇਨ ਉੱਥੋਂ ਚੱਲਦਾ, ਇੱਥੋਂ 80% ਇਮਿਊਨਿਟੀ ਇੱਥੋਂ ਚੱਲਦੀ ਹੈ। ਠੀਕ ਹੈ, ਅਤੇ ਜਿੰਨੇ ਵੀ ਫੂਡ ਦੇ ਅੰਦਰ ਕੋਈ ਆਈਟਮ ਨਹੀਂ ਹੁੰਦੇ ਉਹ ਇੱਥੇ ਪੈਦਾ ਹੋ ਜਾਂਦੇ ਆ। ਕੋਈ ਵਾਈਟਾਮਿਨ ਨਹੀਂ ਹੈਗਾ, ਉਹ ਸਭ ਉੱਥੇ ਸਿੰਥੇਸਾਈਜ਼ ਹੋ ਜਾਂਦੇ ਆ। B12 ਬਣਦਾ ਹੀ ਇੱਥੇ ਆ, B12 ਐਕਸਕਲੂਸਿਵ ਬਣਦਾ ਹੀ ਉੱਥੇ ਆ, ਅੰਤੜੀਆਂ 'ਚ ਬਣਦਾ। ਤਾਂ ਇਹ ਕਿਤੇ ਨਾ ਕਿਤੇ ਮੈਂ ਇਸ ਕਰਕੇ ਥੋੜ੍ਹੀ ਗੱਲ ਨੂੰ ਲੰਬੀ ਕਰਕੇ ਕਹਿ ਰਿਹਾ ਕਿ ਗਟ ਫਲੋਰਾ ਬਾਰੇ ਚੇਤਨਾ ਜਿਹੜੀ ਹੈ ਇਹ ਸਾਨੂੰ ਬਹੁਤ ਹੀ ਹਰ ਵੇਲੇ ਯਾਦ ਰੱਖਣੀ ਚਾਹੀਦੀ ਹੈ ਕਿ ਕੋਈ ਵੀ ਅਸੀਂ ਜ਼ਹਿਰੀਲੀ ਚੀਜ਼ ਖਾਂਦੇ ਹਾਂ, ਕੋਈ ਵੀ ਕੈਮੀਕਲ ਖਾਂਦੇ ਹਾਂ ਤਾਂ ਉਹ ਸਾਡੇ ਗਟ ਫਲੋਰਾ ਦਾ ਦੁਸ਼ਮਣ ਹੈ। ਅਤੇ ਅਸੀਂ ਤਾਂ ਭਰਮਾਰ ਲਾਈ ਪਈ ਹੈ ਕੈਮੀਕਲਾਂ ਦੀ, ਹਵਾ ਤਾਂ ਹੈ ਹੀ ਨਹੀਂ ਹੈ ਜਿਹੜੇ। ਉਸ ਤੋਂ ਬਾਅਦ ਖੇਤਾਂ 'ਚ ਜੋ ਪਹਿਲਾਂ ਯੂਰੀਆ ਪਾ ਦਿੰਦੇ ਹਾਂ, ਫਿਰ ਪੈਸਟੀਸਾਈਡ ਪਾ ਦਿੰਦੇ ਹਾਂ, ਹਰਬੀਸਾਈਡ ਪਾ ਦਿੰਦੇ ਹਾਂ, ਫਿਰ ਸਟੋਰ ਜਿੱਥੇ ਕਰਦੇ ਹਾਂ ਉੱਥੇ ਪਤਾ ਨਹੀਂ ਕਿਆ ਸਟੋਰਾਂ 'ਚ ਪਈ ਜਾਂਦਾ ਹੈ, ਫਿਰ ਗਾਂ ਫੂਡ ਇੰਡਸਟਰੀ ਪਾਈ ਜਾਂਦੀ ਹੈ,
मतलब फूड चेन के अंदर पूरी चेन है कैमिकल की जी कि साढ़े फूड च आ जाती है, फूड चेन की वजह कैमिकल की चेन बन जाती है। तो लगा असीं कोई कॉन्शियस नहीं है कि वो सारे के सारे जाके अल्टीमेटली की करनगे, थोड़े गट फ्लोरा वीक कर देंगे। और असीं कहना पै रहा भी वो खमीर खाओ, क्योंकि गट फ्लोरा सब का वीक है, वो सारे सारे बीमार हो जाते हैं। वो बीमारों तो बचाने लिए खमीर खवाओ, खमीर खाओ, तुसीं प्रोबायोटिक खाओ, प्रीबायोटिक खाओ। हुण आके वो अवेयरनेस आई है, पहला अवेयरनेस ही नहीं सी, डॉक्टर कहते नहीं सी हुंदे। तो गट फ्लोरा प्रति बहुत ही चेतन रहना। तो वड्डियां अंतां दी जिहड़ी बीमारियां ने वो जिहड़ियां ने काफ़ी बीमारियां वड्डियां अंतां च हुंदियां ने। जिहड़ी कोलन है, कोलन कह दिंदे आ, असेंडिंग कोलन है, ट्रांसवर्स कोलन है, डिसेंडिंग, इन्वर्टेड यू शेप्ड हुंदी है। तो अल्टीमेटली जाके फिर वो जिथे बैग है, जिथे मल स्टोर हुंदा रैक्टम है, उत्थे चल जाती है। तो रैक्टम तो बाद फिर एनस च असीं बाहर जो पॉटी करते हैं तो बाहर निकल जाती है। तो वो सारा किते ना किते इहदे च अंदर अल्सरेटिव कोलाइटिस बड़ी वैल नोन बीमारी है। अल्सरेटिव कोलाइटिस, कब्ज़ जी तुसीं गल कर रहे सीगे। हुण कब्ज़ बारे भी सब नूं बहुत लोड़ है कि एलोपैथिक सिस्टम ने तुसीं उत्थे पश्चिमी मुल्कां च उहनूं अंग्रेज नूं कहो बई इहनूं लैटरिन किन्ने दिन बाद जांदा, वो कहोगा मैं 3 दिन बाद जाना, कोई 4 दिन बाद जाना। वो एलोपैथी सानूं बहुत चिर पढ़ाई गया भी कोई गल नहीं जी, मर्जी है अगले दी, जिन्ने दिन बाद जाता जावे, ਉਹਦੀ कोई बॉदरेशन नहीं। आयुर्वेद कह रहा है जो 10,000 साल पुराना है, वो कह रहा है भी कब्ज़ बीमारियों की माँ है, और राइटली सो। हुण आके सानूं समझ आई भी आयुर्वेद तो ठीक कह रहा। किवें समझ आई कि मान लो तुहानूं कब्ज़ हो गई, कब्ज़ च की होगा, थोड़ा फूड जिहड़ा आके रुक गया, उत्थे रुक गया तो अंदरली लाइनिंग है तुहाडी पाइप है ना, पाइप अंदर जम्मेगा जाके, वो सख्त हो जाएगा। जिमें जिमें दिन लंघणगे पानी खून चला जाएगा, उन्हें सख्त हो जाना। एक पूरी जिमें प्लस्तर किया होंगे अंतड़े अंदर प्लस्तर हो गया। हुण जे प्लस्तर हो गया तो जो बेचारे गट फ्लोरा कित्थे रहूगा, उहदा घर उहदा तो सारा उजाड़ा पै गया। ਉਹਦੇ ਅੰਦਰ ਉਹ ਵੱਡੇ ਵੱਡੇ ਬਣੇ ਹੁੰਦੇ ਨਾ, ਉਹ ਅੰਦਰ ਅੰਦਰ ਉਹ घर बने होंगे आ, उन्होंने अपने आले ने पा रखे होंगे उत्थे बैक्टीरिया ने। तुसीं उहदे अंदर सीमेंट चेपता अंतड़ियां ने, जो सीमेंट चेपता तो उहदे तो घर डिस्ट्रॉय हो गए उन्होंने, वो की इत्थे जाणगे। वो फिर वो उत्थे जदों जदों वो प्लस्तर टाइप हो गया, उत्थे फिर गलेगा सड़ेगा खाना, गलेगा सड़ेगा, गंदियां गंदियां गैसां पैदा होणगियां, गंदियां गंदियां गैसां पैदा होणगियां। एक तो गंदियां गंदियां गैसां बाहर भी निकलणगियां। वो तुसीं देखिया होना भी बहुत लोग जिहड़े ने जदों वो फ्लेटस पास करते हैं तो बहुत गंदी हुंदी आ, तुसीं कमरे च बैठ भी नहीं सकते, इन्नी गंदी हुंदी। क्यों? क्योंकि डेली नहीं जा रहे हो, जां खाना इदां दा खा रहे हैं जिहड़ा कि गंदियां गंदियां गैसां बनाउण वाला। तो नॉर्मल बंदा जो नैचुरल फूड खाता होगा कभी मतलब ही नहीं कोई गैस तुहाडे फ्लेटस स्मैल आ जाए। जिहड़ा डाइट असीं एडवाइज कर रहे हैं, मतलब नहीं तुहानूं तुहाडी फ्लेटस स्मैल आ जाए। जे तुहानूं फ्लेटस पास हुंदी डेली सारा दिन हुंदी रहिंदी है थोड़ी बहुती, लेकिन कोई तुहानूं जज नहीं कर सकता तुसीं फ्लेटस पास कीती है। दैट इज़ द हेल्थ, साइन ऑफ हेल्थ। जे थोड़ी फ्लेटस स्मैल आ रही है, दैट्स अ साइन ऑफ इल हेल्थ, वो बीमारी की निशानी है। क्यों? क्योंकि वो कला स्मैल नहीं है, वो जिहड़ियां गैसां ने स्मैल माड़ी है तो इसदा मतलब वो जहरीलियां ने, जहरीलियां गैसां ने। जहरीली गैस है तो कल्ली जहरीली गैस बाहर नहीं निकल रही, जहरीली गैस थोड़े खून च भी जा रही है। जे उत्थे बन रही है तो कुछ कुछ खून च भी तो जाएगी ना, खून च जाके थोड़े चुप कैब बैठेगी। तुसीं जहर अपनी तुहाडी जिहड़ी लार्ज इंटस्टाइन है, कब्जी वाले दी लार्ज इंटस्टाइन फैक्टरी बन गई जहर पैदा करन दी। एक तो तुसीं इत्थे उहनां दे अपने वो दोस्त मारते, दोस्तां दे घर खराब करते। दूजी गल वो जहर पैदा करने की फैक्टरी पैदा करती उत्थे, कि वो गैसां बनी जा रही ने, उत्थे गल सड़ रहा जदों कुछ, तो कुदरती गल उत्थे वो भी अपने जिहड़े माड़े प्रभाव होणगे। सो कब्ज़ जिहड़ी है वो कदी नहीं रहण देनी। सो अपनी जिहड़ी गल फोकस अज दी वीडियो च मैं समझदा कि जिहड़ियां दो गल्लां फोकस करने वालियां ने, कि एक तो हैगा गट फ्लोरा का बहुत ध्यान रखना कि थोड़ा गट फ्लोरा हेल्दी रहना चाहिए। वो गट फ्लोरा अगर वीक हुंदा तो तुसीं बीमार होवोगे। नंबर 2 ते कब्जी कदी नहीं होनी चाहिए। हुण कब्जी की चीज़ है, कब्जी की गल जो आप गल करांगे उस डिटेल भी कर लांगे, लेकिन कब्ज़ का मतलब ये नहीं है कि एक बार तुसीं दिल्ली जाए तो तुहानूं कब्ज़ नहीं है। तुहानूं प्रॉपर वैक्यूएशन होनी चाहिए है। जो तुसीं एक बार जाने की हैबिट है तो प्रॉपरली वैक्यूएट होना चाहिए। फिर अब्बल जिहड़ा 2 बारी 3 बारी तक भी नॉर्मल है। जे 2 बारी या 3 बारी तुसीं जाने हो तो हेल्दी है, दैट्स ए साइन ऑफ हैल्थ, प्रोवाइडेड थोड़ी जी पॉटी है
ਉਹ ਫਾਰਮਡ ਹੋਣੀ ਚਾਹੀਦੀ ਹੈ। ਇਹ ਨਹੀਂ ਵੀ ਪਾਣੀ ਜਾਂ ਅਲੱਗ ਹੋਵੇ ਤੇ ਸੋਲਿਡ ਮੈਟਰ ਅਲੱਗ ਹੋਵੇ, ਜਾਂ ਪਾਣੀ ਦੇ ਵਿੱਚ ਜਦੋਂ ਲੈਟਰਿਨ ਜਾਵੇ ਤਾਂ ਖਿੰਡ ਜੀ ਜਾਵੇ। ਵੈਲ ਫਾਰਮਡ ਸਟੂਲਸ ਅਗਰ ਹੈਗੇ ਨੇ ਔਰ ਪਾਣੀ 'ਚ ਜਾ ਕੇ ਥੱਲੇ ਬੈਠ ਜਾਂਦੇ ਆ ਔਰ ਉਹ 'ਚ ਕੋਈ ਸਮੈਲ ਨਹੀਂ ਹੈ, ਬੈਡ ਸਮੈਲ ਨਹੀਂ ਹੈ, ਤਾਂ ਦੈਟ ਇਜ਼ ਅ ਸਾਈਨ ਆਫ ਕਿ ਤੁਹਾਡੀ ਪੋਟੀ ਠੀਕ ਹੈ। ਜੇ ਤੁਸੀਂ 2 ਵਾਰੀ ਵੀ ਜਾ ਰਹੇ ਹੋ ਓਕੇ ਹੈਲਦੀ ਹੈ, 3 ਵਾਰੀ ਵੀ ਜਾ ਰਹੇ ਹੋ ਓਕੇ ਹੈਲਦੀ ਹੈ, ਕੋਈ ਪ੍ਰੋਬਲਮ ਨਹੀਂ ਹੈ। ਜੇ 1 ਵਾਰੀ ਵੀ ਜਾ ਰਹੇ ਹੋ ਤਾਂ ਵੀ ਹੈਲਦੀ ਹੈ, ਇਹ ਨਹੀਂ ਵੀ 1 ਵਾਰੀ ਵੀ ਹੈਲਦੀ ਨਹੀਂ ਹੈ, ਪਰ 1 ਵਾਰੀ ਅਗਰ ਜਾਂਦੇ ਹੋ ਤੁਸੀਂ ਤਾਂ ਫਿਰ ਤੁਹਾਡੀ ਪ੍ਰੋਪਰ ਵੈਕੂਏਸ਼ਨ ਹੋਣੀ ਚਾਹੀਦੀ ਹੈ। ਪਰ ਇਹ ਨਾ ਹੋਵੇ ਵੀ ਤੁਸੀਂ ਫਿਰ ਵੀ ਤੁਹਾਨੂੰ ਮਤਲਬ ਪ੍ਰੋਪਰਲੀ ਵੈਕੂਏਟ ਨਾ ਹੋਵੇ। ਤਾਂ ਜੇ ਤੁਸੀਂ ਤੁਹਾਨੂੰ ਕੌਨਸਟੀਪੇਸ਼ਨ ਹੋਏਗੀ ਤਾਂ ਤੁਹਾਡਾ ਸਾਰੇ ਸਰੀਰ ਲਈ ਬਿਮਾਰੀਆਂ ਇਨਵਾਈਟ ਕਰ ਰਹੇ ਹੋ ਤੁਸੀਂ। ਉਹ ਮਲਟੀਪਲ ਤਰੀਕੇ ਨੇ ਜਿਸ ਤਰ੍ਹਾਂ ਤੁਸੀਂ ਬਿਮਾਰ ਹੋ ਰਹੇ ਹੋ। ਤਾਂ ਉਹ ਉਸ ਤੋਂ ਇਲਾਵਾ ਜਿਹੜੀ ਥੱਲੇ ਲਾਸਟ ਐਂਡ 'ਤੇ ਜਾ ਕੇ ਫਿਰ ਜਿਹੜੀਆਂ ਪਾਈਲਸ ਹੁੰਦੀਆਂ ਨੇ, ਬਵਾਸੀਰ ਜਿਹਨੂੰ ਆਪਾਂ ਕਹਿੰਦੇ ਹਾਂ, ਬਵਾਸੀਰ ਜਿਹੜੀ ਹੈ ਉਹ ਰੈਕਟਮ ਦੇ ਥੱਲੜੇ ਹਿੱਸੇ 'ਤੇ ਹੁੰਦੀ ਹੈ। ਉੱਥੇ ਵੇਨਸ ਹੁੰਦੀਆਂ ਨੇ ਜਿਹੜੀਆਂ ਕਿ ਜਿਹੜੀਆਂ ਡਾਇਲੇਟ ਹੋ ਜਾਂਦੀਆਂ ਨੇ, ਉਹ ਕੁਛ ਕਬਜੀ ਕਰਕੇ ਵੀ ਹੋ ਜਾਂਦੀਆਂ ਨੇ, ਕੁਛ ਲੋਕ ਜਿਹਨਾਂ ਦਾ ਖਾਣ ਪੀਣ ਮਾੜਾ ਹੁੰਦਾ ਉੱਥੇ ਉਹਦੇ ਕਰਕੇ ਹੋ ਜਾਂਦੀਆਂ ਨੇ। ਤਾਂ ਉਹ ਬਵਾਸੀਰ ਹੁੰਦੀ ਹੈ ਕਿ ਫਿਰ ਖੂਨ ਆਉਣ ਲੱਗ ਜਾਂਦਾ, ਖੂਨ ਆਉਣ ਤੋਂ ਬਾਅਦ ਹੌਲੀ ਹੌਲੀ ਉਹ ਵੇਨਸ ਜਿਹੜੀਆਂ ਪੱਕੇ ਤੌਰ 'ਤੇ ਪਰਮਾਨੈਂਟ ਇਲਾਜ ਹੋ ਜਾਂਦੀਆਂ ਅਤੇ ਉਹ ਮੌਕੇ ਬਣ ਜਾਂਦੇ, 3 ਮੌਕੇ ਬਣ ਜਾਂਦੇ ਆ, 3 ਰੀਜਨ ਦੀਆਂ ਉਹ ਵੇਨਸ ਇੱਦਾਂ ਦੀਆਂ ਕਿ 3 ਹਿੱਸੇ ਉਹਦੇ 3 ਗੁੱਛੇ ਜਿਹੇ ਬਣ ਜਾਂਦੇ ਆ। ਉਹ ਫਿਰ ਕਈ ਵਾਰੀ ਗੁੱਛੇ ਜਿਹੜੇ ਨੇ ਅੰਦਰ ਤਾਂ ਦਿਖਦੇ ਹੀ ਨੇ ਜਦੋਂ ਤੁਸੀਂ ਅੰਦਰੋਂ ਦੇਖੋਗੇ ਉਹ ਪਾ ਕੇ ਪ੍ਰੋਕਟੋਸਕੋਪ, ਲੇਕਿਨ ਜਦੋਂ ਉਹ ਬਹੁਤ ਜ਼ਿਆਦਾ ਹੋ ਜਾਂਦੇ ਫਿਰ ਬਾਹਰ ਵੀ ਆਉਣ ਲੱਗ ਜਾਂਦੇ, ਉਹ ਬਾਹਰ ਵੀ ਆਉਣ ਲੱਗ ਜਾਂਦੇ ਆ। ਤਾਂ ਉਹਦੇ ਅੰਦਰ ਖੂਨ ਦੀਆਂ ਬੂੰਦਾਂ ਗਿਰਨ ਲੱਗ ਜਾਣਗੀਆਂ, ਉਹਨੂੰ ਪਾਇਲਸ ਕਹਿ ਦਿੰਦੇ ਆ। ਅਤੇ ਜੇ ਬਵਾਸੀਰ ਜ਼ਿਆਦਾ ਹੋਵੇ ਤਾਂ ਜਿਹੜੀ ਐਨਲ ਓਪਨਿੰਗ ਦੇ ਉੱਪਰ ਜ਼ਖਮ ਹੋ ਜਾਂਦਾ ਉਹਨੂੰ ਕਹਿੰਦੇ ਐਨਲ ਫਿਸ਼ਰ। ਐਨਲ ਫਿਸ਼ਰ ਜਿਹੜੀ ਹੈ ਉਹ ਪੇਨਫੁਲ ਹੁੰਦੀ ਹੈ, ਉਹ ਦਰਦ ਕਰਦੀ ਹੈ। ਉਹਦੇ ਅੰਦਰ ਬਲੱਡ ਜਿਹੜਾ ਇੱਕ ਲਾਈਨ ਜੀ ਬਣ ਕੇ ਆਉਂਦਾ ਲੈਟਰਿਨ ਦੇ ਨਾਲ ਲੱਗ ਕੇ, ਡ੍ਰੌਪਸ ਨਹੀਂ ਗਿਰਦੇ। ਜੇ ਉਹ ਡ੍ਰੌਪਸ ਗਿਰ ਰਹੇ ਤਾਂ ਮਤਲਬ ਪਾਇਲਸ ਹੈ। ਸੋ ਬਵਾਸੀਰ ਅਲੱਗ ਚੀਜ਼ ਹੈ, ਐਨਲ ਫਿਸ਼ਰ ਅਲੱਗ ਚੀਜ਼ ਹੈ। ਆਪਣੇ ਤਾਂ ਇੱਥੇ ਤਕਰੀਬਨ ਮਰੀਜ਼ ਕਨਫਿਊਜ਼ ਕਰਦੇ ਦੋਨਾਂ ਚੀਜ਼ਾਂ ਨੂੰ, ਉਹਨੂੰ ਬਵਾਸੀਰ ਹੀ ਕਹਿਣਗੇ ਉਹ। ਲੇਕਿਨ ਡਾਕਟਰ ਦਾ ਤੋਂ ਅਸੀਂ ਉਹਨੂੰ ਡਿਫਰੈਂਸ਼ੀਏਟ ਕਰ ਲੈਂਦੇ ਕਿ ਬਵਾਸੀਰ ਦਾ ਇਲਾਜ ਡਿਫਰੈਂਟ ਹੈ, ਐਨਲ ਫਿਸ਼ਰ ਦਾ ਇਲਾਜ ਡਿਫਰੈਂਟ ਹੈ। ਇੱਕ ਬਿਮਾਰੀ ਲਾਸਟ ਦੇ ਵਿੱਚ ਇੱਕ ਹੋਰ ਹੁੰਦੀ ਹੈ ਇੱਥੇ, ਉਹਨੂੰ ਕਹਿੰਦੇ ਫਿਸਟੁਲਾ। ਫਿਸਟੁਲਾ ਦਾ ਮਤਲਬ ਹੁੰਦਾ ਜਿਸ ਬੰਦੇ ਦੀ ਲੈਟਰਿਨ ਜਿਹੜੀ ਆ ਉਹ ਗੰਦੀ ਹੈ, ਇਨਫੈਕਟ ਮਤਲਬ ਉਹ ਰੁਕਦੀ ਹੈ ਅਤੇ ਗੰਦੀ ਹੈ ਅਤੇ ਗੰਦੀਆਂ ਗੈਸਾਂ ਵਾਲੀ ਹੈ। ਉਹ ਕਿਤੇ ਨਾ ਕਿਤੇ ਉਹਦੇ ਅੰਦਰ ਥੋੜ੍ਹੀ ਅਗਰ ਰੈਕਟਮ 'ਚ ਰੁਕੇਗੀ ਤਾਂ ਉਹ ਰੁਕ ਕੇ ਵੀ ਥਾਂ ਬਣਾ ਲੈਂਦੀ ਹੈ, ਆਪਣੀ ਥਾਂ ਬਣਾ ਕੇ ਫਿਰ ਉਹ ਉੱਥੇ ਰੈਕਟਮ ਦੇ ਬਾਹਰ ਐਬਸੈਸ ਕਰ ਦਿੰਦੀ ਹੈ, ਪਸ ਬਣ ਜਾਂਦੀ ਹੈ। ਉਹ ਪਸ ਕੇ ਫਿਰ ਲੈਟਰਿਨ ਦੇ ਆਲੇ ਦੁਆਲੇ ਜਾ ਕੇ ਕੋਈ ਮੋਰੀ ਬਣਾ ਕੇ ਨਿਕਲ ਜਾਂਦੀ ਹੈ। ਉਹਨੂੰ ਕਹਿੰਦੇ ਆ ਫਿਸਟੁਲਾ, ਪੈਰੀਨਲ ਫਿਸਟੁਲਾ, ਕਿ ਉਸ ਏਨਸ ਦੇ ਆਲੇ ਦੁਆਲੇ ਜਿਹੜੀ ਮਲ ਦੁਆਰ ਹੈ ਉਹਦੇ ਆਲੇ ਦੁਆਲੇ ਇੱਕ ਨਿੱਕੀ ਜਿਹੀ ਮੋਰੀ ਜਿਹੀ ਹੋ ਜਾਂਦੀ ਹੈ। ਉਹ ਪਹਿਲਾਂ ਪੇਨਫੁਲ ਸੁੱਜਾ ਹੁੰਦਾ ਅਤੇ ਫਿਰ ਉਹ 'ਚ ਪੀਕ ਨਿਕਲਣ ਲੱਗ ਜਾਂਦੀ ਹੈ। ਉਹ ਫਿਰ ਬਾਅਦ 'ਚ ਹੀਲ ਨਹੀਂ ਕਰਦਾ। ਉਹ ਐਸੀ ਗੰਦੀ ਥਾਂ 'ਤੇ ਹੈ ਕੋਈ ਹੀਲ ਨਹੀਂ ਕਰਦਾ। ਉਹਨੂੰ ਪਗੰਦਰ ਕਹਿੰਦੇ, ਉਹਨੂੰ ਪਗੰਦਰ ਕਹਿ ਦਿੰਦੇ ਆ। ਜਿਹੜਾ ਐਨਲ ਫਿਸਟੁਲਾ ਹੈ ਉਹਨੂੰ ਕਹਿੰਦੇ ਪਗੰਦਰ। ਅਤੇ ਪਗੰਦਰ ਦਾ ਖਤਰਨਾਕ ਨਹੀਂ, ਖਤਰਨਾਕ ਨਹੀਂ, ਉਹਦੀ ਤੰਗ ਬਹੁਤ ਕਰਦੀ, ਪਰ ਤੰਗ ਬਹੁਤ ਕਰਦੀ ਹੈ, ਠੀਕ ਨਹੀਂ ਨਾ ਹੁੰਦੀ, ਕਰੋਨਿਕ ਹੋ ਜਾਂਦੀ ਹੈ। ਉਹ ਤੁਸੀਂ ਐਂਟੀਬਾਇਓਟਿਕ ਖਾਧੇ, ਉਹ ਦਬ ਗਈ, ਫਿਰ ਜਦ ਨੂੰ ਤੁਸੀਂ ਹੋਰ ਮਹੀਨਾ ਕੁ ਲੰਘਦਾ, ਜਦ ਨੂੰ ਉਹਨਾਂ ਐਂਟੀਬਾਇਓਟਿਕ ਦਾ ਅਸਰ ਤੁਹਾਡੇ ਗੱਟ ਫਲੋਰਾ ਮਸਾਂ ਫਿਰ ਬਣਦੇ ਆ, ਫਿਰ ਹੋ ਜਾਂਦੀ ਹੈ। ਬਾਰ ਹੁੰਦੀ ਰਹਿੰਦੀ, ਬਾਰ ਤੁਸੀਂ ਐਂਟੀਬਾਇਓਟਿਕ ਖਾਂਦੇ ਰਹਿੰਦੇ ਹੋ, ਤੁਸੀਂ ਪਰਮਾਨੈਂਟ ਬਿਮਾਰੀ ਹੋ ਜਾਂਦੇ ਹੋ। ਕੁਛ ਤਾਂ ਉਹਦੇ ਕਰਕੇ ਬਿਮਾਰ ਹੁੰਦੇ ਹੋ ਪਗੰਦਰ ਕਰਕੇ, ਕੁਛ ਐਂਟੀਬਾਇਓਟਿਕ ਖਾਣ ਕਰਕੇ ਬਿਮਾਰ ਹੋ ਜਾਂਦੇ ਹੋ। ਸੋ ਭਗੰਦਰ ਵਾਲਾ ਬੰਦਾ ਜਿਹੜਾ ਉਹ ਤਕਰੀਬਨ ਕੋਈ ਚੱਕਰ 'ਚ ਫਸ ਜਾਂਦਾ ਕਿ ਉਹ ਭਗੰਦਰ ਠੀਕ ਕਰਨ ਲਈ ਐਂਟੀਬਾਇਓਟਿਕ ਖਾਂਦਾ, ਐਂਟੀਬਾਇਓਟਿਕ ਜਿਹੜੇ ਡਾਕਟਰ ਗੱਟ ਫਲੋਰਾ ਮਾਰ ਦਿੰਦੇ ਆ, ਗੱਟ ਫਲੋਰਾ ਹੋਰ ਬਿਮਾਰ ਕਰ ਦਿੰਦਾ। ਤਾਂ ਉਹ ਫਿਰ ਕੋਈ ਚੱਕਰ 'ਚ ਫਸ ਜਾਂਦਾ, ਐਂਟੀਬਾਇਓਟਿਕ ਭਗੰਦਰ, ਐਂਟੀਬਾਇਓਟਿਕ ਭਗੰਦਰ ਦੇ ਕੋਲ। ਤਾਂ ਇਸ ਕਿਸਮ ਦਾ ਜਿਹੜਾ ਕੋਈ ਚੱਕਰ ਹੈ ਉਹ ਤੋਂ ਬਚਣ ਲਈ ਜਿਹੜੀ ਆ ਆਪਾਂ ਨੂੰ ਜਿਹੜੀ ਕੀ ਫੂਡ ਹੈਬਿਟ ਚਾਹੀਦੀਆਂ ਨੇ, ਉਹ ਫੂਡ ਹੈਬਿਟ ਜਿਹੜੀਆਂ ਨੇ ਅਗਰ ਠੀਕ ਹੋਣ ਸਾਡੀਆਂ, ਤਾਂ ਇਹਨਾਂ 'ਚੋਂ ਮੂੰਹ ਤੋਂ ਲੈ ਕੇ ਥੱਲੇ ਤੱਕ ਕੋਈ ਬਿਮਾਰੀ ਨਹੀਂ ਹੁੰਦੀ। ਉਹਨਾਂ ਦਾ ਇਲਾਜ ਇੱਕੋ ਹੀ ਹੈ। ਅੰਤੜੀਆਂ ਦੀ ਬਿਮਾਰੀਆਂ ਦਾ ਇਲਾਜ ਸਿੰਗਲ ਇਲਾਜ ਹੈ, ਹੈਲਦੀ ਖਾਣਾ ਖਾਣਾ। ਜੇ ਤੁਸੀਂ ਹੈਲਦੀ ਖਾਣਾ ਖਾ ਰਹੇ ਹੋ ਪਲੱਸ ਇੱਥੋਂ ਦੀ ਸਫਾਈ ਰੱਖ ਰਹੇ ਹੋ, ਬਸ ਤੁਹਾਨੂੰ ਇੰਨਾ ਹੀ ਕੰਮ ਕਰਨਾ। ਇਸ ਰੀਜਨ ਦੀ ਜਿਹੜਾ ਤੁਹਾਡਾ ਗੇਟਵੇ ਹੈ ਬਾਹਰ ਨਾਲ ਜੁੜਿਆ ਹੋਇਆ, ਇਸ ਗੇਟਵੇ ਦਾ ਧਿਆਨ ਰੱਖੋ। ਇਸ ਗੇਟਵੇ ਧਿਆਨ ਕਰਨ ਲਈ ਅਸੀਂ 2-3 ਟਿਪਸ ਦਿੰਦੇ ਹਾਂ। ਬਰੱਸ਼ ਤਾਂ ਕਰਨਾ ਹੀ ਕਰਨਾ, ਬਰੱਸ਼ ਜਾਂ ਦਾਤਨ, ਮੂੰਹ ਸਾਫ਼ ਰੱਖਣ ਲਈ। ਉਸ ਤੋਂ ਇਲਾਵਾ ਗਰਾਰੇ, ਜੇ ਕੋਈ ਮਾੜਾ ਮੋਟਾ ਤੁਹਾਨੂੰ ਉੱਚ ਨੀਚ ਹੁੰਦੀ ਹੈ, ਨਮਕ ਹਲਦੀ ਵਾਲੇ ਗਰਾਰੇ। ਜੇ ਥੋੜ੍ਹਾ ਜਿਹਾ ਇੱਥੇ ਸਾਇਨਸਸ ਹੁੰਦੇ ਆ, ਸਾਇਨਸ ਹੁੰਦੇ, ਉਹ ਜੰਮ ਰਿਹਾ ਲੱਗਦਾ, ਰੇਸ਼ਾ ਗਲ 'ਚ ਗਿਰਦਾ, ਤਾਂ ਭਾਫ਼ ਲੈਣਾ। ਨੰਬਰ 3 'ਤੇ ਸੁੰਡ
ਸੁੰਡ ਦਾ ਇਸਤੇਮਾਲ ਅਸੀਂ ਨੱਕ ਨਸਵਾਰ ਰਾਹੀਂ ਵੀ ਕਰ ਦਿੰਦੇ ਹਾਂ, ਉਹ ਸਾਇਨਸ ਨੂੰ ਠੀਕ ਡੀਲ ਕਰ ਲੈਂਦੇ, ਜੀਭ ਤੇ ਰੱਖ ਲੈਂਦੇ, ਉਹ ਮੂੰਹ ਸਾਫ਼ ਕਰ ਦਿੰਦੇ ਆ। ਸੋ 3 ਸਾਡੇ ਗੋਲਡਨ ਪ੍ਰਿੰਸੀਪਲਸ ਨੇ, ਨਮਕ ਹਲਦੀ ਤੇ ਗਰਾਰੇ, ਤੁਹਾਡੇ ਜਿਹੜੇ ਭਾਫ ਤੇ ਸੁੰਡ, ਇਹ 3 ਇਸ ਸਿਸਟਮ ਨੂੰ ਕਲੀਨ ਨੀਟ। ਤੇ ਚੌਥੇ ਆਪਾਂ ਲਾ ਲਓ ਬਰਸ਼ਿੰਗ ਜਾਂ ਦਾਤਨ ਕਰਨਾ। ਤੇ ਪੰਜਵਾਂ ਅਸੀਂ ਕਹਿੰਦੇ ਹਾਂ ਆਇਲ ਪੁਲਿੰਗ। ਜੇ ਤੁਹਾਡੇ ਦੰਦ ਮਾੜੇ ਮੋਟੇ ਖਰਾਬ ਨੇ, ਆਇਲ ਪੁਲਿੰਗ ਨਾਂ ਦੀ ਚੀਜ਼ ਹੁੰਦੀ, ਉਹਨੂੰ ਆਪਾਂ ਡਿਟੇਲ 'ਚ ਫਿਰ ਕਰ ਲਾਂਗੇ। ਸੋ ਪੰਜ ਚੀਜ਼ਾਂ ਸਾਡੀ ਇੱਥੇ ਹੋ ਗਈਆਂ ਇਹਨੂੰ ਸਾਫ਼ ਸੁਥਰਾ ਰੱਖਣ ਲਈ, ਗਰਾਰੇ, ਭਾਫ, ਸੁੰਡ, ਆਇਲ ਪੁਲਿੰਗ ਤੇ ਬਰਸ਼ਿੰਗ ਜਾਂ ਦਾਤਨ ਕਰਨਾ। ਸੋ ਇਹ 5 ਚੀਜ਼ਾਂ ਨੂੰ ਰੈਗੂਲਰਲੀ ਢੰਗ ਸਿਰ ਯੂਜ਼ ਕਰੋ। ਬਾਕੀ ਖਾਣਾ ਹੈਲਦੀ ਖਾਓ। ਹੈਲਦੀ ਦਾ ਮਤਲਬ 50% ਕੱਚਾ ਖਾਓ, 50% ਪੱਕਿਆ ਖਾਓ। ਪੱਕੇ ਦੇ ਅੰਦਰ ਜਿਹੜੇ ਨੇ ਹਾਈ ਫਾਈਬਰ ਫੂਡ ਖਾਓ, ਜਿਸ 'ਚ ਮਿਲਟਸ ਨੇ ਜਾਂ ਜਿਹੜੇ ਹੋਰ ਅਨਾਜ ਨੇ, ਨਿਊਟਰਲ ਅਨਾਜ ਨੇ, ਮੱਕੀ ਹੈ, ਬਾਜਰਾ ਹੈ, ਜਵਾਰ ਹੈ। ਕਣਕ ਦੀ ਇਸਤੇਮਾਲ ਜਿਹੜਾ ਘੱਟ ਰੱਖੋ। ਖਾਣੀ ਹੈ ਕਣਕ ਤਾਂ ਉਹਨੂੰ ਮਿਕਸ ਕਰਕੇ ਖਾਓ, ਕੱਲੀ ਪਿਓਰ ਕਣਕ ਨਾ ਖਾਓ, ਕਿ ਪਿਓਰ ਕਣਕ ਜਿਹੜੀ ਹੈ ਉਹ 'ਚ ਲੇਸ ਬਹੁਤ ਜ਼ਿਆਦਾ ਹੈ, ਲੇਸਲੀ ਬਹੁਤ ਜ਼ਿਆਦਾ, ਅੰਤੜੀਆਂ ਚਿਪਕਦੀ ਬਹੁਤ ਹੈ, ਉਹ ਸਾਰੀ ਅੰਤੜੀਆਂ ਨੂੰ ਖਰਾਬ ਕਰਦੀ ਹੈ ਅਤੇ ਗੰਦੀਆਂ ਗੈਸਾਂ ਬਣਨ ਦਾ ਆਧਾਰ ਬਣਦੀ ਹੈ। ਤਾਂ ਉਹ ਕਿਤੇ ਨਾ ਕਿਤੇ ਜਿਹੜਾ ਹੈਲਦੀ ਫੂਡ ਖਾਣ ਵਾਲਾ ਸਿਸਟਮ, ਇਹ ਜਿਹੜਾ ਸਿਸਟਮ ਹੈ ਹੈਲਦੀ ਖਾਣ ਵਾਲਾ, ਅਤੇ ਹੈਲਦੀ ਬਾਕੀ ਆਪਣਾ ਰੈਗੂਲਰਲੀ ਟਾਈਮ ਸਿਰ ਜਾਓ, ਕਿਉਂਕਿ ਜਿਹੜੀ ਸਰਕੇਡੀਅਨ ਰਿਦਮ ਹੈ, ਕਲੌਕ ਹੈ, ਇਨਰ ਕਲੌਕ, ਕਿ ਟਾਈਮ ਸਿਰ ਪੱਟੀ ਜਾਓ। ਇਹ ਨਹੀਂ ਵੀ ਕਦੀ ਕਦੋਂ ਜਾ ਰਹੇ, ਕਦੀ ਕਦੋਂ ਜਾ ਰਹੇ, ਕਦੀ ਕਦੋਂ ਉੱਠ ਰਹੇ, ਕਦੀ ਕਦੋਂ। ਸੋ ਖਾਣ ਦਾ ਟਾਈਮ, ਪੱਟੀ ਜਾਣ ਦਾ ਟਾਈਮ, ਸੌਣ ਦਾ ਟਾਈਮ, ਇਹ 3 ਪੱਕੇ ਹੋਣੇ ਚਾਹੀਦੇ ਆ। ਜਦੋਂ ਹੀ ਹੋਊਗਾ ਤੁਹਾਡੀ ਇਨਰ ਕਲੌਕ ਸੈੱਟ ਹੋ ਜਾਏਗੀ। ਤੁਹਾਡੀਆਂ ਅੰਤੜੀਆਂ ਹੁਣ ਜੇ ਬੰਦੇ ਉੱਠਦੇ ਸਵੇਰੇ ਚਾਹ ਪੀ ਆਪਣੇ ਲੈਟਰ ਨਹੀਂ ਆਉਂਦੀ ਜੀ, ਕੋਈ ਕਹਿੰਦਾ ਬੀੜੀ ਪੀ ਆਪਣਾ ਨਹੀਂ ਆਉਂਦੀ ਜੀ। ਜੇ ਤੁਹਾਡਾ ਸਰਕੇਡੀਅਨ ਰਿਦਮ ਸੈੱਟ ਹੈ, ਤੁਹਾਨੂੰ ਕੁਛ ਨਹੀਂ ਕਰਨ ਦੀ ਲੋੜ। ਮੈਂ ਫਿਲਮ ਦੇਖੀ ਸੁਣੇ ਉਹਨੇ ਪਿੱਛੇ ਜੇ ਪੰਜਾਬੀ ਦੀ, ਸਰਕੇਡੀਅਨ ਰਿਦਮ ਤੋਂ ਯਾਦ ਆ ਗਿਆ। ਉਹਦੇ ਵਿੱਚ ਉਹ ਬੰਦੇ ਬਾਹਰ ਲੈਟਰਿਨ ਬੈਠੇ ਹੁੰਦੇ ਨੇ, ਸਵੇਰੇ ਉੱਠ ਕੇ ਜੇ 3 ਵਜੇ ਉੱਠ ਕੇ ਬੈਠ ਜਾਂਦੇ ਨੇ। ਉਹ ਕਹਿੰਦਾ, ਨਾਲ ਵਾਲਾ ਬੰਦਾ ਕਹਿੰਦਾ ਵੀ 4 ਵਾਲੀ ਗੱਡੀ 3 ਵਜੇ ਕਿਵੇਂ ਆ ਜੂਗੀ। ਠੀਕ ਹੈ, ਮਤਲਬ ਕਹਿਣ ਤੋਂ ਭਾਵ ਹੈ ਵੀ 4 ਵਜੇ ਜਿਹੜੀ ਲੈਟਰਿਨ ਆਣੀ ਆ ਆਪਾਂ ਨੂੰ 3 ਵਜੇ ਕਿਵੇਂ ਆ ਜੂਗੀ। ਸਰਕੇਡੀਅਨ ਸਿਸਟਮ ਹੈ, ਨੈਟ ਸਿਸਟਮ। ਸੋ ਇਹ ਟਾਈਮ ਵੀ ਲਗਭਗ ਜਿਹੜੀ ਅਸੀਂ ਅੱਜ ਕੱਲ੍ਹ ਮਨ ਮਰਜ਼ੀ ਕਰਦੇ ਹਾਂ ਵੀ ਮੇਰਾ ਜੀ ਕਰੇ ਜਿੰਨੇ ਵਜੇ ਮਰਜ਼ੀ ਉੱਠੂ ਮੈਂ, ਜਿੰਨੇ ਵਜੇ ਜਿੰਨੇ ਵਜੇ। ਤਾਂ ਮੇਜਰ ਖਾਣਾ ਖਾਣ ਦਾ ਟਾਈਮ, ਜਿਹੜਾ ਖਾਣ ਪੀਣ ਦਾ ਟਾਈਮ ਸੈੱਟ ਹੋਣਾ ਚਾਹੀਦਾ। ਖਾਣੇ ਦੇ ਵਿਚਾਲੇ ਗੈਪ ਹੋਵੇ, ਪ੍ਰੋਪਰ ਗੈਪ ਹੋਵੇ। ਇਹ ਨਹੀਂ ਵੀ ਜੋ ਮਰਜ਼ੀ ਜਦੋਂ ਮਰਜ਼ੀ ਕਿਸੇ ਨੇ ਆਫਰ ਅੱਗੇ ਥਾਲੀ ਕਰਤੀ, ਪਲੇਟ ਕਰਤੀ, ਚੱਕ ਲਿਆ ਸੀ। ਇੱਕ ਵਾਰੀ ਖਾ ਲਿਆ ਤਾਂ ਫਿਰ ਉਸ ਤੋਂ ਬਾਅਦ ਮੂੰਹ ਸ਼ਟ ਅਪ ਹੋ ਜਾਓ, ਮਤਲਬ ਮੂੰਹ ਬੰਦ ਕਰ ਲਓ ਆਪਣਾ, ਵੀ ਹੁਣ ਇੰਨਾ ਚਿਰ ਮੈਂ ਨਹੀਂ ਖਾਣਾ, ਜੋ ਮਰਜ਼ੀ ਕੋ ਆਫਰ ਕਰੀ ਜਾਵੇ। ਤਾਂ ਇਸ ਕਰਕੇ ਜਿਹੜਾ ਇਹ ਬਾਰ ਮੂੰਹ ਚਲਾਈ ਜਾਣ ਵਾਲਾ ਸਾਰਾ ਦਿਨ ਕੰਮ ਹੈ, ਇਹ ਵੀ ਮਾੜਾ। ਅਤੇ ਖਾਣਾ ਟਾਈਮ ਸਿਰ ਹੈ, ਸੌਣਾ ਟਾਈਮ ਸਿਰ ਹੈ, ਪੋਟੀ ਟਾਈਮ ਸਿਰ ਜਾਣਾ। ਤਾਂ ਇਹ ਅਤੇ ਬਾਕੀ ਹੈਲਦੀ ਖਾਣਾ। ਤਾਂ ਇਹ ਜੇ ਆਪਾਂ ਗੋਲਡਨ ਪ੍ਰਿੰਸੀਪਲ, ਨਿੱਕੀਆਂ ਗੱਲਾਂ ਨੇ ਬੜੀਆਂ, ਸਿਰਫ ਆਪਣੇ ਆਪ ਨੂੰ ਡਿਸਿਪਲਿਨ ਕਰਨ ਦੀ ਲੋੜ ਹੈ ਅਤੇ ਕੋਈ ਪ੍ਰੋਬਲਮ ਆਉਂਦੀ ਵੀ ਨਹੀਂ ਹੈ। ਡਾਕਟਰ ਸਾਹਿਬ, ਥੋੜ੍ਹੀ ਜਿਹੀ ਗੱਲ ਆਪਾਂ ਇਹਦੀ ਕਰ ਲਈਏ ਕਿ ਅਗਲੇ ਵਾਰ ਕਰਨੀ ਹੈ ਵੀ ਕਿਹੜੇ ਸਿੰਪਟਮ, ਜਿਹੜੀਆਂ ਅੰਤੜੀਆਂ ਦੇ ਵਿੱਚ ਜਿੰਨੀਆਂ ਵੀ ਤੁਸੀਂ ਬਿਮਾਰੀਆਂ ਗਿਣੀਆਂ ਨੇ, ਕਿਹੜੇ ਸਿੰਪਟਮ ਨੇ, ਅਤੇ ਇਹਨਾਂ ਦੇ ਵਿੱਚ ਕੀ ਆਪਾਂ ਇਹਨੂੰ ਕੀ ਕਰ ਸਕਦੇ। ਲੰਬਾ ਜਿਹੜਾ ਖਲਾਰਾ ਪੈ ਜਾਏਗਾ। ਆਪਾਂ ਨਾ ਸਿਸਟਮ, ਹੁਣ ਆਪਾਂ ਸਾਰੀ ਅੰਤੜੀਆਂ ਦੀ ਗੱਲ ਕਰ ਲਈ ਮੋਟੀ, ਇੱਥੋਂ ਲੈ ਕੇ ਮਲ ਦੁਆਰ ਤੱਕ, ਵੀ ਕੀ ਹੋ ਸਕਦਾ। ਕੋਈ ਬਹੁਤਾ ਲੰਬਾ ਚੌੜਾ ਕੰਮ ਨਹੀਂ ਹੈ, ਬੜਾ ਸਿੰਪਲ ਜਿਹਾ ਕੰਮ ਹੈ। ਐਵੇਂ ਡਾਕਟਰਾਂ ਨੇ ਲਿਜਾ ਰੱਖਿਆ ਵੀ, ਅਤੇ ਉਹ ਜੇ ਸਿੰਪਲ ਜਿਹਾ ਕੰਮ ਹੋਊਗਾ ਤਾਂ ਹੀ ਆਪਾਂ ਨੂੰ ਜਿਹੜਾ ਬੀ ਯੂ ਰਾਉਂਡ ਡਾਕਟਰ ਸਾਡਾ ਪਰਪਜ਼ ਹੈ ਉਹ ਤਾਂ ਹੀ ਸਰਵ ਹੋਊਗਾ, ਜੇ ਅਸੀਂ ਸਿੰਪਲ ਢੰਗ ਨਾਲ ਸਮਝਾਵਾਂਗੇ। ਤਾਂ ਜੇ ਆਪਾਂ ਲਿਜਾ ਕੇ ਸਮਝਾਵਾਂਗੇ ਫਿਰ ਗੱਲ ਨਹੀਂ ਆਉਣੀ। ਅਤੇ ਆਪਾਂ ਜਿਹੜੀਆਂ ਅਲਾਮਤਾਂ ਹੁਣ ਫਿਰ ਆਪਾਂ ਇੱਥੋਂ ਸ਼ੁਰੂ ਕਰਾਂਗੇ। ਇੱਕ ਵੀਡੀਓ 'ਚ ਆਪਾਂ ਉੱਪਰਲਾ ਤੇ ਸਿਸਟਮ ਲੈ ਲਾਂਗੇ, ਫਿਰ ਛੋਟੀ ਆਂਤ ਲੈਣਾ 2-3 ਵੀਡੀਓ 'ਚ, ਮੇਰੇ ਖਿਆਲ 'ਚ 2 ਜਾਂ 3 ਵੀਡੀਓ 'ਚ ਆਪਾਂ ਡੀਲ ਕਰ ਲਾਂਗੇ ਇਹਨੂੰ। ਉੱਪਰ ਇੱਥੇ ਕੀ ਕਰੋ, ਫਿਰ ਥੱਲੇ ਛੋਟੀਆਂ ਅੰਤਾਂ ਵਾਸਤੇ ਜਾਂ ਕੀ ਕਰੋ, ਅਤੇ ਉਹਦੇ ਵਾਸਤੇ ਕੀ ਕਰੋ। 2 ਜਾਂ 3 ਵੀਡੀਓ, ਦੋ ਮੇਰੇ ਖਿਆਲ 'ਚ ਹੋਰ ਹੋ ਜਾਣਗੀਆਂ। ਤਾਂ ਮੈਂ ਸਾਰਾ ਆਪਾਂ ਜਿਹੜੀ ਅੰਤੜੀਆਂ ਵਾਲਾ ਸਿਸਟਮ ਹੈ ਇਹਨੂੰ ਜਿਹੜੀ ਅੱਜ ਕੀਤੀ ਹੈ, ਇਹਨੂੰ ਆਪਾਂ ਬਰੀਫਲੀ ਸਮ ਅਪ ਕਰਦੇ ਹੋਏ ਅਗਲੀ ਵਾਰੀ ਜਿਹੜੀ ਹੈ ਉਹਨੂੰ ਗੱਲ ਕਰਾਂਗੇ ਇੱਥੋਂ ਦੀ ਡਿਟੇਲ 'ਚ, ਵੀ ਆਪਾਂ ਜਿਹੜੀ ਆਪਾਂ 5 ਚੀਜ਼ਾਂ ਦੀ ਗੱਲ ਕੀਤੀ ਹੈ, ਇਹ 5 ਚੀਜ਼ਾਂ ਦੀ ਮਹੱਤਤਾ ਕੀ ਹੈ, ਕਿਉਂ ਇਹਨੂੰ ਸਾਫ਼ ਰੱਖਣਾ ਬਹੁਤ ਜ਼ਰੂਰੀ ਹੈ। ਜੇ ਇਹ ਸਾਫ਼ ਰਹੇਗਾ ਤਾਂ ਸਾਡਾ ਗੇਟਵੇ ਸਾਫ਼ ਹੋਣਾ ਚਾਹੀਦਾ, ਜਿਹਨੂੰ ਸਾਡਾ ਦੁਆਰ ਸਾਫ਼ ਸੁਥਰਾ ਹੋਣਾ ਚਾਹੀਦਾ। ਆਪਣਾ ਘਰ ਦਾ ਮੂਹਰਾ ਤਾਂ ਸਾਫ਼ ਹੋਣਾ ਚਾਹੀਦਾ। ਵੀ ਘਰ ਜਦੋਂ ਕੋਈ ਜੰਮਦਾ ਆਵੇ ਜੇ ਉਹੀ ਗੰਦਾ ਮਿਲੇ ਅੱਗੋਂ, ਤਾਂ ਫਿਰ ਉੱਥੋਂ ਹੀ ਗੱਲ ਸਾਰੀ ਖਰਾਬ ਹੋ ਜਾਂਦੀ ਹੈ। ਉਹ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਉਹ ਜਿਹੜਾ ਸਾਨੂੰ ਇਹ ਸਿਸਟਮ ਹੈ, ਜੇ ਸਾਫ਼ ਹੋਏਗਾ ਤਾਂ ਦੇਖੋ ਤੁਹਾਨੂੰ ਕੋਈ ਨਜ਼ਲਾ ਨਹੀਂ ਹੋਊਗਾ, ਕੋਈ ਜ਼ੁਕਾਮ ਨਹੀਂ ਹੋਊਗਾ, ਮਤਲਬ ਲੋੜ ਤੋਂ ਵੱਧ ਜਿਹੜਾ ਥੋੜ੍ਹਾ ਬਹੁਤਾ ਹੋਊਗਾ ਤਾਂ ਉਹਦਾ ਮਤਲਬ ਕੀ ਹੈ। ਜੇ ਹੋਏਗਾ ਤਾਂ ਆਪਾਂ ਉਹ ਜਦੋਂ ਉਹਦੀ ਗੱਲ ਕਰਾਂਗੇ ਤਾਂ ਉਹ ਵੀ ਗੱਲ ਕਰਾਂਗੇ ਜਿਹੜੀਆਂ ਬਿਮਾਰੀਆਂ ਲੱਗਦੀਆਂ ਨੇ, ਅਤੇ ਬਿਮਾਰੀਆਂ ਵੀ ਦਾ ਕੁਛ ਇਕੱਲਾ ਨੈਗੇਟਿਵ ਪਾਰਟ ਨਹੀਂ ਹੁੰਦਾ ਇਹਦਾ। ਹਰ ਬਿਮਾਰੀ ਦਾ ਕੁਦਰਤ ਦੀ ਭਾਸ਼ਾ ਹੈ। ਜਿੱਦਾਂ ਸਿਹਤ ਕੁਦਰਤ ਦੀ ਭਾਸ਼ਾ ਤਾਂ ਛੋਟੀਆਂ ਮੋਟੀਆਂ ਬਿਮਾਰੀਆਂ ਵੀ ਕੁਦਰਤ ਦੀ ਭਾਸ਼ਾ। ਉਹਨੂੰ ਵੀ ਸਮਝਣਾ ਬਹੁਤ ਜ਼ਰੂਰੀ ਹੈ ਕਿ ਬਿਨਾਂ ਮਤਲਬ ਦੇ ਅਸੀਂ ਨਾ, ਜਿਹਨੂੰ ਕਹਿੰਦੇ ਆ ਬੰਦੂਕ ਨਾਲ ਮੱਖੀ ਨਹੀਂ ਮਾਰਨੀ ਚਾਹੀਦੀ।
ਜੇ ਸਾਡੇ ਕੋਲ ਫੂਡ ਪਾਇਜ਼ਨਿੰਗ ਹੋ ਗਈ ਹੈ, ਫੂਡ ਪਾਇਜ਼ਨਿੰਗ ਕੁਦਰਤ ਉਲਟੀ ਕਰਕੇ ਤੇ ਟੱਟੀਆਂ ਲਾ ਕੇ ਠੀਕ ਕਰ ਤਾਂ ਰਹੀ ਹੈ, ਤੁਸੀਂ ਕੀ ਕਰਨਾ? ਅਸੀਂ ਅਨਸੈਸਰੀ ਭੰਗੜਾ ਪਾਈ ਜਾਂਦੇ ਹਾਂ ਵੀ ਉਹ ਐਂਟੀਬਾਇਓਟਿਕ ਦਿਓ ਜੀ, ਗਲੂਕੋਸ ਲਾਓ ਜੀ, ਉਹ ਕਰੋ ਜੀ, ਆਹ ਕਰੋ ਜੀ, ਬਿਨਾਂ ਮਤਲਬ ਦੇ। ਕੁਦਰਤ ਨੇ ਆਪੇ ਡੀਲ ਕਰ ਲੈਣਾ। ਕੁਦਰਤ ਨੂੰ ਪਤਾ ਵੀ ਜੇ ਫੂਡ ਗੰਦਾ ਆ ਗਿਆ ਤਾਂ ਜਦ ਉਲਟੀ ਕਰਾ ਦੇਣੀ ਜਾਂ ਟੱਟੀਆਂ ਲਾ ਦੇਣੀਆਂ ਨੇ, ਤੇ ਕੁਛ ਨਹੀਂ ਵਿਗੜਦਾ ਸਵਾਏ ਛੋਟਾ ਬੱਚਾ ਉਹਦਾ ਖਿਆਲ ਰੱਖਣਾ ਹੁੰਦਾ, ਬਸ ਮਾੜਾ ਜਿਹਾ ਪਾਣੀ ਨਾ ਮੁੱਕ ਜੇ ਉਹਦਾ, ਉਹ ਪਾਣੀ ਪਿਆ ਦਿਓ। ਉਹ ਕਿੰਨੀ ਉਹਨੂੰ ਸਮਝਦੇ 2-3 ਤੱਕ ਆ ਕੇ ਕਿਉਂਕਿ ਲੱਖਾਂ ਬੱਚੇ ਇਸ ਚੱਕਰ 'ਚ ਮਰੇ। ਮਤਲਬ ਮੈਂ ਤਾਂ ਆਪਣੀ ਲਾਈਫ ਸ਼ੁਰੂ ਕੀਤੀ ਸੀ ਪੀਡੀਆਟ੍ਰਿਕਸ ਡਿਪਾਰਟਮੈਂਟ 'ਚੋਂ, ਜਦੋਂ ਸਾਨੂੰ ਇਹ ਗੱਲ ਇੰਨੀ ਸਮਝ ਨਹੀਂ ਸੀ ਆਉਂਦੀ ਹੁੰਦੀ ਵੀ ਹਰ ਬੱਚੇ ਦੇ ਡ੍ਰਿਪ ਠੋਕ ਦਿੰਦੇ ਸੀ ਜਦੋਂ ਆਉਂਦੇ ਸੀ। ਬਈ ਤੁਸੀਂ ਬਾਅਦ 'ਚ ਹੌਲੀ ਸਮਝ ਸਾਨੂੰ ਹੋਏ ਵੀ ਤੇ ਜਿਹਨੂੰ ਡ੍ਰਿਪਾਂ ਠੋਕੀ ਜਾ ਰਹੇ ਸੀ ਉਹਨੂੰ ਤਾਂ ਗਲਾਸ 'ਚ ਪਾਣੀ ਪਾ ਕੇ ਪਹਿਲਾਂ ਫਿਰ ਕੀ ਹੋ ਜਾਊਗਾ? ਅੰਤਰੇ 'ਚ ਕਿਉਂ ਨਹੀਂ ਜਾ ਸਕਦਾ? ਉਹ ਨਾਰੀਅਲ ਪਾਣੀ ਕਿਉਂ ਨਹੀਂ ਦੇ ਸਕਦੇ? ਉਹ ਬੜੀ ਲੇਟ ਸਮਝ ਆਈ। ਉਹਨੇ ਲੱਖਾਂ ਬੱਚੇ ਉਸ ਚੱਕਰ 'ਚ ਮਰੇ, ਔਰ ਲੱਖਾਂ ਬੱਚਿਆਂ ਦਾ ਬਿਨਾਂ ਮਤਲਬ ਦੇ ਗਲੂਕੋਸ ਦੀਆਂ ਸ਼ੀਸ਼ੀਆਂ ਲਾਈ ਗਏ ਸੀ, ਕਿਉਂਕਿ ਸਾਨੂੰ ਪੜ੍ਹਾਈ ਉੱਦਾਂ ਗਿਆ ਸੀਗਾ, ਸਾਡੀ ਪੜ੍ਹਾਈ ਉੱਦਾਂ ਦੀ ਸੀ। ਹੌਲੀ ਸਮਝ ਆਇਆ। ਹੁਣ ਉਸ ਤੋਂ ਜ਼ਿਆਦਾ ਸਮਝ ਆ ਗਿਆ ਕਿ ਕੋਈ ਬਾਹਲਾ ਕੁਛ ਕਰਨ ਦੀ ਲੋੜ ਨਹੀਂ ਹੁੰਦੀ ਸਿਹਤਮੰਦ ਰਹਿਣ ਲਈ। ਸਿਹਤਮੰਦ ਰਹਿਣ ਲਈ ਬਾਹਲਾ ਕੁਛ ਕਰਨ ਦੀ ਲੋੜ ਨਹੀਂ ਹੁੰਦੀ, ਸਮਝਣ ਦੀ ਲੋੜ ਹੈ। ਕੁਦਰਤ ਦੀ ਭਾਸ਼ਾ ਸਮਝੀਏ ਤੇ ਕੁਦਰਤ ਦਾ ਸਾਥ ਦਈਏ। ਬਹੁਤ ਧੰਨਵਾਦ ਡਾਕਟਰ ਸਾਹਿਬ, ਬਹੁਤ ਧੰਨਵਾਦ। ਆਪਣਾ ਡਾਕਟਰ ਆਪ ਬਣੋ ਦੇ ਵਿੱਚ ਤੁਸੀਂ ਅੱਜ ਅੰਤੜੀਆਂ ਨੂੰ ਮੂੰਹ ਤੋਂ ਲੈ ਕੇ ਜਿਹੜਾ ਮਲ ਦੁਆਰ ਤੱਕ ਦੀ ਜਿਹੜੀ ਪੂਰੀ ਜਾਣਕਾਰੀ ਦਿੱਤੀ, ਕੀ ਬਿਮਾਰੀਆਂ ਹੁੰਦੀਆਂ ਨੇ, ਕੀ ਇਹਦੇ 'ਚ ਹੁੰਦਾ ਹੈਗਾ, ਪੂਰਾ ਡਿਟੇਲ ਦਿੱਤੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਸੋ ਇਹ ਸਨ ਡਾਕਟਰ ਅਮਰ ਸਿੰਘ ਆਜ਼ਾਦ। ਆਪਣਾ ਡਾਕਟਰ ਆਪ ਬਣੋ ਲੜੀਵਾਰ ਨੰਬਰ 25 ਦੇ ਵਿੱਚ ਅਸੀਂ ਗੱਲ ਕੀਤੀ ਹੈ ਅੰਤੜੀਆਂ ਦੀ। ਛੋਟੀ ਆਂਤ ਕੀ ਹੁੰਦੀ ਹੈ, ਵੱਡੀ ਆਂਤ ਕੀ ਹੁੰਦੀ ਹੈ, ਕਿੱਥੋਂ ਸ਼ੁਰੂ ਹੁੰਦੀ ਹੈ, ਕੀ ਇਹਦੇ ਫੰਕਸ਼ਨ ਨੇ, ਕੰਮ ਕੀ ਨੇ ਇਹਦੇ, ਅੱਗੇ ਚੱਲ ਕੇ ਇਹਦੇ ਵਿੱਚ ਕਿੱਥੋਂ ਖਰਾਬੀਆਂ ਆ ਜਾਂਦੀਆਂ ਨੇ। ਖਰਾਬੀਆਂ ਜਦੋਂ ਆਉਂਦੀਆਂ ਨੇ ਤੇ ਉਹਦੇ ਫਿਰ ਕੀ ਅੰਦਰ ਉਹਦੇ ਅੱਗੇ ਚੱਲ ਕੇ ਬੋਡੀ ਦੇ ਅੰਦਰ ਜਿਹੜੀ ਆ ਉਹ ਕਿੱਦਾਂ ਬੋਡੀ ਤੰਗ ਹੁੰਦੀ ਹੈ ਜਦੋਂ ਖਰਾਬੀਆਂ ਆਉਂਦੀਆਂ ਨੇ, ਕੀ ਬਿਮਾਰੀਆਂ ਪੈਦਾ ਹੁੰਦੀਆਂ ਨੇ। ਬਿਮਾਰੀਆਂ ਪੈਦਾ ਜਦੋਂ ਹੁੰਦੀਆਂ ਨੇ ਤੇ ਫਿਰ ਅੱਗੇ ਚੱਲ ਕੇ ਜਿਹੜਾ ਬੰਦਾ ਇਨਸਾਨ ਕਿਵੇਂ ਤੰਗ ਕਰਦਾ, ਅਸੀਂ ਉਸ ਨੂੰ ਟੈਕਲ, ਅਸੀਂ ਉਸ ਦਾ ਇਲਾਜ ਕਰਨ ਦੀ ਕਿਵੇਂ ਕੋਸ਼ਿਸ਼ ਕਰਦੇ ਹਾਂ, ਤੇ ਫਿਰ ਉਹ ਇਲਾਜ ਠੀਕ ਹੈ ਜਾਂ ਗਲਤ ਹੈ, ਜੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਰੱਖ ਦਿੱਤੀ ਹੈ। ਅਗਲੀ ਵਾਰ ਐਪੀਸੋਡ ਨੰਬਰ 26 ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਇਹ ਬਿਮਾਰੀਆਂ ਜਦੋਂ ਅੰਤੜੀਆਂ ਦੀ ਬਿਮਾਰੀਆਂ ਮੂੰਹ ਤੋਂ ਲੈ ਕੇ ਰੈਕਟਮ ਦੁਆਰ ਯਾਨੀ ਕਿ ਮਲ ਦੁਆਰ ਤੱਕ ਜਿਹੜਾ ਉਹ ਜਦੋਂ ਬਿਮਾਰੀ ਕੋਈ ਹੁੰਦੀ ਹੈ ਤਾਂ ਉਹਦੇ ਲੱਛਣ ਕੀ ਹੁੰਦੇ ਨੇ, ਉਹਨੂੰ ਕਿਸ ਤਰੀਕੇ ਨਾਲ ਅਸੀਂ ਇਲਾਜ ਕਰਨਾ ਚਾਹੀਦਾ। ਹੁਣ ਤਾਂ ਆਪਾਂ ਗੱਲ ਕੀਤੀ ਵੀ ਕਿਵੇਂ ਅਸੀਂ ਕਰਦੇ ਹਾਂ ਤੇ ਕਿਵੇਂ ਗੜਬੜ ਹੋ ਜਾਂਦੀ ਹੈ, ਇਲਾਜ ਕਿਵੇਂ ਕਰਨਾ ਚਾਹੀਦਾ, ਕੀ ਉਹਦੇ ਸਿੰਪਲ ਆਸਾਨ ਜਿਹੜੇ ਨੇ ਉਹ ਤਰੀਕੇ ਹੈਗੇ ਨੇ, ਕੀ ਅਸੀਂ ਘਰ ਬੈਠੇ ਵੀ ਉਹਨਾਂ ਚੀਜ਼ਾਂ ਦਾ ਇਲਾਜ ਕਰ ਸਕਦੇ ਹਾਂ। ਰਸੋਈ ਸਾਡੀ ਜਿਹੜੀ ਆ ਉਹ ਫਾਰਮੇਸੀ ਹੈਗੀ ਹੈ, ਉਹਦੇ ਵਿੱਚੋਂ ਵੀ ਅਸੀਂ ਕੁਝ ਚੀਜ਼ਾਂ ਐਸੀਆਂ ਲੈ ਸਕਦੇ ਹਾਂ। ਜਿਵੇਂ ਅੰਤੜੀਆਂ ਦੇ ਬਿਮਾਰੀਆਂ ਨੇ, ਬਹੁਤ ਸਾਰੀਆਂ ਛੋਟੀਆਂ ਚੀਜ਼ਾਂ ਨੇ, ਜਿਵੇਂ ਡਾਕਟਰ ਅਮਰ ਸਿੰਘ ਆਜ਼ਾਦ ਨੇ ਦੱਸਿਆ ਹੈਗਾ ਕਿ ਉਲਟੀਆਂ ਟੱਟੀਆਂ ਲੱਗ ਗਈਆਂ ਤਾਂ ਬੜੇ ਸੌਖੇ ਤਰੀਕੇ ਹੈਗੇ ਨੇ। ਨਮਕ ਤੇ ਪਾਣੀ ਦੇ ਜਿਹੜਾ ਉਹ ਘੋਲ ਹੈ, ਉਹ ਪਹਿਲਾਂ ਮੈਂ ਟੀਵੀ ਦੇ ਉੱਤੇ ਵੀ ਐਡ ਆਇਆ ਕਰਦੀ ਹੁੰਦੀ ਸੀ ਵੀ ਉਹ ਤੁਸੀਂ ਗਰਮ ਪਾਣੀ ਨੂੰ ਕਰਕੇ ਦਿਓ, ਇਲੈਕਟ੍ਰੋਲਾਈਟਸ ਜਿਹੜੇ ਨੇ ਉਹਦੇ ਫਰਕ ਪੈ ਜਾਂਦਾ। ਇੱਦਾਂ ਦੀਆਂ ਜਿਹੜੀਆਂ ਕੀ ਛੋਟੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਿਹੜੀ ਤਰੀਕੇ ਦੇ ਨਾਲ ਅਸੀਂ ਜਿਹੜੇ ਆ ਉਹ ਅੰਤੜੀਆਂ ਦੇ ਮੂੰਹ ਤੋਂ ਲੈ ਕੇ ਮਲ ਦੁਆਰ ਤੱਕ ਦੇ ਜਿਹੜੀਆਂ ਬਿਮਾਰੀਆਂ ਹੋਣਗੀਆਂ, ਪ੍ਰੋਬਲਮਸ ਹੋਣਗੀਆਂ, ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਇਲਾਜ ਕਰ ਸਕਦੇ ਹਾਂ। ਉਮੀਦ ਕਰਦੇ ਹਾਂ ਕਿ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ, ਤੇ ਜੇ ਪਸੰਦ ਆਈ ਹੈ ਤੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਕਿਉਂਕਿ ਇਹ ਜਾਣਕਾਰੀਆਂ ਹਰ ਵਾਰ ਦੀ ਤਰ੍ਹਾਂ ਮੈਂ ਫੇਰ ਕਰਨਾ, ਇਹ ਜਾਣਕਾਰੀਆਂ ਘਰ ਤੱਕ ਪਹੁੰਚਾਉਣ ਦੀ ਲੋੜ ਹੈ। ਜੇ ਜਾਣਕਾਰੀਆਂ ਘਰ ਤੱਕ ਪਹੁੰਚਣਗੀਆਂ, ਆਪਣਾ ਡਾਕਟਰ ਆਪ ਬਣੇਗਾ ਇਨਸਾਨ, ਤਾਂ ਕੋਈ ਕਾਰਨ ਨਹੀਂ ਰਹਿ ਜਾਂਦਾ ਕਿ ਬਿਮਾਰੀਆਂ ਜਿਹੜੀਆਂ ਸਾਡੇ ਸਮਾਜ ਨੂੰ ਜਿਹੜੀ ਆ ਉਹ ਖਰਾਬ ਕਰ ਦੇਣ, ਸਮਾਜ ਸਾਡਾ ਜਿਹੜਾ ਬਿਮਾਰ ਕਰ ਦੇਣ। ਤੇ ਜੇ ਆ ਹੁੰਦਾ ਅਸੀਂ ਆਪਣੇ ਡਾਕਟਰ ਆਪ ਬਣ ਕੇ ਆਪਣਾ ਇਲਾਜ ਆਪ ਕਰ ਲੈਂਦੇ ਹਾਂ, ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਕਾਮਯਾਬ ਰਿਹਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।